ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ 332 ਅੰਗ ਤੋਂ ਗਿਆਨ ਸ਼ੁਰੂ ਕਰਨ ਲੱਗੇ ਹਾਂ ਜੀ। ਗੌੜੀ ਰਾਗ ਦੇ ਵਿੱਚ ਕਬੀਰ ਜੀ ਦੇ ਸ਼ਬਦ, ਉਹ ਆਪਾਂ 45ਵਾਂ ਸ਼ਬਦ ਲੈ ਰਹੇ ਹਾਂ। ਟੌਪਿਕ ਦਾ ਪਹਿਲਾ ਸ਼ਬਦ ਰਾਗ ਗੌੜੀ ਬੈਰਾਗਣ। कबीर जी एक ओंकार सतगुरु प्रसाद। जीवत पितर न माने को मुँहे सिराद कराही। पितर भी बपरे कहो क्यों पावे कौआ कूकर खाही। देखो कितना ਵੱਡਾ ਜਿਹੜਾ ਹੈਗਾ ਕਬੀਰ ਜੀ ਆਪਾਂ ਨੂੰ ਗਿਆਨ ਦੇ ਰਹੇ ਆ। ਕਹਿੰਦੇ ਜਿਉਂਦੇ ਜਿਹੜੇ ਹੈਗੇ, ਪਿੱਤਰ ਦਾ ਮਤਲਬ ਆ ਵੀ ਜਿਹੜੇ ਪੂਰਵਜ ਨਹੀਂ ਕਹਿ ਸਕਦੇ। ਪਿੱਤਰ ਦਾ ਮਤਲਬ ਆ ਮਾਂ ਪਿਓ, ਜਿਹੜੇ ਬਜ਼ੁਰਗ ਜਿੰਦੇ ਜੀ ਜਿਉਂਦੇ ਜੀ ਉਹਨਾਂ ਦੀ ਸੇਵਾ ਨਹੀਂ ਕਰਦੇ। ਜੀਵਤ ਪਿਤਰ ਨਾ ਮਾਨੇ ਕੋ, ਕੋਈ ਨਹੀਂ ਮੰਨਦਾ ਉਹਨਾਂ ਦੀ ਗੱਲ, ਨਾ ਉਹਨਾਂ ਦੀ ਸੇਵਾ ਕੋਈ ਨਹੀਂ ਕਰਦਾ। ਮੂੰਹੇ ਸਿਰਾਧ ਕਰਾਈ, ਜਦੋਂ ਮਰ ਜਾਂਦੇ ਆ ਉਹਨਾਂ ਦੇ ਨਿਮਿਤ ਫਿਰ ਜਿਹੜੇ ਆ ਬੜੇ ਸਰਾਧ ਕਰਾਉਂਦੇ ਆ ਭਾਈ, ਬੜਾ ਖੁੱਲਾ ਖਰਚਾ ਕਰਦੇ ਆ, ਫਿਰ ਪਤਾ ਨਹੀਂ ਕੀ ਕੁਛ ਦਾਨ ਕਰਦੇ ਆ। ਜੀਵਤ ਪਿਤਰ ਨਾ ਮਾਨੇ ਕੋ, ਜਿਉਂਦੇ ਜੀ ਜਿਹੜੇ ਹੈਗੇ ਉਹਨਾਂ ਨੂੰ ਧੱਕੇ ਦਿੰਦੇ ਆ, ਜਿਉਂਦੇ ਜੀ ਨਹੀਂ ਮੰਨਦੇ। ਜੀਵਤ ਪਿਤਰ ਨਾ ਮਾਨੇ ਕੋ मुँहे सिराध कराई। पितर भी बपरे क्यों पावें कहो क्यों पावें कौआ कूकर खाही। ਕਹਿੰਦੇ ਉਹ ਜਿਹੜੇ ਸਰਾਧ ਕਰਾਉਂਦੇ ਆ ਉਹਨਾਂ ਦੇ ਨਿਮਿਤ ਜਿਹੜੇ ਹੈਗੇ ਖਾਣੇ ਖੂਣੇ ਵਧੀਆ ਬਣਾਉਂਦੇ, ਖੀਰ ਪੂੜੀਆਂ ਸੋਰ ਜਿਹੜੇ ਹੈਗੇ ਦਾਨ ਕਰਦੇ, ਕੱਪੜੇ ਦਾਨ, ਫਲਾਨਾ ਦਾਨ, ਟਿਮਕਾ ਦਾਨ, ਸਾਰਾ ਕੁਛ ਕਰਦੇ ਆ। ਕਹਿੰਦੇ ਉਹ ਵਿਚਾਰੇ ਉਹਨਾਂ ਨੂੰ ਤਾਂ ਕੀ ਮਿਲਦਾ ਆ। ਪਿੱਤਰ ਵੀ ਬਪਰੇ ਕਿਉਂ ਬਪਰੇ ਕਿਉਂ, ਪਿੱਤਰ ਵੀ ਬਪਰੇ ਕਹੋ ਕਿਉਂ ਪਾਵੇਂ। ਕਿਵੇਂ ਪਾ ਸਕਦੇ ਭਾਈ? ਜਿਹੜਾ ਮਰ ਗਿਆ ਬੰਦਾ ਉਹ ਕਿਵੇਂ ਪਾ ਲੂਗਾ? ਜਿਉਂਦੇ ਸੀ ਤੇ ਉਹਨਾਂ ਨੂੰ ਦੇਖਿਆ ਹੀ ਨਹੀਂ, ਕੇਅਰ ਹੀ ਨਹੀਂ ਕੀਤੀ, ਉਹ ਵਿਚਾਰੇ ਰੁਲਦੇ ਫਿਰਦੇ ਰਹਿ ਗਏ। ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਿਰਾਧ ਕਰਾਹੀ। ਮੂਹੇ ਤੇ ਬੜੇ ਜਿਹੜੇ ਹੈਗੇ ਬੜਾ ਜਿਹੜਾ ਲੰਗਰ ਲਾਉਂਦੇ ਆ, ਖੁੱਲਾ ਦਾਨ ਪੁੰਨ ਸਾਰਾ ਕਰਦੇ ਆ। ਪਿੱਤਰ ਵੀ ਬਪਰੇ ਕਹੋ ਕਿਉਂ ਪਾਵੇਂ ਕੌਆ ਕੂਕਰ ਖਾਹੀ। ਕਹਿੰਦੇ ਪਿੱਤਰ ਵਿਚਾਰੇ ਜਿਹੜੇ ਹੈਗੇ ਉਹ ਕਿਸ ਤਰੀਕੇ ਦੇ ਨਾਲ ਵਿਚਾਰੇ ਉਹਨਾਂ ਨੂੰ ਇਹ ਪਹੁੰਚੇਗਾ ਭਾਈ। ਹਾਂ, ਕੋਠੇ ਤੇ ਰੱਖ ਦਿੰਦੇ ਆ, ਕਦੇ ਇੱਧਰ ਰੱਖ ਦਿੰਦੇ ਆ, ਕਾਂ ਤੇ ਕੁੱਤੇ ਜ਼ਰੂਰ ਖਾ ਜਾਂਦੇ ਆ ਭਾਈ, ਉਹਨਾਂ ਦਾ ਫਾਇਦਾ ਹੋ ਜਾਂਦਾ ਹੈ। ਹਾਂਜੀ ਗੁਰਕੀ ਸਾਹਿਬ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਫਤਿਹ ਰਹਿਣ ਦਿਓ, ਅੱਜ ਫਿਰ ਰਜੇ ਹੋਈ ਸੀ। ਹਾਂਜੀ ਆਪ ਬੋਲੋ ਨਿਕਲ ਸਾਹਿਬ। ਹਾਂਜੀ ਕਬੀਰ ਜੀ ਕਹਿੰਦੇ ਕਿ ਮਾਂ ਪਿਓ ਜਿਹੜੇ ਜਿਉਂਦੇ ਹੈਗੇ ਉਹਨਾਂ ਨੂੰ ਕੋਈ ਨਹੀਂ ਮੰਨਦਾ, ਕੋਈ ਉਹਨਾਂ ਦੀ ਸੇਵਾ ਨਹੀਂ ਕਰਦਾ, ਕੋਈ ਕੇਅਰ ਨਹੀਂ ਕਰਦਾ ਉਹਨਾਂ ਦੀ। ਜੀਵਤ ਪਿੱਤਰ ਨਾ ਮਾਨੇ ਕੋ ਮੂਹੇ ਸਿਰਾਧ ਕਰਾਈ। ਕਹਿੰਦੇ ਕੋਈ ਟਾਵਾਂ ਕਰਦਾ ਹੋਊਗਾ, ਕਹਿੰਦੇ ਜਨਰਲੀ ਜਿਹੜੇ ਕਹਿੰਦੇ ਕੋਈ ਨਹੀਂ ਕਰਦਾ। ਫਿਰ ਮਰਨ ਤੇ ਬੜਾ ਜਿਹੜਾ ਕਹਿੰਦੇ ਸਰਾਧ ਬੜੇ ਕਰਦੇ ਆ ਉਹਨਾਂ ਦੇ। ਪਿੱਤਰ ਵੀ ਬਪਰੇ ਕਹੋ ਕਿਉਂ ਪਾਵੇਂ ਕੌਆ ਕੂਕਰ ਖਾਹੀ। ਉਹਨਾਂ ਨੂੰ ਵਿਚਾਰਿਆਂ ਨੂੰ ਕਿੱਥੇ ਮਿਲਦਾ ਹੈ ਭਾਈ, ਉਹ ਵੀ ਕਿਵੇਂ ਪਾ ਸਕਦੇ ਆ। ਕਹਿੰਦੇ ਕਾਂ ਤੇ ਜਿਹੜੇ ਹੈਗੇ ਹੋਰ ਕੁੱਤੇ, ਇਹਨਾਂ ਨੂੰ ਜ਼ਰੂਰ ਜਿਹੜਾ ਹੈਗਾ ਇਹਨਾਂ ਦਾ ਜ਼ਰੂਰ ਜਿਹੜਾ ਪੇਟ ਭਰ ਜਾਂਦਾ। ਹਾਂਜੀ ਬੇਟ ਬਿਲਕੁਲ ਕੰਮ ਦੀ ਗੱਲ ਕੀਤੀ ਹੈ ਕਬੀਰ ਜੀ ਨੇ। ਉਹ ਦੇਖੋ ਆਪ ਚੀਜ਼ ਨੂੰ ਆਪ ਅੰਡਰਸਟੈਂਡ ਕਰੋ। ਕਬੀਰ ਜੀ ਦਾਰਸ਼ਨਿਕ ਬੁੱਧੀ ਦੇ ਮਾਲਕ ਨੇ, ਹਰ ਇੱਕ ਪੁਆਇੰਟ ਨੂੰ ਬੜੇ ਚੰਗੇ ਤਰੀਕੇ ਨਾਲ ਫੜ ਰਹੇ। ਕੱਲ ਦੀ ਗੱਲ ਉਹਨਾਂ ਨੇ ਬੜੀ ਸੋਹਣੀ ਕੀਤੀ ਸੀ, ਕਹਿੰਦੇ ਗਿਆਨ ਦੀ ਹਨੇਰੀ ਆ ਜਾਣੀ। ਕਿੱਡੀ ਵੱਡੀ ਗੱਲ ਹੈ। ਔਰ ਤੁਸੀਂ ਵੇਖ ਲਓ, ਲੋਕੀ 40 ਸਾਲ ਤੋਂ ਲੱਗੇ ਹੋਏ ਨੇ ਤੇ ਕੋਈ ਮੈਨੂੰ ਤਾਂ ਲੱਗਦਾ ਹਨੇਰੀ ਕੀ ਮਾੜਾ ਜਿਹਾ ਬੁੱਲਾ ਨਹੀਂ ਉਹਨਾਂ ਦੇ ਜੀਵਨ ਚ ਆਇਆ। ਨਾ ਬਿਲਕੁਲ ਨਹੀਂ। ਉਲਟਾ ਸਗੋਂ ਜਿਹੜੀ ਹਵਾ ਚੱਲਦੀ ਉਹਨਾਂ ਬੰਦ ਕਰਤੀ ਹੋਵੇ। ਐਨੇ ਜਦੋਂ ਗਿਆਨ ਦੀ ਹਨੇਰੀ ਆਉਣੀ ਸੀ, ਉਹ ਹਨੇਰੀ ਦੀ ਮਾੜੀ ਮੋਟੀ ਆਉਂਦੀ ਸੀ, ਝੀਲ ਬਚੀ ਸੀ, ਉੱਥੇ ਵੀ ਉਹਨਾਂ ਨੇ ਕਾਗਜ਼ ਧੁੰਦੇ ਆਪਣੇ ਬਾਬਿਆਂ ਵਾਲੇ, ਇੱਥੋਂ ਹਵਾ ਦਾ ਮਾੜਾ ਜਿਹੀ ਬੂੰਦ ਅੰਦਰ ਆਏ। ਹਾਂਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਹਾਂ, ਇਹਦਾ ਮਤਲਬ ਇਹ ਸਾਧ ਸੰਗਤ ਜੀ, ਗੁਰੂ ਜੀ ਸਾਨੂੰ ਕੀ ਸਮਝਾ ਰਹੇ ਨੇ, ਕਬੀਰ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ, ਉਹ ਸਾਨੂੰ ਅਗਿਆਨ ਤੋਂ ਭਰਮ ਤੋਂ ਮੁਕਤ ਕਰਨਾ ਚਾਹੁੰਦੇ ਨੇ। ਔਰ ਇੱਥੇ ਅੱਜ ਜਿਹੜਾ ਟੌਪਿਕ ਹੈ ਨਾ, ਦੇਖੋ ਉਹਨਾਂ ਬੜੀ ਵੱਡੀ ਗੱਲ ਕੀਤੀ ਹੈ। ਇਹ ਟੌਪਿਕ ਨੂੰ ਅਗਰ ਆਪ ਅੰਡਰਸਟੈਂਡ ਕਰ ਜਾਓਗੇ ਨਾ, ਤੇ ਤੁਹਾਡਾ
ਜੀਵਨ ਦਾ ਬੇੜਾ ਪਾਰ ਲੱਗ ਬਹੁਤ ਵੱਡਾ ਟੌਪਿਕ। ਔਰ ਖਾਸ ਕਰਕੇ ਇੱਥੇ ਮੈਂ ਦੋ ਪਾਰਟੀਆਂ ਨੂੰ ਦੋਨੋਂ ਨਹੀਂ ਖੜਾਂਗਾ, ਕਿਉਂਕਿ ਉਹ ਇੱਕ ਬੰਨੇ ਗੱਲ ਕਰਾਂਗਾ ਤੇ ਇਨਸਾਫ ਨਹੀਂ ਹੁੰਦਾ। ਜਿੱਥੇ ਮੈਂ ਔਰਤ ਨੂੰ ਇਮਾਨਦਾਰ ਤੇ ਵਿਸ਼ਵਾਸ ਵਾਲੀ ਸਮਝਦਾ, ਉੱਥੇ ਮੈਂ ਪਤੀ ਨੂੰ ਵੀ ਸਮਝਦਾ ਉਹ ਵੀ ਆਪਣੇ ਕਰਨੀ ਦਾ ਪੱਕਾ ਹੋਵੇ, ਕੇਵਲ ਗੱਲਾਂ ਦਾ ਕੜਾਹ ਨਾ ਬਣਾਵੇ, ਉਹ ਵੀ ਇੱਕ ਇਮਾਨਦਾਰ ਸ਼ਖਸੀਅਤ ਦਾ ਮਾਲਕ ਹੋਵੇ, ਵਫਾਦਾਰ ਹੋਵੇ। ਜੇਕਰ ਮਰਦ ਚਾਹੁੰਦਾ ਹੈ ਮੇਰੀ ਔਰਤ ਮੈਨੂੰ ਵਿਸ਼ਵਾਸ ਵਾਲੀ ਹੋਵੇ, ਵਫਾਦਾਰ ਹੋਵੇ, ਉੱਥੇ ਮਰਦ ਨੂੰ ਵੀ ਉਹ ਡਿਊਟੀ ਨੂੰ ਪੂਰਾ ਕਰਨਾ ਪਊ। ਕਿਉਂਕਿ ਜੀਵਨ ਦੇ ਵਿੱਚ ਸੰਗੀਤ ਉਨਾ ਚਿਰ ਤੱਕ ਨਹੀਂ ਆਉਣਾ ਜਿੰਨਾ ਚਿਰ ਤੱਕ ਆਪਾਂ ਆਪਣੇ ਕਰੈਕਟਰ ਨੂੰ ਚੰਗੀ ਤਰੀਕੇ ਨਾਲ ਪਲੇ ਨਹੀਂ ਕਰਦੇ। ਜਿੱਥੋਂ ਵੀ ਆਪਾਂ ਆਪਣੇ ਕਿਰਦਾਰ ਤੋਂ ਬੇਈਮਾਨ ਹੋ ਜਾਂਦੇ ਹਾਂ ਨਿੱਜਰ ਸਾਹਿਬ, ਤੇ ਆਪਾਂ ਪਹਿਲਾ ਹੀ ਕ੍ਰਾਈਟੇਰੀਆ ਵਾ ਉੱਥੋਂ ਹੀ ਰਿਜੈਕਟ ਹੋ ਜਾਣਾ। ਦੇਖੋ ਧਰਮ ਦਾ ਮਤਲਬ ਇਹ ਜਿਹੜੀਆਂ ਗੱਲਾਂ ਕਰ ਰਹੇ ਨੇ ਕਬੀਰ ਜੀ, ਧਰਮ ਦੀ ਗੱਲ ਕਰ ਰਹੇ ਆ। ਧਰਮ ਦਾ ਮਤਲਬ ਕੀ ਹੈ? ਬੇਸਿਕ ਕਾਮਨ ਸੈਂਸ, ਛੋਟੀਆਂ ਛੋਟੀਆਂ ਗੱਲਾਂ। ਜਿੱਥੇ ਜੀਵਨ ਦੇ ਵਿੱਚ ਜਿੰਨਾ ਚਿਰ ਤੱਕ ਧਰਮ ਨਹੀਂ ਆਊਗਾ, ਧਰਮ ਦਾ ਮਤਲਬ ਸਹੀ ਨੂੰ ਸਹੀ ਕਹਿਣਾ, ਗਲਤ ਨੂੰ ਗਲਤ ਕਹਿਣਾ, ਔਰ ਕੇਵਲ ਇਮਾਨਦਾਰੀ ਨਾਲ ਜੀਵਨ ਬਤੀਤ ਕਰਨਾ, ਔਰ ਆਪਣੀ ਜਿੰਨੀਆਂ ਵੀ ਡਿਊਟੀਆਂ ਨੇ ਔਰ ਉਹਨਾਂ ਨੂੰ ਪੂਰਾ ਕਰਨਾ। ਹਾਂ, ਧਰਮ ਦਾ ਮਤਲਬ ਹੀ ਡਿਊਟੀ ਹੈ ਗੁਰਕੀ ਸਾਹਿਬ, ਬਿਲਕੁਲ ਡਿਊਟੀ ਹੈ ਧਰਮ ਦਾ ਵੀ। ਆਪਣੀ ਕਿਉਂ ਡਿਊਟੀ ਹੈ? ਹਾਂ, ਔਰ ਨੰਬਰ 2 ਇੱਥੇ ਇੱਕ ਹੋਰ ਚੀਜ਼ ਹੈ, ਕੰਮ ਦੀ ਗੱਲ। ਜਿੱਦਾਂ ਤੁਸੀਂ ਧਰਮ ਤੇ ਚੱਲੇ ਨਾ, ਕੰਮ ਜ਼ਿਆਦਾ ਪੈਣਾ ਜੋ ਤੁਹਾਨੂੰ, ਕੰਮ ਤੁਹਾਨੂੰ ਜ਼ਿਆਦਾ ਪੈ ਜਾਣਾ, ਦੂਜਿਆਂ ਨੂੰ ਘਰ ਦੇ ਨਾਲੋਂ ਵੱਧ ਕਰਨਾ ਪੈਣਾ। ਉਹ ਕਿਉਂ ਵੱਧ ਕਰਨਾ ਪੈਣਾ? ਦੂਜੇ ਬੇਈਮਾਨ ਹੋ ਸਕਦੇ ਆ, ਪਰ ਤੁਸੀਂ ਬੇਈਮਾਨ ਨਹੀਂ ਹੋਵੋਗੇ। ਹੁਣ ਧਰਮ ਦਾ ਮਤਲਬ ਕੀ ਆ? ਬੱਚਾ, ਹੁਣ ਮੇਰਾ ਛੋਟਾ ਮੁੰਡਾ ਕੱਲ ਕਮਲ ਨਹਾ ਕੇ ਬਾਹਰ ਆਇਆ, ਮੈਨੂੰ ਗੁੱਸੇ ਨਾਲ ਸਮਝਾਇਆ, ਪਹਿਲਾਂ 2 ਵਾਰੀ ਨੂੰ ਪਿਆਰ ਨਾਲ ਸਮਝਾਇਆ ਸੀ। ਮੈਂ ਪੁੱਤ ਪਹਿਲੀ ਗੱਲ ਤੇ ਤੂੰ ਬਾਥਰੂਮ ਚ ਨਹਾਉਣਾ ਹੈ ਤੇ ਤੈਨੂੰ ਅੰਡਰਵੀਅਰ ਪਾ ਕੇ ਨਹਾਉਣ ਦੀ ਲੋੜ ਨਹੀਂ, ਕੱਲਾ ਤੂੰ ਹੈਗਾ। ਉਸ ਤੋਂ ਬਾਅਦ ਤੂੰ ਅੰਡਰਵੀਅਰ ਬਾਥਰੂਮ ਚ ਛੱਡ ਕੇ ਆ ਗਿਆ। ਮੈਂ ਹੁਣ ਤੇਰਾ ਅੰਡਰਵੀਅਰ ਆ, ਕਿਸੇ ਨੇ ਤੇ ਚੁੱਕਣਾ ਨਾ, ਉਹ ਤੂੰ ਛੱਡਦਾ, ਗੱਲ ਕੁਛ ਵੀ ਨਹੀਂ ਆ। ਮੈਂ ਕਿਹਾ ਪੁੱਤ ਇਹ ਤੇਰੀ ਪ੍ਰੋਗਰਾਮਿੰਗ ਆ। ਹੁਣ ਛੋਟੇ ਬੱਚੇ ਨੇ, ਮਾਪੇ ਅਕਸਰ ਛੋਟੇ ਬੱਚਿਆਂ ਨੂੰ ਕੀ ਕਰਦੇ ਆ, ਉਹ ਕਹਿੰਦੇ ਮੇਰਾ ਪੁੱਤ ਲਾਡ ਲੈ, ਕੋਈ ਨਹੀਂ। ਪਰ ਮੈਂ ਕਹਿੰਦਾ ਲਾਡ ਇੱਕ ਅਲੱਗ ਚੀਜ਼ ਹੈ, ਤੁਸੀਂ ਪਿਆਰ ਕਰੋ ਉਹਨੂੰ, ਖੇਡੋ, ਜੋ ਮਰਜ਼ੀ ਕਰੋ, ਪਰ ਜਿੱਥੇ ਸਿਧਾਂਤਾਂ ਦੀ ਗੱਲ ਆ ਗਈ ਹੈ ਨਾ, ਉੱਥੇ ਕੋਈ ਲਾਡ ਨਹੀਂ ਚਾਹੀਦਾ, ਕਿਉਂਕਿ ਤੁਸੀਂ ਬੱਚੇ ਦੀ ਫਾਊਂਡੇਸ਼ਨ ਹੀ ਖਰਾਬ ਕਰ ਦੇਣੀ ਆ। ਛੋਟਾ ਬੱਚਾ ਹੈ, ਤੁਸੀਂ ਉਹਨੂੰ ਗੰਦੀਆਂ ਆਦਤਾਂ ਪਾ ਦਿਓ। ਹੁਣ ਜਦੋਂ ਗੰਦੀਆਂ ਆਦਤਾਂ ਪਾਤੀਆਂ ਵਾ ਤਾਂ ਉਹ ਫਿਰ ਬੱਚੇ ਨੇ ਹੁਣ 8-10 ਸਾਲ 15-20 ਸਾਲ ਉਹਨਾਂ ਚੀਜ਼ਾਂ ਦੇ ਨਾਲ ਆਪਣਾ ਜੀਵਨ ਬਤੀਤ ਕੀਤਾ ਹੈ, ਔਰ ਫਿਰ ਛੱਡ ਲਈ ਤੁਸੀਂ ਕਹਿੰਦੇ ਕਿ ਬੱਚਾ ਇੱਕਦਮ ਬੰਦਾ ਬਣ ਜੇ। ਹੁਣ ਕੁੜੀਆਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਵਿਆਹ ਤੋਂ ਬਾਅਦ ਉਹਨਾਂ ਦੇ ਘਰਾਂ 'ਚ ਜਾ ਕੇ ਰੌਲੇ ਪੈਂਦੇ ਆ, ਲੜਾਈਆਂ ਝਗੜੇ ਨਿੱਜਰ ਸਭ ਇਹਦੇ ਹੀ ਆ। ਛੋਟੇ ਹੁੰਦੇ ਪੇਰੈਂਟਿੰਗ ਜਿਹੜਾ ਮਾਪਿਆਂ ਨੇ ਆਪਣੇ ਫਰਜ਼ ਅਦਾ ਨਹੀਂ ਕੀਤੇ ਹੁੰਦੇ, ਖਾਸ ਕਰਕੇ ਮਾਪੇ ਨਹੀਂ, ਮਾਂ ਨੇ। ਮੈਂ ਪਿਓ ਦਾ ਤੇ ਬਹੁਤਾ ਜ਼ਿਆਦਾ ਇਨਵੋਲਵਮੈਂਸ਼ਨ ਨਹੀਂ ਮੰਨਦਾ, ਮੈਂ ਮਾਂ ਦਾ ਬਹੁਤ ਵੱਡਾ ਪਾਰਟ ਹੈ ਬੱਚਿਆਂ ਨੂੰ ਵੱਡਾ ਕਰਨ ਦੇ ਵਿੱਚ, ਗਰੋ ਕਰਨ 'ਚ। ਦੇਖੋ ਪਿਓ ਤੇ ਵਿਚਾਰਾ ਸਵੇਰ ਤੋਂ ਨਿਕਲਿਆ, ਸ਼ਾਮੀ ਆਇਆ, 2-4 ਘੰਟੇ ਵਿਚਾਰੇ ਨੇ ਗੱਪਾਂ ਚੱਪਾਂ ਮਾਰੀਆਂ, ਚਲੋ, ਔਰ ਆਪਣੇ ਵੀ ਕੰਮ ਕੁਮ ਕੀਤੇ ਸੌਂ ਗਿਆ। ਮਾਂ ਇੱਕ ਸੁਪਰਵਾਈਜ਼ਰ ਆ ਘਰ ਦੇ ਵਿੱਚ, ਹੋਮ ਮਿਨਿਸਟਰ ਕਹਿੰਦਾ ਮੈਂ ਵੈਸੇ ਉਹਨੂੰ, ਹੋਮ ਦੀ ਮਿਨਿਸਟਰ ਹੈ ਉਹ। ਘਰ ਨੂੰ ਪੂਰਾ ਸਿਸਟਮੈਟਿਕਲੀ ਚਲਾਉਂਦੀ ਹੈ। ਜਿੱਥੇ ਉਹ ਇੱਕ ਚੰਗੀ ਸਬਜ਼ੀ ਤਿਆਰ ਕਰਦੀ ਆ, ਆਪ ਜਸਟ ਸੋਚੋ, ਜਦੋਂ ਆਪਾਂ ਇੱਕ ਚੰਗੀ ਸਬਜ਼ੀ ਤਿਆਰ ਕਰਾਂਗੇ, ਉਹਦੇ ਵਿੱਚ ਆਪਾਂ ਥੋੜਾ ਜਿਹਾ ਲੂਣ ਵੱਧ ਪਾ ਦਈਏ ਤੇ ਨਿੱਜਰ ਸਭ ਕੀ ਸੱਚੀ ਸਵਾਦ ਹੋਊਗੀ ਉਹ? ਬਿਲਕੁਲ ਨਹੀਂ। ਹੁਣ ਇੱਕ ਬੱਚਾ ਵਾ ਬੜਾ ਇੰਟੈਲੀਜੈਂਟ, ਡਾਕਟਰ ਬਣ ਗਿਆ, ਇੰਜੀਨੀਅਰ ਬਣ ਗਿਆ, ਬੜੇ ਪੈਸੇ ਕਮਾਉਂਦੇ ਆ, ਪਰ ਜੇ ਤੁਸੀਂ ਸੰਸਕਾਰ ਹੀ ਕੋਈ ਨਹੀਂ ਦਿੱਤਾ ਤੇ ਫਿਰ ਉਹਨੇ ਕੀ ਕਰਨਾ? ਆਹ ਜਿਹੜੇ ਮਾਂ ਪਿਓ ਨੂੰ, ਜਿਹਨੂੰ ਆਹ ਜਿਹੜੀ ਕਬੀਰ ਜੀ ਗੱਲ ਕਰਦੇ ਨੇ, ਹਾਂ, ਇਹ ਫੇਰ ਪੁਆਇੰਟ ਉੱਥੇ ਹੀ ਆ ਜਾਣਾ ਵਾ। ਪੇਰੈਂਟਿੰਗ ਕੀ ਕਹਿੰਦੇ ਨੇ ਜਿਹੜਾ ਪੇਰੈਂਟਿੰਗ ਕੀ ਕਹਿੰਦੇ? ਪੇਰੈਂਟਿੰਗ, ਹਾਂ, ਘੁੰਮ ਕੇ ਵਾਪਸ ਉੱਥੇ ਆ ਗਏ। ਹਾਂ, ਜਿੱਦਾਂ ਆਪਾਂ ਬੱਚੇ ਦੇ ਮਾਂ ਬਾਪ ਹੁੰਦੇ ਨੇ, ਉਹ ਪੇਰੈਂਟਸ ਹੈਗੇ ਨੇ, ਤੇ ਉਹ ਆਪਣਾ ਪਾਰਟ ਅਦਾ ਨਹੀਂ ਕਰਨਗੇ ਤੇ ਫਿਰ ਆਹ ਜਿਹੜਾ ਕਬੀਰ ਜੀ ਨੇ ਟੌਪਿਕ ਪੜ੍ਹਿਆ ਹੈ, ਇੱਥੇ ਗੱਲ ਪਹੁੰਚ ਜਾਣੀ ਹੈ। ਕਿਉਂਕਿ ਉਹਨੂੰ ਪਤਾ ਹੀ ਨਹੀਂ। ਹੁਣ ਇੱਕ ਚੀਜ਼ ਆਪ ਨੋਟਿਸ ਕਰੋ, ਕੁਝ ਇਹ ਤੇ ਹੁਣ ਵੀ ਹੋਣ ਦਿਆ ਨਾ। ਮੈਂ ਬੜੇ ਛੋਟੇ ਛੋਟੇ ਘਰਾਂ 'ਚ ਵਿਚਰੇ ਆ, ਔਰ ਬੜੇ ਮੈਂ ਚੰਗੇ ਕਿਸਮ ਦੇ ਲੋਕਾਂ ਨੂੰ ਵੀ ਮਿਲੇ ਆ।
ਉਹਨਾਂ ਦੇ ਵਿੱਚ ਇੱਕ ਪ੍ਰੋਬਲਮ ਹੁੰਦੀ ਆ ਕਿ ਇੱਕ ਬਜ਼ੁਰਗ ਦੇ ਲਈ ਜਿਵੇਂ ਜਿਵੇਂ ਬੰਦਾ ਵੀਕ ਹੁੰਦਾ ਹੈ ਨਾ, ਜਦੋਂ ਬੰਦਾ ਕਮਜ਼ੋਰ ਹੁੰਦਾ ਤੇ ਉਹਦੇ ਲਈ ਇੱਕ ਵੱਖਰਾ ਕਮਰਾ ਹੁੰਦਾ। ਨਿੱਜਰ ਸਾਹਿਬ ਆਪ ਹੀ ਨੇ ਦੇਖਿਆ ਹੋਣਾ ਨਾ, ਘਰਾਂ ਚ ਪਿੰਡਾਂ ਪੁੰਡਾਂ ਚ ਇੱਕ ਛੋਟਾ ਜਿਹਾ ਕਮਰਾ ਜਿੱਥੇ ਬਜ਼ੁਰਗ ਰਹਿੰਦੇ ਇਕੱਲੇ। ਬਿਲਕੁਲ। ਪਹਿਲਾਂ ਉਹ ਕਾਫੀ ਪਾਵਰਫੁਲ ਹੁੰਦੇ ਨੇ ਤੇ ਉਹਨਾਂ ਦੀ ਆਪਣੀ ਮਰਜ਼ੀ ਚੱਲਦੀ। ਅਸਲ 'ਚ ਨਾ ਉਹਨਾਂ ਦਾ ਮੈਂ ਇਹ ਮਹਿਸੂਸ ਕਰਦਾ ਵਾਂ, ਜਾਂ ਤੇ ਉਹ ਜ਼ੁਬਾਨ ਦੇ ਵਿੱਚ ਕੁਝ ਗਲਤ ਬੋਲਦੇ ਨੇ, ਉੱਥੇ ਵੀ ਨਿੱਜਰ ਸਾਹਿਬ ਮਾਈਂਡ ਨਹੀਂ ਕਰਨਾ, ਕਿਉਂਕਿ ਟੌਪਿਕ ਇਹ ਸਾਰਾ ਸੀਰੀਅਸ ਆ। ਬੜਾ ਆਹ ਟੌਪਿਕ ਕਬੀਰ ਜੀ ਨੇ ਛੇੜਿਆ ਨਾ, ਇਹ ਚਲੋ ਆਪਾਂ ਮੈਂ ਇਹ ਨਹੀਂ ਕਹਿੰਦੇ ਕਿ ਉਹ ਕਿਸ ਤਰ੍ਹਾਂ ਦੀ ਗੱਲ ਕਰੀਏ ਤੇ ਉਹ ਮਾਪਿਆਂ ਦੀ ਗੱਲ ਕਰੀਏ, ਇਹ ਸਾਰਾ ਗੁੰਝਲਦਾਰ ਇੱਕ ਸਬਜੈਕਟ ਆ ਜਿੱਥੇ ਆਪਾਂ ਬਹਿ ਕੇ ਗਰੁੱਪ ਡਿਸਕਸ ਕਰਦੇ ਹਾਂ, ਰਾਈਟ। ਕੱਲ ਨੂੰ ਮੈਂ ਵੀ ਵੱਡਾ ਹੋਣਾ ਵਾ, ਮੇਰੇ ਬੱਚੇ ਵੀ ਵੱਡੇ ਹੋਣਗੇ, ਪਰ ਮੈਂ ਇਹ ਮਹਿਸੂਸ ਕਰਦਾ ਕਿ ਮੈਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਲੋੜ ਨਹੀਂ, ਮੈਨੂੰ ਕਿਰਦਾਰ ਨੂੰ ਪਲੇ ਕਰਨ ਦੀ ਲੋੜ ਹੈ। ਹੁਣ ਕੋਈ ਮੇਰੀ ਮਾਂ ਬੈਠੀ ਆ ਸਾਹਮਣੇ, ਉਹ ਮੇਰੇ ਬੱਚੇ ਜਿਹੜੇ ਮੇਰੀ ਜ਼ੁਬਾਨ ਦੀ ਗੱਲ ਨੂੰ ਨਹੀਂ ਸਮਝਦੇ ਹੋ, ਨਹੀਂ ਸੁਣਦੇ ਹੋ, ਉਹ ਤਾਂ ਕੋਈ ਵੈਲਿਊ ਨਹੀਂ ਹੈਗੀ। ਜੇ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਸੱਚ ਬੋਲੋ, ਜੇ ਉਹ ਕਰੋ, ਉਹ ਇਸ ਨੂੰ ਬਕਵਾਸ ਨੂੰ ਨਹੀਂ ਸੁਣਨਾ ਚਾਹੁੰਦੇ। ਉਹ ਚਾਹੁੰਦੇ ਕਿ ਤੁਸੀਂ ਕੀ ਕਰ ਰਹੇ ਹੋ। ਨਿੱਜਰ ਸਾਹਿਬ? ਹਾਂਜੀ, ਬਿਲਕੁਲ। ਆਪਾਂ ਲੋਕ ਜੇ ਨਿੱਜਰ ਸਾਹਿਬ ਇਹਦਾ ਕਰੈਕਟਰ ਬਿਲਡ ਹੋ ਜੇ, ਜੇ ਚਰਿੱਤਰ ਬਿਲਡ ਹੋ ਜੇ, ਤੇ ਕਿਤਾਬਾਂ 'ਚ ਕਿੰਨੀਆਂ ਕੰਮ ਦੀਆਂ ਗੱਲਾਂ ਲਿਖੀਆਂ, ਉੱਥੋਂ ਆਪਣੇ ਬੱਚੇ ਸਿੱਖ ਲੈਂਦੇ। ਬਿਲਕੁਲ। ਹੈਂ, ਤੁਸੀਂ ਕੀ ਸੋਚਦੇ ਕਾਲਜਾਂ 'ਚ, ਯੂਨੀਵਰਸਿਟੀਆਂ 'ਚ ਉੱਥੇ ਗਿਆਨ ਦੀ ਕਮੀ? ਸਾਰੇ ਬੱਚੇ ਨੂੰ ਪਤਾ ਸੱਚ ਬੋਲਣਾ ਹੈ। ਪਰ ਗੱਲ ਤੇ ਇਹ ਹੈ ਕਿ ਇੱਕ ਬੱਚੇ ਦੇ ਸਾਹਮਣੇ ਜਦੋਂ ਉਹਦੀ ਮਾਂ ਆਪਣੇ ਪਿਓ ਦੇ ਨਾਲ ਝੂਠ ਬੋਲਦੀ ਆ ਤੇ ਬੱਚੇ ਨੂੰ ਪਤਾ ਨਹੀਂ ਮਾਂ ਨੇ ਝੂਠ ਬੋਲਿਆ, ਤੇ ਉਹ ਬੱਚਾ ਸਿੱਖੂਗਾ। ਜਦੋਂ ਮਾਂ ਇੱਕ ਉਹਦੇ ਬੱਚੇ ਦੇ ਸਾਹਮਣੇ ਸੱਚ ਨੂੰ ਪ੍ਰਗਟ ਕਰੇਗੀ, ਜਾਂ ਪਿਓ ਮਾਂ ਦੇ ਸਾਹਮਣੇ ਸੱਚ ਨੂੰ ਪ੍ਰਗਟ ਕਰੇਗਾ, ਕਿਉਂਕਿ ਬੱਚੇ ਦੇ ਦਿਮਾਗ ਦੇ ਵਿੱਚ ਦਾ ਡੀਪ ਮਾਈਂਡ ਜਿਹੜੀ ਮੈਮਰੀ ਹੁੰਦੀ ਆ, ਉਹ ਬੜੀ ਪ੍ਰੈਕਟੀਕਲ ਆ, ਉਹ ਜ਼ਿਆਦਾ ਕਿਤਾਬੀ ਗਿਆਨ ਨਹੀਂ। ਹੁਣ ਜਿੱਥੇ ਮੈਂ ਕੱਪੜੇ ਰੱਖੇ, ਹੁਣ ਮੰਨ ਲਓ ਇੱਕ ਚੀਜ਼ ਨੂੰ ਨੋਟਿਸ ਕਰੀਏ, ਮੈਂ ਬਾਹਰੋਂ ਆਇਆ, ਮੈਂ ਸਕੂਟਰੀ ਦੀ ਚਾਬੀ ਕੱਢੀ, ਮੈਨੂੰ ਘੱਟੋ ਘੱਟ 20-25 ਸੈਕਿੰਡ ਲੱਗਣਗੇ ਨਿੱਜਰ ਸਾਹਿਬ ਉਸ ਚਾਬੀ ਨੂੰ ਸਹੀ ਜਗ੍ਹਾ ਤੇ ਪਹੁੰਚਾਉਣ ਦੇ, ਰਾਈਟ। ਇੱਕ ਤੇ ਛੋਟਾ ਜਿਹਾ ਕੰਮ ਹੈ। ਜੇ ਮੈਂ ਥੋੜਾ ਜਿਹਾ ਦਿਮਾਗ ਨਾ ਵਰਤਾਂ, ਰਸ਼ ਦੇ ਵਿੱਚ ਆ, ਮੈਂ ਚਾਬੀ ਇੱਧਰ ਉੱਧਰ ਰੱਖ ਦਾਂ, ਉਹ ਜਿਹੜੀ ਚਾਬੀ ਲੱਭਣ ਲੱਗਿਆ ਮੈਨੂੰ 15-20 ਮਿੰਟ, ਅੱਧਾ ਘੰਟਾ ਮੇਰਾ ਖਰਾਬ ਹੋਵੇਗਾ, ਕਿਉਂਕਿ ਮੈਂ ਉਸ ਚੀਜ਼ ਨੂੰ, ਉਹ 20 ਸੈਕਿੰਡ ਜਿਹੜੇ ਮੈਂ ਉਹਨਾਂ ਨੂੰ ਬਚਾਉਣ ਦੇ ਲਈ ਮੈਂ ਆਪਣੇ ਜੀਵਨ ਦੇ 25-30 ਮਿੰਟ ਗਵਾਉਣੇ, ਉਹਨੂੰ ਲੱਭਣਾ ਫਿਰ। ਔਰ ਅਕਸਰ ਦੇਖੋ, ਆਪਨੇ ਕਦੇ ਨੋਟਿਸ ਕੀਤਾ ਕਿ ਆਟਾ ਗਵਾਚ ਗਿਆ ਨਿੱਜਰ ਸਾਹਿਬ? ਆਟਾ ਗਵਾਚ ਗਈ ਕਿਤੇ? ਨਹੀਂ। ਹਾਂ, ਸਬਜ਼ੀ ਗਵਾਚ ਜਾਂਦੀ ਆਪਣੇ ਘਰਾਂ 'ਚ? ਨਹੀਂ। ਹੈਂ, ਕਿਉਂ ਨਹੀਂ ਗਵਾਚਦੀ? ਉਹਨਾਂ ਦੀ ਜਗ੍ਹਾ ਬਣਾਈ ਹੋਈ ਆਪਾਂ ਘਰਾਂ 'ਚ, ਸਾਨੂੰ ਪਤਾ ਹੈ ਸਬਜ਼ੀ ਕਿੱਥੇ ਮਿਲੂਗੀ। ਇੱਕ ਡਾਈਨਿੰਗ ਟੇਬਲ ਉੱਥੇ ਆ ਜਾਂ ਫ੍ਰਿਜ ਦੇ ਵਿੱਚ ਆ, ਆਟਾ ਕਿੱਥੇ ਆ? ਭੜੋਲੀ ਦੇ ਵਿੱਚ ਪਾਇਆ ਹੈ, ਉਹਦੀ ਇੱਕ ਜਗ੍ਹਾ ਵਾ। ਆਮ ਤੁਸੀਂ ਵੇਖਿਆ ਨੀ ਘਰਾਂ 'ਚ ਲੋਕੀ ਚੀਜ਼ਾਂ ਲੱਭਦੇ ਰਹਿੰਦੇ ਨੇ, ਚੀਜ਼ਾਂ ਗਵਾ ਜਾਂਦੀਆਂ ਨੇ, ਉਹ ਮੇਰੀ ਚੀਜ਼ ਵੇਖੀ, ਉਹ ਮੇਰੀ ਚੀਜ਼ ਵੇਖੀ, ਉਹ ਲੱਭਦੇ ਰਹਿਣਗੇ, ਕਿਉਂਕਿ ਜਿੱਥੇ ਦਿਲ ਕਿਤੇ ਉੱਥੇ ਹੀ ਸੁੱਟਦੀ, ਮੁੜ ਕੇ ਨੂੰ ਲੱਭਦੇ ਰਹੋ। ਇਹ ਵੀ ਇੱਕ ਜ਼ਿੰਦਗੀ ਦਾ ਇੱਕ ਬੜਾ ਵੱਡਾ ਸਬਕ ਆ। ਜਦੋਂ ਆਪਾਂ ਜੀਵਨ ਨੂੰ ਚੰਗੀ ਤਰ੍ਹਾਂ ਸਮਝਦੇ ਨਾ, ਧਰਮ ਦਾ ਮਤਲਬ ਕੀ ਹੈ ਕਿ ਜੀਵਨ ਨੂੰ ਇੱਕ ਬੜੇ ਤਰੀਕੇ ਨਾਲ, ਕਾਨੂੰਨਾਂ ਦੇ ਨਾਲ, ਇੱਕ ਮਰਿਆਦਾ ਦੇ ਵਿੱਚ ਬਤੀਤ ਕਰਨਾ। ਕਿਉਂਕਿ ਜ਼ਿੰਦਗੀ ਕੋਈ ਇਹ ਨਹੀਂ ਆ ਕਿ ਹੁਣ ਇੱਥੇ ਉਹ ਕੋਈ ਆਪਾਂ, ਮੈਂ ਹੁਣ ਸੁੱਟਦਾ ਲਿਫਾਫਾ ਘਰੇ, ਮੰਨ ਲਓ ਮੈਂ ਘਰੇ ਬੈਠਾ, ਮੈਂ ਇੱਕ ਚੀਜ਼ ਕੀਤੀ, ਮੈਂ ਇੱਕ ਪੈਕਿੰਗ ਖੋਲੀ, ਲਿਫਾਫਾ ਇੱਥੇ ਸੁੱਟਦਾ ਕੋਈ ਗੱਲ ਨਹੀਂ, ਬਾਹਰ ਦੀ ਗੱਲ ਤੇ ਬੜੀ ਦੂਰ ਦੀ ਗੱਲ, ਪਹਿਲਾਂ ਆਪਾਂ ਘਰੇ ਤੇ ਸਿਸਟਮ ਲਿਆਈਏ। ਹੁਣ ਉਹ ਜਿਹੜਾ ਮੇਰਾ ਸੁੱਟਿਆ ਲਿਫਾਫਾ ਨਿੱਜਰ ਸਾਹਿਬ, ਕਿਸੇ ਨੂੰ ਤੇ ਚੁੱਕਣਾ ਪੈਣਾ ਨਾ। ਬਿਲਕੁਲ। ਹੁਣ ਇੱਕ ਘਰ ਦਾ ਬੰਦਾ ਵਾ, ਉਹਦਾ ਕੰਮ ਹੈ ਹਾਊਸ ਕੀਪਿੰਗ, ਚਲੋ ਘਰ ਮਾਂ ਦਾ ਫਰਜ਼ ਆ, ਉਹ ਮਾਂ ਤੇ ਮੈਂ ਸੋਚਦਾ ਮਲਟੀ ਟਾਸਕਰ, ਕੋਲ ਕਿੰਨੇ ਕੰਮ ਹੈਗੇ, ਮਾਂ ਵੀ ਹੈਗੀ ਆ, ਇੱਕ ਪਤਨੀ ਵੀ ਹੈਗੀ ਆ, ਇੱਕ ਲਾਉਂਡਰੀ ਮੈਨ ਆ, ਇੱਕ ਕੁੱਕ ਹੈਗੀ ਆ, ਉਹ ਇੱਕ ਬੇਬੀ ਕੇਅਰ ਟੇਕਰ ਆ, ਉਹ ਪਤਾ ਹੀ ਨਹੀਂ ਉਹਦੀਆਂ ਡਿਊਟੀਆਂ ਕਿੰਨੀਆਂ, ਇੱਕ ਟੀਚਰ ਵੀ ਆ, ਛੋਟੇ ਬੱਚੇ ਨੂੰ ਪੜ੍ਹਾਉਂਦੀ ਵੀ ਆ। ਹੁਣ ਤੁਸੀਂ ਡਿਊਟੀਆਂ ਦੀਆਂ ਵੇਖ ਲਓ ਕਿੰਨੀਆਂ ਡਿਊਟੀਆਂ, ਹਨਾ। ਇੱਕ ਨਰਸ ਹੈਗੀ ਆ, ਛੋਟੀ ਮੋਟੀ ਦਵਾਈ ਵੀ ਦਿੰਦੀ ਬੱਚਿਆਂ ਨੂੰ ਰਾਤ ਬਰਾਤੇ, ਤੁਸੀਂ ਇਹਦੀਆਂ ਡਿਊਟੀਆਂ ਵੇਖੋ। ਪਰ ਇੱਕ ਹੱਦ ਤੱਕ ਉਹ ਵੀ ਚਾਹੁੰਦੀ ਆ ਕਿ ਮੇਰੇ ਕੰਮ ਨੂੰ ਐਪਰੀਸ਼ੀਏਟ ਕੀਤਾ ਜਾਵੇ। ਦੇਖੋ ਬੱਚੇ ਪਤਾ ਕੀ ਸੋਚਦੇ ਆ, ਬੱਚੇ ਹੁਣ ਆਮ ਜਿਹੜੇ ਬਾਹਰ ਦੇ ਮੁਲਕਾਂ 'ਚ ਬੱਚੇ ਜਾਂਦੇ ਨੇ ਤੇ ਕਹਿੰਦੇ ਬੜਾ ਕੰਮ ਪੈਂਦਾ, ਬੜਾ ਕੰਮ ਪੈਂਦਾ।
ਪਰ ਸਾਨੂੰ ਛੋਟੇ ਹੁੰਦਿਆਂ ਨੂੰ ਹੀ ਸਾਡੇ ਮਾਪਿਆਂ ਨੇ ਕੰਮ ਚਲਾਇਆ ਸੀ। ਕਿਤੇ ਕੰਮ ਨਾਲ ਘਰ ਦੇ ਕੰਮ ਨਹੀਂ ਰੱਖੇ ਨੇ ਜਗ੍ਹਾ ਵਹੀਂ ਫਾਰਮ ਚ ਅਸੀਂ ਖੁਦ ਹੀ ਕੰਮ ਕਰਦੇ ਸਾਂ। ਮੰਮੀ ਵੀ ਇੱਥੋਂ ਤੱਕ ਜਦੋਂ ਕਣਕਾਂ ਕੁਣਕਾਂ ਦੀਆਂ ਭਰੀਆਂ ਚੁੱਕਣੀਆਂ ਅਸੀਂ ਆਪ ਹੀ ਸਾਰਾ ਮੋਸਟਲੀ ਕੰਮ ਕਰਨਾ। ਉਹਦਾ ਕਾਰਨ ਇਹੋ ਹੀ ਸੀ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਮਿਹਨਤ ਹੈ ਨਾ ਉਹ ਬੜੀ ਜ਼ਰੂਰੀ ਹੈ। ਹੁਣ ਇੱਥੇ ਵੇਖੋ ਮਾਂ ਪਿਓ ਦੀ ਬੜੀ ਵੱਡੀ ਡਿਊਟੀ ਆ। ਜਦੋਂ ਉਹ ਥੋੜੇ ਜਿਹੇ ਬੁੱਢੇ ਹੋ ਜਾਂਦੇ ਆ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਦੀ ਬੜੀ ਵੱਡੀ ਡਿਊਟੀ ਆ ਕਿ ਜਿਹੜਾ ਮਾਂ ਪਿਓ ਨੇ ਇੱਕ ਪਲੇ ਅਦਾ ਕੀਤਾ ਹੈ। ਦੇਖੋ ਜਵਾਨੀ 'ਚ ਬੰਦੇ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਮੈਂ ਇਹ ਕਹਿੰਦਾ ਜਵਾਨੀ 'ਚ ਕਿੱਦਾਂ ਦਾ ਮਰਜ਼ੀ ਜੀਵਨ ਲੰਘ ਜੇ ਨਾ ਇਜ਼ ਨਾਟ ਅ ਬਿਗ ਪ੍ਰੋਬਲਮ। ਪ੍ਰੋਬਲਮ ਹੈ ਕਿ ਜਦੋਂ ਆਪਣੀ ਏਜ ਹੋ ਜਾਂਦੀ ਹੈ ਔਰ ਉਦੋਂ ਜਿਨ੍ਹਾਂ ਨੂੰ ਅਸੀਂ ਪਿਆਰ ਕੀਤਾ ਹੋਵੇ ਔਰ ਜਿਨ੍ਹਾਂ ਦੇ ਮਗਰ ਅਸੀਂ ਸਟਰਗਲ ਕੀਤਾ ਹੋਵੇ। ਆਪ ਇੱਕ ਜਸਟ ਚੀਜ਼ ਨੂੰ ਮੇਰੀ ਨੂੰ ਛੋਟੀ ਜਿਹੀ ਗੱਲ ਨੂੰ ਪੜ੍ਹਿਓ। ਜੇਕਰ ਆਪ ਨੇ ਦੁਖੀ ਹੋਣਾ ਹੈ, ਸੱਚੀ ਦੁਖੀ ਹੋਣਾ ਚਾਹੁੰਦੇ ਜੋ, ਜਿਹੜੇ ਤੁਹਾਡੇ ਘਰ ਬਜ਼ੁਰਗ ਹੈ ਨਾ ਉਹਨਾਂ ਨੂੰ ਇਗਨੋਰ ਕਰਨਾ ਸ਼ੁਰੂ ਕਰ ਦਿਓ। ਬਿਲਕੁਲ ਇਗਨੋਰ ਕਰੋ ਨਾ। ਤੁਸੀਂ ਦੇਖੋਗੇ ਤੁਹਾਡੇ ਘਰ ਦੇ ਵਿੱਚ ਇੱਕ ਐਸੀ ਨੈਗੇਟਿਵ એનર્ਜੀ ਆ ਜਾਣੀ ਆ, ਤੁਹਾਨੂੰ ਕਾਫੀ ਜ਼ਿਆਦਾ ਪ੍ਰੋਬਲਮ ਹੋ ਜਾਣੀ। ਤੁਹਾਨੂੰ ਪਤਾ ਨਹੀਂ ਲੱਗਣਾ, ਤੁਸੀਂ ਫੀਲ ਹੀ ਨਹੀਂ ਕਰ ਪਾਉਂਦੇ। ਆਮ ਇਹੋ ਤੇ ਬੰਦੇ ਦੀ ਪ੍ਰੋਬਲਮ ਹੈ। ਜਿੱਥੇ ਆਪਾਂ ਆਪਣੀ ਇਹ ਇੱਕ ਬਹੁਤ ਵੱਡੀ ਡਿਊਟੀ ਆ। ਆਪ ਜਸਟ ਸੋਚੋ ਜਿਹੜੇ ਬੰਦੇ ਨੇ ਪੂਰੀ ਹਾਰਡ ਵਰਕਿੰਗ ਕੀਤੀ ਆ ਔਰ ਮਿਹਨਤ ਕੀਤੀ ਆ, ਇੱਥੇ ਬਜ਼ੁਰਗਾਂ ਦੀ ਵੀ ਡਿਊਟੀ ਬਣਦੀ ਆ। ਹੁਣ ਜਦੋਂ ਬੁੱਢੇ ਹੋ ਗਏ ਆ ਉਹਨੂੰ ਕਹਿੰਦੇ ਵਾਨਪ੍ਰਸਥ ਜੀਵਨ। ਆਪਣੇ ਆਪ ਦੀਆਂ ਡਿਊਟੀਆਂ ਘਟਾਓ, ਥੋੜਾ ਜਿਹਾ ਲੋਡ ਪਾਓ ਬੱਚੇ ਤੇ। ਹੁਣ ਕੁੜੀ ਨਵੀਂ ਆ ਗਈ ਆ। ਪ੍ਰੋਬਲਮ ਇਹ ਹੁੰਦੀ ਆ ਕਿ ਸੱਚ ਦੀ ਗ੍ਰਿਪ ਬੜੀ ਵੱਜ ਜਾਂਦੀ ਹੈ ਜਗ੍ਹਾ ਬਹੁਤ। ਔਰ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਹੈ ਜਦੋਂ ਉਹ ਆਪਾਂ ਸਾਰਾ ਕੁਝ ਕੰਟਰੋਲ ਕਰਨਾ ਚਾਹੁੰਦੇ ਆ ਤੇ ਫਿਰ ਉਹ ਕੋਈ ਜੈਲਸੀ ਫੀਲ ਕਰਦੇ। ਇਸ ਕਰਕੇ ਇਸ ਨੂੰ ਬੈਲੈਂਸਿੰਗ ਕਰਨਾ ਵਾ, ਸਿਸਟਮੈਟਿਕਲੀ ਚਲਾਉਣਾ ਹੈ ਤਾਂ ਜੋ ਆਹ ਜਿਹੜੀ ਸਿਚੁਏਸ਼ਨ ਹੈ ਨਾ ਜਿਹੜੀ ਕਬੀਰ ਜੀ ਕਹਿ ਰਹੇ ਨੇ ਇਹ ਸਾਡੇ ਸਾਹਮਣੇ ਪੈਦਾ ਨਾ ਹੋਵੇ। ਜਦੋਂ ਆਪਾਂ ਉਸ ਚੀਜ਼ ਨੂੰ ਕੰਟਰੋਲ ਕਰਾਂਗੇ ਲੋੜ ਤੋਂ ਜ਼ਿਆਦਾ, ਫਿਰ ਅਗਲਿਆਂ ਨੇ ਜਜ਼ਬਾਤੀ ਹੋਣਾ ਵਾ। ਅਗਲਿਆਂ ਨੇ ਸੋਚਣਾ ਕਿ ਕਿਹੜੇ ਵੇਲੇ ਇਹ ਬੰਦਾ ਘਰੋਂ ਬਾਹਰ ਚੱਲ ਜੇ ਜਾਂ ਮੈਂ ਘਰੋਂ ਬਾਹਰ ਚੱਲ ਜਾ। ਜਦ ਤੱਕ ਇਕਨੋਮਿਕਲੀ ਤੁਹਾਡੇ ਅੰਡਰ ਹੈ ਕੋਈ ਬੰਦਾ, ਉਹ ਤੁਹਾਡਾ ਮਾਣ ਨਹੀਂ ਕਰ ਰਿਹਾ, ਉਹ ਮਜਬੂਰ ਹੈ ਬਸ ਉਹ ਕੋ ਆਪਸ਼ਨ ਨਹੀਂ ਹੈਗਾ। ਪਰ ਜਿੱਦਣ ਕੋਈ ਚਾਰ ਦੁੱਖੀਆਂ ਆ ਗਈਆਂ ਸਭ ਤੋਂ ਪਹਿਲਾਂ ਉਹ ਬੰਦਾ ਤੁਹਾਡੇ ਤੋਂ ਦੂਰ ਭੱਜੇਗਾ ਕਿਉਂਕਿ ਤੁਸੀਂ ਉਹਨੂੰ ਕਾਫੀ ਟੌਰਚਰ ਕੀਤਾ। ਔਰ ਉਹ ਦੇਖੋ ਬਾਉਂਡ ਕਿੱਥੋਂ ਬਣਦਾ ਰਿਸ਼ਤਾ। ਮਾਂ ਪਿਓ ਦਾ ਰਿਸ਼ਤਾ ਕੋਈ ਇਹ ਨਹੀਂ ਹੁੰਦਾ ਕਿ ਬੱਚਿਆਂ ਦੇ ਲਈ ਆਪਾਂ ਬੜੇ ਘਰ ਬਣਾ ਤੇ ਗੱਡੀਆਂ ਲੈ ਦਿੱਤੀਆਂ, ਉਹਨਾਂ ਨੂੰ ਚੰਗੇ ਕਾਲਜਾਂ 'ਚ ਭੇਜਤਾ। ਉਹ ਏਡੇ ਮੈਟਰ ਨਹੀਂ ਕਰਦਾ। ਉਹ ਬੱਚਿਆਂ ਦੇ ਨਾਲ ਸਾਨੂੰ ਥੋੜਾ ਜਿਹਾ ਟਾਈਮ ਸਪੈਂਡ ਕਰਨਾ। ਔਰ ਖਾਸ ਕਰਕੇ ਜਿਹੜੇ ਬਾਹਰ ਦੇ ਮੁਲਕਾਂ 'ਚ ਮਾਂ ਬਾਪ ਹੈਗੇ ਆ, ਮੈਂ ਉਹਨਾਂ ਨੂੰ ਰਿਕੁਐਸਟ ਕਰਨਾ ਚਾਹੁੰਦਾ ਥੋੜਾ ਜਿਹਾ ਸਮਾਂ ਆਪਣੇ ਬੱਚਿਆਂ ਦੇ ਨਾਲ ਦਵੋ, ਉਹਨਾਂ ਦੇ ਨਾਲ ਰਹੋ ਕਿਉਂਕਿ ਉਹ ਅਟੈਚਮੈਂਟ ਮੁੜ ਕੇ ਇੱਕਦਮ ਨਹੀਂ ਗਰੋ ਹੋਣੀ। ਕਿੱਥੋਂ ਕਰ ਲਓਗੇ ਤੁਸੀਂ? ਆਪ ਇੱਕ ਚੀਜ਼ ਨੂੰ ਸਮਝੋ, ਜਿੱਥੇ ਇੱਕ ਅੱਧਾ ਘੰਟਾ ਰੋਜ਼ ਜਿਹੜੀ ਦੇਣਾ ਵਾ ਤੁਹਾਡੀ ਬਾਉਂਡ ਬਣਨੀ ਆ। ਤੁਸੀਂ ਕੁਛ ਵੀ ਨਹੀਂ ਕਹਿਣਾ, ਬੱਚਿਆਂ ਨੂੰ ਇੱਕ ਕੰਮ ਕਹਿਣਾ ਕਿ ਪੁੱਤ ਸਾਰੇ ਦਿਨ 'ਚ ਕੀ ਕੀਤਾ ਸੁਣਾ ਦੇ ਮੈਨੂੰ। 10 ਮਿੰਟ ਦੀ ਗੇਮ ਹੈਗੀ ਹੈ, ਕੋਈ ਵੱਡੀ ਗੇਮ ਨਹੀਂ। ਔਰ ਵੇਖੋ ਫਿਰ ਤੁਹਾਨੂੰ ਨਾ ਉਹ ਕਈ ਗੱਲਾਂ ਉਹ ਵੀ ਦੱਸੂਗਾ ਜਿਹੜਾ ਬੱਚਾ ਫੇਸ ਕਰ ਰਿਹਾ ਸਿਚੁਏਸ਼ਨ, ਤੁਹਾਨੂੰ ਆਪਣੀਆਂ ਪਰਸਨਲ ਪ੍ਰੋਬਲਮ ਦੱਸੂਗਾ। ਹੁਣ ਤੁਸੀਂ ਪੁੱਛਿਆ ਹੀ ਨਹੀਂ ਔਰ ਕੋ ਕੁਛ, ਉਹ ਤੇ ਚੈਪਟਰ ਉਹਦੇ ਅੰਦਰ ਹੀ ਰਹਿ ਗਏ। ਪਰ ਫਿਰ ਜਦੋਂ ਬੱਚਾ ਵੱਡਾ ਹੋ ਗਿਆ ਉਹ ਬੱਚਾ ਆਪਣੇ ਅੰਦਰ ਹੀ ਸਾਰਾ ਕੁਛ ਮੇਟ ਕੇ ਬੈਠ ਗਿਆ। ਤੇ ਜਦੋਂ ਆਪਾਂ ਸ਼ੁਰੂ ਜਾਂ ਉਹਦਾ ਸੁਣਦਾ ਵਾ, ਉਹਦੀ ਕਹਾਣੀ ਸੁਣਦੇ ਆ ਕਿ ਪੁੱਤ ਕੀ ਹੋਇਆ, ਫਿਰ ਉਹ ਦੱਸਦਾ ਤੁਹਾਨੂੰ ਦੱਸੂਗਾ। ਤਾਂ ਇੱਥੇ ਵੀ ਕੰਮ ਕਰਨਾ ਜ਼ਰੂਰੀ ਹੈ। ਔਰ ਫੈਮਿਲੀ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਆ। ਇਹ ਰਿਸ਼ਤੇ ਕਿਉਂ ਖਰਾਬ ਹੋ ਜਾਂਦੇ ਨੇ, ਆਪਾਂ ਇੱਕ ਦੂਜੇ ਤੋਂ ਕਿਉਂ ਅਲੱਗ ਹੋ ਜਾਂਦੇ ਆ ਔਰ ਏਡੇ ਵਧੀਆ ਸਾਡੇ ਘਰ ਸਿਸਟਮ ਆ ਫਿਰ ਵੀ ਇੰਨੇ ਅਸੀਂ ਕਾਮਯਾਬ ਕਿਉਂ ਨਹੀਂ? ਕੀ ਹੋ ਗਿਆ? ਅੱਜ ਕੱਲ ਜੁਆਇੰਟ ਫੈਮਿਲੀ ਕਿਉਂ ਟੁੱਟ ਕੇ ਨਿਊਕਲੀਅਰ ਫੈਮਿਲੀ ਹੋ ਗਈ ਆ? ਹਰ ਕੋਈ ਚਾਹੁੰਦਾ ਇਕੱਲਾ, ਹਰ ਕੋਈ ਚਾਹੁੰਦਾ ਆਜ਼ਾਦੀ। ਆਜ਼ਾਦੀ ਕੋਈ ਮਾੜੀ ਚੀਜ਼ ਨਹੀਂ ਆ, ਪਰ ਘਰ ਦੇ ਵਿੱਚ ਬਜ਼ੁਰਗ ਵੀ ਬੜੇ ਜ਼ਰੂਰੀ ਨੇ। ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਨਹੀਂ ਹੁੰਦੇ ਉਹਨਾਂ ਘਰਾਂ ਦੀ ਜਿਹੜੇ ਬੱਚੇ ਦੀ ਗਰੋਥ ਹੁੰਦੀ ਹੈ ਨਾ ਉਹ ਕਾਫੀ ਡਾਊਟਫੁਲ ਹੋ ਜਾਂਦੀ ਹੈ। ਪਰ ਬਜ਼ੁਰਗਾਂ ਦਾ ਵੀ ਇੱਥੇ ਬਹੁਤ ਵੱਡਾ ਪਲੇ ਆ। ਕੋਈ ਚੀਜ਼ ਨੁਕਸਾਨ ਹੁੰਦੀ ਹੈ, ਪਤਾ ਦਿਖਦਾ ਪਿਆ ਸਾਹਮਣੇ, ਪਤਾ ਮੈਨੂੰ $10-20 ਦਾ ਨੁਕਸਾਨ ਹੋ ਗਿਆ, ਚੁੱਪ ਕਰਕੇ ਅੱਖਾਂ ਘੁਮਾ ਲਓ ਤੇ ਸਾਈਡ ਤੇ ਹੋ ਜਾਓ। ਜਦੋਂ ਆਪਾਂ ਉਸ ਚੀਜ਼ ਦੇ ਵਿੱਚ ਇੰਟਰਫੇਅਰੈਂਸ ਕਰਦੇ ਹਾਂ ਨਾ, ਬਜ਼ੁਰਗਾਂ ਦਾ ਇੱਕ ਬਹੁਤ ਵੱਡਾ ਇੱਕ ਪਲੇ ਹੈਗਾ। ਛੋਟੇ ਮੋਟੇ ਨੁਕਸਾਨ ਦੇ ਵਿੱਚ ਨਾ ਬੋਲਿਆ ਕਰੋ। ਹੁਣ ਕਈ ਵਾਰੀ ਮੈਂ ਵੇਖਦਾ ਵਾਂ ਜਦੋਂ ਕਈ ਔਰਤਾਂ ਤੇ ਹਸਬੈਂਡ ਵਾਈਫ ਦੀ ਵੀ ਇੱਕ ਪ੍ਰੋਬਲਮ ਹੁੰਦੀ। ਥੋੜਾ ਕਈਆਂ 'ਚ ਹਰ ਕੋਈ ਬੰਦੇ 'ਚ 2-4 ਔਗਣ ਹੁੰਦੇ ਆ।
ਔਰ ਉਹ ਵਾਈਫ ਕਹਿ ਲਓ ਜਾਂ ਹਸਬੈਂਡ ਕਹਿ ਲਓ, ਜਦੋਂ ਬੱਚਿਆਂ ਨੂੰ ਇੱਕ ਦੂਜੇ ਦੇ ਖਿਲਾਫ ਭੜਕਾਉਂਦੇ ਨੇ ਜਾਂ ਸਾਹਿਬ, ਇਹਦੇ ਵਿੱਚ ਵੀ ਬੜਾ ਵੱਡਾ ਉਪਨ ਜੀ, ਬਹੁਤ ਵੱਡਾ ਹੈ। ਬਿਲਕੁਲ ਸਹੀ ਗੱਲ। ਔਰ ਆਮ ਕਰਕੇ ਲੋਕੀ ਕਰਦੇ ਨੇ, ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਕਲੋਜ਼ ਹੋ ਜਾਣ। ਉਹ ਕੀ ਕਰਦੇ ਆ ਕਿ ਇਹ ਆਪਣੇ ਪਿਓ ਦੇ ਬਰਖਲਾਫ ਭੜਕਾਈ ਜਾਂਦੇ ਆ। ਜਨਰਲੀ ਜਿਹੜਾ ਹੈਗਾ ਇਹ ਹੁੰਦਾ ਹੈ, ਜਨਰਲੀ ਹੋ ਜਾਂਦਾ। ਹਾਂ, ਤੇ ਜੇ ਸਭ ਦਾ ਕਿੰਨਾ ਡੈਮੇਜ ਹੁੰਦਾ ਮੁੜ ਕੇ। ਬਿਲਕੁਲ ਹਨਾ, ਉਹ ਫਿਰ ਉਹਨਾਂ ਦੇ ਮਨ 'ਚ ਕੀ ਪਾ ਦਿੰਦੇ ਕਿ ਤੁਹਾਡਾ ਪਿਓ ਆ ਨਾ ਜਿਹੜਾ, ਉਹ ਸਹੀ ਨਹੀਂ ਹੈ, ਇਜ਼ ਨਾਟ ਅ ਗੁੱਡ ਪਰਸਨ। ਫਿਰ ਉਹਨੂੰ ਬਾਰ-ਬਾਰ ਕਹੀ ਜਾਓ। ਔਰ ਇੱਕ ਦਿਨ ਉਹਨਾਂ ਦੇ ਬੱਚਿਆਂ ਦੇ ਮਨ 'ਚ ਤੋਂ ਪਿਓ ਦੀ ਇਮੇਜ ਬਣ ਜਾਣੀ ਆ ਕਿ ਇਹ ਬੰਦਾ ਹੈ ਹੀ ਨਹੀਂ ਸਹੀ। ਫਿਰ ਉਹਨੂੰ ਕਿੱਥੋਂ ਸਹੀ ਕਰ ਦੋਗੇ? ਉਹਨੂੰ ਕਰ ਦੋਗੇ 15 ਸਾਲ ਉਹਦੇ ਦਿਮਾਗ 'ਚ ਸੀ, ਅਨਕੌਂਸ਼ੀਅਸ ਮਾਈਂਡ 'ਚ ਇੰਨਾ ਗੰਦ ਭਰਤਾ, ਫਿਰ ਇੱਕ ਸਮਾਂ ਆਊਗਾ ਔਰ ਉਹਨੂੰ ਉਹ ਚੀਜ਼ਾਂ ਹੀ ਦਿਖਣੀਆਂ, ਹੋਰ ਤਾਂ ਕੁਝ ਰਹਿ ਹੀ ਨਹੀਂ ਜਾਣਾ। ਇਹ ਜਿਹੜੀ ਕਥਾ ਚੱਲਣੀ ਅੱਜ ਦੀ, ਆਪਾਂ ਵੇਖਦੇ ਬਾਣੀ ਆਪਾਂ ਨੂੰ ਕੀ ਸਮਝਾਉਂਦੀ ਆ। ਕਬੀਰ ਜੀ ਕਿੰਨੇ ਸਾਲ ਪਹਿਲਾਂ ਲੈ ਕੇ ਗਏ ਨੇ, ਅਸਲ ਕਹਿੰਦੇ ਕੀ ਹੈ? ਹਾਂਜੀ ਨਿਜਰ ਸਾਹਿਬ। ਜੀਵਤ ਪਿਤਰ ਨਾ ਮਾਨੇ ਕੋ ਮੂਏ ਸਿਰਾਦ ਕਰਾਹੀ, ਪਿਤਰ ਵੀ ਵਪਰੇ ਕਿਉਂ ਕਰ ਕਹੋ ਕਿਉਂ ਭਾਵੇਂ ਕਊਆ ਕੂਕਰ ਖਾਹੀ। ਕਹਿੰਦੇ ਜਿਉਂਦੇ ਜੀ ਤਾਂ ਮੰਨਦੇ ਨਹੀਂ ਆ, ਉਹਨਾਂ ਨੂੰ ਵਿਚਾਰਿਆਂ ਦੀ ਸੇਵਾ ਨਹੀਂ ਕਰਦੇ, ਕੇਅਰ ਨਹੀਂ ਕਰਦੇ, ਔਰ ਮਰ ਜਾਂਦੇ ਆ ਤੇ ਬੜਾ ਜਿਹੜਾ ਹੈਗਾ ਫਿਰ ਇਕੱਠ ਕਰਦੇ ਆ, ਬੜਾ ਜਿਹੜਾ ਪੈਸਾ ਖਰਚ ਕਰਦੇ ਆ, ਸਰਾਧ ਕਰਦੇ ਆ ਭਾਈ। ਤੇ ਉਹ ਉਹਨਾਂ ਦਾ ਜਿਹੜਾ ਦਾਨ ਕੀਤਾ ਹੋਇਆ ਉਹਨਾਂ ਨੂੰ ਵਿਚਾਰਿਆਂ ਨੂੰ ਪਿਤਰਾਂ ਨੂੰ ਕਿਵੇਂ ਮਿਲ ਜੂਗਾ ਭਾਈ? ਕਾਵਾਂ ਦੇ ਕੋਠੇ ਤੇ ਰੱਖ ਦਿੰਦੇ ਆ, ਵੱਧ ਤੋਂ ਵੱਧ ਜਿਹੜਾ ਇੱਧਰ ਉੱਧਰ ਪਾ ਦਿੰਦੇ ਆ, ਬਸ ਉਹ ਜਿੱਤੇ ਵੀ ਉਹ ਫਿਰ ਕਾਂ ਲੈ ਜਾਂਦੇ ਆ ਜਾਂ ਕੁੱਤੇ ਖਾ ਜਾਂਦੇ ਆ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਬਾਣੀ 'ਚ ਆਪਾਂ ਨੂੰ ਇਹ ਸਮਝਾਇਆ ਗਿਆ ਕਿ ਜਦੋਂ ਬੰਦਾ ਜਿਉਂਦਾ ਸੀ, ਅਸਲ ਦੇ ਵਿੱਚ ਉਹਦੇ ਸਾਹਮਣੇ ਤੁਹਾਨੂੰ ਉਹ ਪਲੇ ਕਰਨਾ ਚਾਹੀਦਾ। ਉਹ ਖਾਣਾ ਖੂਣਾ ਜਿਹੜਾ ਖਵਾਉਣ ਦਾ ਮਤਲਬ ਇਹ ਵੀ ਸੀ ਕਿ ਤੁਸੀਂ ਸੇਵਾ ਕਰਨੀ ਆ। ਸੇਵਾ ਦਾ ਮਤਲਬ ਇਹ ਹੁੰਦਾ, ਦੇਖੋ ਸੇਵਾ ਦਾ ਮਤਲਬ ਤੇ ਇਹੋ ਹੀ ਆ ਕਿ ਗ੍ਰੈਟੀਟਿਊਡ, ਕਿਉਂਕਿ ਉਹਨਾਂ ਨੇ ਬਹੁਤ ਕੰਮ ਕੀਤਾ ਔਰ ਤੁਹਾਡੀ ਕਾਫੀ ਸਪੋਰਟ ਕੀਤੀ, ਤੁਹਾਡੇ ਸਿਰ ਤੇ ਛੱਤ ਹੈਗੀ, ਤੁਸੀਂ ਇੱਕ ਚੰਗੇ ਸਕੂਲ 'ਚ ਪੜ੍ਹੇ, ਇੱਕ ਕਾਲਜ 'ਚ ਪੜ੍ਹੇ, ਤੁਹਾਨੂੰ ਸਪੋਰਟ ਕੀਤਾ। ਇਹਨਾਂ ਦੇ ਮਾਂ ਪਿਓ ਸਪੋਰਟ ਨਹੀਂ ਕਰਦੇ, ਉਹਨਾਂ ਦੇ ਹਾਲਾਤ ਵੇਖੋ ਜਾ ਕੇ, ਕਾਫੀ ਔਖਾ ਹੈ। ਇੱਕ ਸਕੂਲ ਦੀ ਫੀਸ, ਮੈਂ ਬਹੁਤ ਔਖੇ ਤੋਂ ਔਖਾ ਟਾਈਮ ਵੇਖਿਆ, ਬੇਸ਼ੱਕ ਥੋੜੀ ਫੀਸਾਂ ਹੀ ਹੁੰਦੀਆਂ ਸੀ। ਜਦੋਂ ਹੁਣ ਆਮ ਇਹਨਾਂ ਬੱਚੇ, ਉਹਨਾਂ ਵਿਚਾਰਿਆਂ ਕੋਲ ਪੜ੍ਹਾਈ ਜੋਗਾ ਟਾਈਮ ਕਿੱਥੇ, ਉਹ ਕੰਮ ਤੇ ਲੱਗ ਜਾਂਦੇ ਨੇ ਛੋਟੇ ਛੋਟੇ ਬੱਚੇ। ਜੇ ਤੁਹਾਨੂੰ ਕਿਸੇ ਨੇ ਕਾਲਜ ਭੇਜਿਆ, ਸਕੂਲੇ ਭੇਜਿਆ ਔਰ ਤੁਹਾਡੀ ਸਪੋਰਟ ਕੀਤੀ ਔਰ ਤੁਹਾਨੂੰ ਬੜੀ ਦੂਰ ਤੱਕ ਖਿੱਚ ਕੇ ਲੈ ਕੇ ਆਇਆ ਅਗਲਾ ਬੰਦਾ, ਤੇ ਉਸ ਬੰਦੇ ਦਾ ਰਹਿਣ ਆ ਤੁਹਾਡੇ ਜੀਵਨ ਦੇ ਵਿੱਚ। ਇਹਨੂੰ ਕਹਿੰਦੇ ਆ ਪਿੱਤਰ ਰਿਣ ਤੇ ਗੁਰੂ ਰਿਣ। ਇਹਨੇ ਚ ਸਭ ਦੋ ਰਿਣ ਹੈਗੇ ਆ। ਮਾਂ ਬਾਪ ਦਾ ਕਰਜ਼ਾ ਹੁੰਦਾ ਔਲਾਦ ਦੇ ਸਿਰ ਤੇ। ਬਿਲਕੁਲ। ਜਿਹੜੀ ਔਲਾਦ ਇਹ ਕਰਜ਼ਾ ਨਹੀਂ ਨਾ ਲਾਉਂਦੀ, ਉਹ ਧਰਮਰਾਜ ਉਹਦੇ ਲਈ ਕੋਈ ਚੰਗੀ ਚੀਜ਼ ਨਹੀਂ ਜੀ। ਕਾਫੀ ਔਖਾ ਕੰਮ ਆ ਉਹ। ਚਲੋ ਪਰਮਾਤਮਾ ਨੂੰ ਮਿਲਣਾ ਜਾਂ ਨਹੀਂ ਮਿਲਣਾ, ਉਹ ਤੇ ਗੱਲ ਦੈਟ ਇਜ਼ ਅ ਸੈਪਰੇਟ ਪੁਆਇੰਟ। ਜਿਹੜਾ ਬੰਦਾ ਆਪਣੀ ਡਿਊਟੀ ਤੋਂ ਭੱਜ ਗਿਆ ਔਰ ਉਹਨੇ ਆਪਣੇ ਪਿੱਤਰਾਂ ਦਾ ਕਰਜ਼ਾ ਨਹੀਂ ਉਤਾਰਿਆ ਤੇ ਬਹੁਤ ਵੱਡਾ ਰਿਣ ਆ। ਜਦੋਂ ਤੁਸੀਂ ਬੈਂਕ ਦੇ ਵਿੱਚ ਰਿਣ ਲੈ ਲੈਂਦੇ, ਜੋ ਕਰਜ਼ਾ ਲੈ ਲੈਂਦੇ, ਜੋ ਤੁਸੀਂ ਨਹੀਂ ਵਾਪਸ ਕਰਦੇ ਤੇ ਉਹ ਛੱਡਦੇ ਅਗਲੇ ਤੁਹਾਡੇ ਘਰ ਨੂੰ ਸੀਲ ਕਰਦੇ। ਇਸੇ ਹੀ ਤਰ੍ਹਾਂ ਧਰਮਰਾਜ ਦੇ ਵਿੱਚ ਖਾਤਾ ਵਾ ਕਿ ਜਿਹੜੇ ਤੁਹਾਡੇ ਮਾਂ ਬਾਪ ਨੇ ਤੁਹਾਡੇ ਤੇ ਕਰਜ਼ਾ ਚਾੜਿਆ, ਉਹ ਡਿਊਟੀਆਂ ਡੈਡੀਆਂ ਕਰਦਾ ਰਿਹਾ ਵਿਚਾਰਾ, ਪਤਾ ਨਹੀਂ ਕਿੱਦਾਂ ਮਾਰ ਕੇ ਤੇ ਕੰਮ ਕਰਕੇ ਪੈਸੇ ਇਕੱਠੇ ਕਰਕੇ ਤੁਹਾਡੇ ਸਰੀਰ ਦਾ ਇੱਕ ਇੱਕ ਰੋਮ ਉਹਦਾ ਕਰਜ਼ਾ ਹੀ ਆ ਉਸ ਬੰਦੇ ਦਾ। ਬਿਲਕੁਲ। ਮਾਂ ਦਾ ਕਰਜ਼ਾ ਤੁਸੀਂ ਕਿੱਥੋਂ ਦੇਣਾ? ਮਾਂ ਦਾ ਤੇ ਕਰਜ਼ਾ ਬਹੁਤ ਖਤਰਨਾਕ ਹੈ। ਉਹਨੇ ਤੇ ਆਪਣੇ ਅੰਦਰ ਤੁਹਾਨੂੰ ਪੈਦਾ ਕੀਤਾ, ਪਰ ਤੁਸੀਂ ਸਭ ਤੋਂ ਜ਼ਿਆਦਾ ਉਸੇ ਬੰਦੇ ਨੂੰ ਇਗਨੋਰ ਕਰਦੇ ਜੋ ਮਾਂ ਨੂੰ ਕੀਤੀ ਆ। ਉਹ ਠੀਕ ਹੈ, ਉੱਥੇ ਕਮੀਆਂ, ਮੈਂ ਮੰਨਦਾ ਬਹੁਤ ਕਮੀਆਂ। ਜਿੱਥੇ ਮਾਂ ਨੂੰ ਵੀ ਸਮਝਾਵਾਂਗਾ ਕਿ ਤੁਸੀਂ ਆਪਣਾ ਰੋਲ ਚੰਗੀ ਤਰ੍ਹਾਂ ਪਲੇ ਕਰੋ, ਨੌ ਆ ਗਈ ਇਹਦਾ ਮਾਣ ਕਰੋ, ਉਹਨਾਂ ਦੇ ਵਿੱਚ ਨਾ ਬੋਲੋ, ਉਹਨਾਂ ਨੂੰ ਹੈਂਡਲ ਕਰਨ ਦਿਓ। ਜਿੱਦਾਂ ਛੋਟੇ ਬੱਚੇ ਨੂੰ ਆਪਾਂ ਚਾਹੁੰਦੇ ਹਾਂ ਨਾ ਕਿ ਉਹਦੀਆਂ ਵਿਸਾਖੀਆਂ ਨਾ ਬਣੋ। ਥੋੜਾ ਬਹੁਤਾ ਨੁਕਸਾਨ ਹੋ ਰਿਹਾ ਪਤਾ ਹੈ, ਹੁਣ ਦੁੱਧ ਉਬਲ ਗਿਆ, ਕੀ ਹੋ ਗਿਆ, ਫੇਰ ਆਜੂ, ਦੁੱਧ ਖਤਮ ਹੋ ਗਿਆ, ਕੋਈ ਗੱਲ ਨਹੀਂ, ਕੋਈ ਰੌਲਾ ਪਾਉਣ ਦੀ ਲੋੜ ਨਹੀਂ। ਇਹ ਨਹੀਂ ਕਹਿਣ ਦੀ ਲੋੜ ਵੀ ਦੁੱਧ ਮੁੱਕ ਗਿਆ, ਤੁਸੀਂ ਧਿਆਨ ਨਾਲ ਨਹੀਂ ਵਰਤਦੇ, ਹਾਂ ਕੋਈ ਚੀਜ਼ ਨਹੀਂ ਹੈਗੀ, ਖਤਮ ਹੋ ਗਈ ਆ। ਤੇ ਆਪਾਂ ਇਸ਼ੂ ਵੀ ਬਣਾ ਸਕਦੇ ਹਾਂ, ਆਪਾਂ ਕਹਿ ਸਕਦੇ ਹਾਂ ਵੇਖੋ ਖਾਣ ਦਾ ਹੀ ਪਤਾ ਵਾ, ਲਿਆਉਣ ਦਾ ਨਹੀਂ ਪਤਾ, ਦੱਸੀਦਾ ਵਾ ਕਿ ਆਹ ਚੀਜ਼ ਮੁੱਕ ਗਈ ਆ, ਲਿਆਉਣੀ ਆ। ਇਹੋ ਹੀ ਇਸ਼ੂ ਆ ਘਰਾਂ 'ਚ, ਹੋਰ ਕਾਹਦੇ ਇਸ਼ੂ ਆ? ਇੱਥੇ ਸਾਨੂੰ ਬਰੋਡ ਮਾਈਂਡ ਹੋਣ ਦੀ ਲੋੜ ਹੈ।
ਕੁਝ ਲੋੜ ਨਹੀਂ। ਵੇਖ ਲਿਆ ਗਲਤ ਕੰਮ ਹੋ ਗਿਆ, ਉੱਥੇ 9 ਤੋਂ 11 ਹੋ ਜਾਏ, ਐਡਜਸਟਮੈਂਟ ਕਰੋ। ਇਹੋ ਹੀ ਹੈ ਤਰੀਕਾ ਜੀਵਨ ਦਾ। ਜੀਵਨ ਕੀ ਹੈ? ਕੁਝ ਚੀਜ਼ਾਂ ਕਾਲਜ 'ਚ ਸਿੱਖੀ ਦੀਆਂ ਤੇ ਕੁਝ ਪ੍ਰੈਕਟੀਕਲ ਨੇ, ਕੁਝ ਸਾਨੂੰ ਖੁਦ ਧੱਕੇ ਖਾ ਕੇ, ਠੋਕਰਾਂ ਖਾ ਕੇ ਸਿੱਖਣੀਆਂ ਪੈਂਦੀਆਂ ਨੇ। ਇੱਥੇ ਕਹਿੰਦੇ ਨੇ ਕਿ ਪਿੱਤਰ ਦਾ ਬਹੁਤ ਵੱਡਾ ਰਹਿਣਿਆ ਕਰਜ਼ਾ ਹੈ, ਉਹ ਮਾਂ ਪਿਓ ਦਾ ਕਰਜ਼ਾ ਹੈ। ਉਹ ਕਰਜ਼ਾ ਇਹੋ ਹੀ ਆ, ਉਹਨਾਂ ਦੀ ਸੇਵਾ ਕਰੋ। ਉਹਦਾ ਤੇ ਦੇ ਨਹੀਂ ਸਕਦੇ, ਉਹਦੀ ਕੋਈ ਕੀਮਤ ਨਹੀਂ ਹੈਗੀ, ਨਾ ਹੀ ਕੋਈ ਮਾਂ ਪਿਓ ਦੀ ਉਹਦੀ ਮਿਹਨਤ ਦੀ ਕੋਈ ਕੀਮਤ ਦੇ ਸਕਦਾ। ਤੁਸੀਂ ਘਰ ਬਾਰ ਲੈਤਾ, ਕੋਠੀ ਲੈਤੀ, ਉਹਦੀ ਪੈਸੇ ਨਹੀਂ ਦੇ ਸਕਦੇ। ਇਹ ਜਸਟ ਸੇਵਾ, ਉਹਦਾ ਕਰਜ਼ਾ ਲਾਉਣ ਦਾ ਤਰੀਕਾ, ਉਹਨਾਂ ਦੀ ਸੇਵਾ ਕਰੋ। ਠੀਕ ਹੈ ਨਾ ਜਗਾ? ਮੋਕੋ ਕੁਸ਼ਲ ਬਤਾਵੋ ਕੋਈ। ਕਬੀਰ ਜੀ ਕਹਿੰਦੇ ਮੈਨੂੰ ਇਹ ਦੱਸੋ ਬਈ ਖੁਸ਼ੀ ਕਿੱਥੇ ਹੈਗੀ, ਖੁਸ਼ੀ ਤੇ ਸ਼ਾਂਤੀ ਕਿੱਥੇ ਹੈਗੀ ਆ। ਮੋਕੋ ਕੁਸ਼ਲ ਬਤਾਵੋ ਕੋਈ। ਕੁਸ਼ਲ ਕਰਤੇ ਜਗ ਬਿਨਸੈ, ਕੁਸ਼ਲ ਵੀ ਕੈਸੇ ਹੋਈ ਰਾਓ। ਕਹਿੰਦੇ ਸਾਰਾ ਸੰਸਾਰ ਜਿਹੜਾ ਹੈਗਾ ਖੁਸ਼ੀ ਚਾਹੁੰਦਾ ਹੈ, ਔਰ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਉਹਦਾ ਫਰਜ਼, ਡਿਊਟੀ ਜਿਹੜੀ ਹੈਗੀ ਉਹ ਪੂਰੀ ਕਰਦਾ ਨਹੀਂ ਹੈ। ਬਸ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਮ੍ਰਿਗ ਤ੍ਰਿਸ਼ਨਾ ਮਾਇਆ ਦੇ ਪਿੱਛੇ ਜਿਹੜਾ ਹੈਗਾ ਜਨਮ ਆਪਣਾ ਗਵਾ ਦਿੰਦਾ ਹੈ ਭੱਜ ਕੇ। ਕੁਸ਼ਲ ਕਰਤੇ ਜਗ ਬਿਨਸੈ, ਬਿਨਸ ਜਾਂਦਾ ਹੈ, ਮਨੁੱਖੀ ਜੂਨ ਖਤਮ ਹੋ ਜਾਂਦੀ ਹੈ। ਕੁਸ਼ਲ ਵੀ ਕੈਸੇ ਹੋਈ, ਇਸ ਤਰੀਕੇ ਦੇ ਨਾਲ ਕੁਸ਼ਲ ਕਿਵੇਂ ਹੋ ਸਕਦੀ ਹੈ, ਕਿਵੇਂ ਸ਼ਾਂਤੀ ਆ ਸਕਦੀ ਹੈ, ਕਿਵੇਂ ਖੁਸ਼ਹਾਲੀ ਹੋ ਸਕਦਾ, ਉਹਦਾ ਜੀਵਨ ਕਿਵੇਂ ਖੁਸ਼ਹਾਲੀ ਭਰਿਆ ਹੋ ਸਕਦਾ ਹੈ। ਰਹਾਓ। ਹਾਂਜੀ ਵੀਰ ਜੀ। ਹਾਂਜੀ, ਉਹ ਕਹਿੰਦੇ ਆ ਕਿ ਮੋਹ ਕੋ ਕੁਸ਼ਲ ਬਤਾਓ ਕੋਈ। ਉਹ ਕਹਿੰਦੇ ਆ ਕਿ ਆਨੰਦ ਨੂੰ ਕਿੱਦਾਂ ਪ੍ਰਾਪਤ ਕਰਨਾ ਹੈ, ਸੁੱਖ ਨੂੰ ਪ੍ਰਾਪਤ ਕਿੱਦਾਂ ਕਰਨਾ ਹੈ। ਪਿੱਤਰ ਪੁੱਤਰ ਦੀ ਆਪਾਂ ਕਿਹੜੀ ਗੱਲੋਂ ਪਾਠ ਪੂਜਾ ਕਰਦੇ ਹਾਂ, ਸਾਰਿਆਂ ਨੂੰ ਪਤਾ। ਆਪਾਂ ਅਖੰਡ ਪਾਠ ਕਿਉਂ ਕਰਾਉਂਦੇ ਹਾਂ ਬਜ਼ੁਰਗਾਂ ਦੇ? ਘਰ 'ਚ ਸ਼ਾਂਤੀ ਬਣੀ ਰਹੇ। ਹੁਣ ਅਗਲਿਆਂ ਨੂੰ ਤੁਸੀਂ ਰੋਟੀ ਨਾ ਪੁੱਛੀ ਹੋਵੇ ਵਿਜਰ ਸਾਹਿਬ, ਬਿਲਕੁਲ ਪਾਟੇ ਕੱਪੜੇ ਪਾਉਂਦਾ ਹੋਵੇ, ਪਾਟੀ ਜੁੱਤੀ ਜਾਤੀ ਪਾ ਕੇ, ਔਰ ਫਿਰ ਰੁਪਈਆ 100-200 ਦੀ ਉਹਦੇ ਬੁੱਝ ਨਾ ਪਾਇਆ ਹੋਵੇ, ਦਵਾਈ ਲੈ ਭਾਈ ਹੈਂ, ਤੇ ਮੁੜ ਕੇ ਜੋ ਮਰਜ਼ੀ ਕੜਾਹ ਵੰਡੀ ਜਾਓ। ਖੁਸ਼ਹਾਲੀ ਕਿੱਥੋਂ ਹੋਣੀ ਆ? ਇੱਕ ਘਰ ਦੇ ਵਿੱਚ ਤੁਸੀਂ ਉਹਨਾਂ ਨੂੰ ਇੰਨਾ ਬੈਡ ਟਰੀਟ ਕੀਤਾ, ਇੰਨਾ ਬੁਰੀ ਤਰ੍ਹਾਂ ਟਰੀਟ ਕੀਤਾ, ਔਰ ਇਹ ਇੱਕ ਬਹੁਤ ਵੱਡੀ ਨਲਾਇਕੀ ਆ, ਸਾਡੇ ਦੇਸ਼ 'ਚ ਵੀ ਹੋ ਰਹੀ ਆ, ਔਰ ਇਹ ਗੋਰਿਆਂ 'ਚ ਤੇ ਬਹੁਤ ਜ਼ਿਆਦਾ। ਉਹ ਬਜ਼ੁਰਗ ਵੇਖਣ ਦੇ ਕਿੱਦਾਂ ਦੇ ਆਸ਼ਰਮ ਭਰੇ ਨੇ, ਕਿਉਂਕਿ ਉਹ ਬਸ ਇੱਕ ਬੱਚਾ ਵੱਡਾ ਹੋ ਗਿਆ, ਕੋਈ ਅਟੈਚਮੈਂਟ ਨਹੀਂ ਆ। ਬੱਚੇ ਨੂੰ ਕਹਿੰਦੇ ਜਾ ਵੀ ਭੱਜ, ਤੂੰ ਮੈਨ ਹੋ ਗਿਆ, ਤੂੰ ਵੂਮੈਨ ਬਣ ਗਈ ਆ, ਇੰਡੀਪੈਂਡੈਂਟ ਜੋ ਤੁਸੀਂ ਆਪਣਾ ਫੈਸਲਾ ਲਓ। ਠੀਕ ਹੈ, ਕੋਈ ਗੱਲ ਨਹੀਂ, ਪਰ ਉਸੇ ਕਰਕੇ ਫਿਰ ਬਾਉਂਡਨੈਸ ਨਹੀਂ ਨਾ ਬਣੂਗੀ ਨੱਜਾ ਸਾਹਿਬ। ਬਿਲਕੁਲ। ਉਹ ਜਦੋਂ ਬਾਉਂਡਨੈਸ ਨਹੀਂ ਬਣੂਗੀ ਤਾਂ ਫਿਰ ਆਸ਼ਰਮ ਹੀ ਭਰਨੇ ਤੇ ਫਿਰ ਖੁਸ਼ੀ ਨਹੀਂ ਆਉਣੀ। ਖੁਸ਼ੀ ਨਹੀਂ ਆਉਣੀ, ਫਿਰ ਖੁਸ਼ੀ ਤਾਂ ਆਉਣੀ ਨਹੀਂ। ਕਬੀਰ ਜੀ ਕਹਿੰਦੇ ਤੂੰ ਪਹਿਲਾਂ ਬੇਸਿਕ ਜਿਹੜਾ ਆਪਣੀ ਆਹ ਡਿਊਟੀ ਛੱਡਤੀ, ਤੂੰ ਆਹ ਦੇਗਾ ਇੱਥੇ ਖੁਸ਼ੀ ਸੀਗੀ, ਤੂੰ ਛੱਡਤੀ। ਆਹ ਤਾਂ ਖੁਸ਼ੀ ਫਿਰ ਉਹਨਾਂ ਦਾ ਜੀਵਨ ਵੇਖਿਆ ਕਿ ਕਦੇ ਜਿਹੜਾ ਬੰਦਾ ਆਸ਼ਰਮ 'ਚ ਬੈਠਾ ਕਾਹਦਾ ਜੀਵਨ ਹੈ? ਬੱਚੇ ਖਿਲਾਉਣੇ ਆ, ਬੱਚਿਆਂ ਦੇ ਨਾਲ ਰਹਿਣਾ, ਉਹਦਾ ਮਨ ਖੁਸ਼ ਹੋਣਾ, ਇੱਕ ਜੀਵਨ ਦਾ ਹਿੱਸਾ ਹੀ। ਮੁੜ ਕੇ ਉਹ ਹੋ ਗਿਆ ਨਾ, ਉਹ ਜਦੋਂ ਮਸ਼ੀਨ 'ਚੋਂ ਪੁਰਜਾ ਕੱਢ ਕੇ ਸਾਈਡ ਤੇ ਰੱਖ ਦਈਏ ਤੇ ਤੇਰੀ ਲੋੜ ਹੀ ਨਹੀਂ, ਫਿਰ ਕਿੰਨੀ ਮੁਸ਼ਕਿਲ ਹੋ ਜਾਏਗੀ। ਇਸੇ ਕਰਕੇ ਕਹਿੰਦੇ ਆ ਕਿ ਇੰਨਾ ਕੌੜਾ ਨਾ ਹੋਵੋ ਕਿ ਤੁਹਾਡੇ ਮੂੰਹ ਤੇ ਕੋਈ ਥੁੱਕ ਦੇਵੇ, ਤੇ ਇੰਨੇ ਮਿੱਠੇ ਨਾ ਹੋਵੋ ਕਿ ਤੁਹਾਨੂੰ ਕੋਈ ਖਾ ਜੇ। ਦੋਨਾਂ ਦੇ ਵਿੱਚ ਬੈਲੈਂਸ ਕਰਨਾ ਪੈਂਦਾ ਹੈ। ਕਹਿਣ ਵਾਲੀ ਗੱਲ ਹੈ, ਗੱਲ ਨੂੰ ਕਹਿਣ ਦਾ ਤਰੀਕਾ ਪਿਆਰ ਨਾਲ ਕਹੋ। ਹੁਣ ਇੱਥੇ ਕਹਿੰਦੇ ਕਿ ਸੁਖੀ ਹੋਣ ਦੇ ਲਈ ਆਪਾਂ ਪਿੱਤਰ ਯੱਗ ਕਰਦੇ ਹਾਂ। ਇਹ ਆਮ ਜਿਹੜੀ ਧਾਰਨਾ ਸੀ, ਅਸਲ ਦੇ ਵਿੱਚ ਉਹਨਾਂ ਨੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਪਹਿਲਾਂ ਲੋਕੀ ਨਹੀਂ, ਹੁਣ ਵੀ ਇਸੇ ਚੀਜ਼ਾਂ 'ਚ ਵਿਸ਼ਵਾਸ ਕਰਦੇ ਆ। ਘਰ 'ਚ ਪਰੇਸ਼ਾਨੀ ਆ, ਕਲੇ ਆ, ਸੰਤਾਪ ਆ, ਕਲਪਨਾ ਬਣੀ ਰਹਿੰਦੀ ਆ। ਉਹ ਕਹਿੰਦੇ ਏਦਾਂ ਕਰੋ, ਜਾਂ ਵੀ ਅਖੰਡ ਪਾਠ ਕਰਾ ਦਿਓ ਤੇ ਲੰਗਰ ਲਾ ਦਿਓ। ਪਰ ਅਸਲ ਹੁਣ ਲੰਗਰ ਲਾਉਣ ਦੇ ਨਾਲ ਕੁਛ ਨਹੀਂ ਹੋਣਾ ਜਾਂਦਾ, ਕਿਉਂਕਿ ਜਦੋਂ ਟਾਈਮ ਸੀ ਉਹ ਆਪਣੇ ਕੋਲ ਅੱਜ ਵੀ ਟਾਈਮ ਹੈਗਾ ਜੀ। ਇਹ ਨਹੀਂ ਕੋ ਜਿਹੜਾ ਲੰਘ ਗਿਆ ਉਹਨੂੰ ਤਾਂ ਦਫਾ ਕਰੋ, ਉਹ ਉੱਥੇ ਤੇ ਕੁਛ ਵੀ ਨਹੀਂ ਕਰ ਸਕਦੇ ਤੁਸੀਂ। ਹੁਣ ਮੈਂ ਕਹਿੰਦਾ ਹੁਣ ਵੀ ਜੋ ਤੁਹਾਡੇ ਕੋਲ ਥੋੜਾ ਸਮਾਂ ਹੈਗਾ, ਇਹਨੂੰ ਪਲੀਜ਼ ਨੂੰ ਰਿਕਵਰ ਕਰੋ ਤੇ ਆਪਾਂ ਨੂੰ ਸਾਂਭੀਏ। ਹਾਂਜੀ ਨਿਜਾ ਸਾਹਿਬ। ਤੇ ਫਿਰ ਕਹਿੰਦੇ ਆ ਕਿ ਫਿਰ ਉਹ ਜਦੋਂ ਤੁਸੀਂ ਆਪਣੀ ਡਿਊਟੀ ਨਿਭਾਈ, ਤੁਹਾਡੇ ਘਰ ਸਵਰਗ ਹੋ ਜਾਣਾ। ਬਿਲਕੁਲ। ਉਹਦੀ ਵੈਬਰੇਸ਼ਨ ਬੈਡ ਕਰ ਲਈ ਤੁਸੀਂ, ਉਹ ਨੈਗੇਟਿਵ ਦੀ ਜਗ੍ਹਾ ਪੋਜ਼ਿਟਿਵ ਹੋ ਜਾਣੀ। ਹਾਂਜੀ ਨਿਜਾ ਸਾਹਿਬ, ਆਪਣੇ ਆਪ ਹੀ ਤੁਹਾਡਾ ਜੀਵਨ ਸੌਖਾ ਹੋਵੇ। ਕਹਿੰਦੇ ਆ ਦੇਖੋ ਤੁਸੀਂ ਇੱਥੇ ਆ ਜਗ੍ਹਾ ਤੇ ਗਲਤੀ ਕਰ ਰਿਹਾ ਇਨਸਾਨ। ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜਿਉ ਦੇਹੀ। ਕਹਿੰਦੇ ਮਿੱਟੀ ਦੇ ਦੇਵੀ ਦੇਵਤੇ ਜਿਹੜੇ ਆ, ਪੱਥਰ ਦੇ ਦੇਵੀ ਦੇਵਤੇ ਜਿਹੜੇ ਹੈਗੇ, ਉਹਨਾਂ ਦੇ ਅੱਗੇ ਜਿਹੜਾ ਹੈਗਾ ਜਿਉ ਜਿਹੜੇ ਹੈਗੇ, ਉਹਨੂੰ ਜਿਹੜੇ ਹੈਗੇ ਆ ਆਪਣੇ ਆਪ ਨੂੰ ਜਿਹੜਾ ਹੈਗਾ, ਆਪਣੇ ਵਿੱਚ ਜਾਨ ਹੈਗੀ, ਆਪਾਂ ਜਾ ਕੇ ਉਹਨਾਂ ਦੇ ਅੱਗੇ ਜਿਹੜੇ ਹੈਗੇ, ਪੱਥਰਾਂ ਦੇ ਅੱਗੇ ਜਿਹੜੇ ਹੈਗੇ, ਕਹਿੰਦੇ ਆ ਆਪਣੇ ਆਪ ਨੂੰ ਨਤਮਸਤਕ ਕਰ ਦਿੰਦੇ ਆ, ਜਾਂ ਉਹਨਾਂ ਦੇ ਅੱਗੇ ਕੁਰਬਾਨੀ ਕਰ ਦਿੰਦੇ, ਕੋਈ ਜਿਹੜਾ ਨਿਰਜੀਵ ਦੇ ਅੱਗੇ ਸਰਜੀਵ ਦੀ ਬਲੀ ਦੇ ਦਿੰਦੇ ਆ।
ਬਥੇਰੇ ਮੰਦਰਾਂ ਦੇ ਵਿੱਚ ਦੇਖ ਲਓ ਬਲੀ ਕਰਦੇ ਆ। ਮਾਟੀ ਕੇ ਘਰ ਦੇਵੀ ਦੇਵਾ, ਇਸ ਤਰ੍ਹਾਂ ਪਿੱਤਰ ਵੀ ਇਸ ਤਰ੍ਹਾਂ ਕਰਦੇ ਆ। ਜਦ ਜਿਹੜਾ ਨਾ ਕਦੀ ਬੱਚੇ ਬੁੱਚੇ ਦਾ ਵਿਆਹ ਹੁੰਦਾ ਸੀ ਪਹਿਲਾਂ, ਜਿਹੜੇ ਹੈਗੇ ਆ ਉਹਨਾਂ ਨੇ ਕੀ ਕਰਨਾ ਸੀਗਾ, ਮਾਈਆਂ ਵਗੈਰਾ ਜਦ ਉਹ ਹੁੰਦੇ ਸੀਗੇ ਤੇ ਉਹ ਇੱਕ ਜਗ੍ਹਾ ਦੇ ਉੱਤੇ ਲਿਪ ਪੁੱਛ ਕੇ ਉਹਦੇ ਤੇ ਜਿਹੜੇ ਹੈਗਾ ਬਈ ਪਿੱਤਰਾਂ ਦੇ ਨਿਮਿਤ ਜਿਹੜੇ ਹੈਗੇ ਆ ਅੱਡੇ ਧਰ ਦਿੰਦੇ ਸੀਗੇ। ਉਹ ਬਈ ਆ ਤੇਰਾ ਦਾਦਾ ਆ, ਤੇਰੀ ਨਾਨਾ ਆ, ਫਲਾਨਾ ਆ, ਟਿਮਕਾ ਆ, ਉਹਨਾਂ ਦੇ ਨਿਮਿਤ ਜਿਹੜੇ ਹੈਗੇ ਉਹਨਾਂ ਦੀ ਪੂਜਾ ਇਸ ਤਰੀਕੇ ਨਾਲ ਕਰਦੇ ਸੀ। ਕਹਿੰਦੇ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਓ ਦੇਹੀ, ਐਸੇ ਪਿੱਤਰ ਤੁਮਾਰੇ ਕਹੀਏ ਆਪਨ ਕਹਿਆ ਨਾ ਲੇਹੀ। ਕਹਿੰਦੇ ਹੈ ਜੇ ਮਿੱਟੀ ਦੇ ਤੁਹਾਡੇ ਪਿੱਤਰ ਹੈਗੇ ਆ, ਕਹਿੰਦੇ ਉਹ ਆਪ ਮੰਗ ਕੇ ਨਹੀਂ ਲੈ ਸਕਦੇ ਕੋਈ ਚੀਜ਼, ਆਪਨ ਕਹਿਆ ਨਾ ਲੇਹੀ, ਆਪੇ ਕਹਿ ਕੇ ਨਹੀਂ ਮੰਗ ਸਕਦੇ ਤੁਸੀਂ। ਜਿਹੜਾ ਹੈਗਾ ਹੁਣ ਜਿਹੜਾ ਹੈਗਾ ਉਹਨਾਂ ਨੂੰ ਮਿੱਟੀ ਦੇ ਜਿਹੜੇ ਹੈਗੇ ਉਹਨਾਂ ਦੇ ਅੱਗੇ ਜਿਹੜੇ ਦੇਵੀ ਦੇਵਤਿਆਂ ਦੇ ਅੱਗੇ ਰੱਖੀ ਜਾਂਦੇ ਹੋ, ਆਪ ਕਿਉਂ ਨਹੀਂ ਮੰਗ ਕੇ ਲੈ ਸਕਦੇ? ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਆ ਕਿ ਉਹ ਜਿਉਂਦੇ ਜੀ ਤੇ ਤੁਸੀਂ ਉਹਨਾਂ ਦੀ ਕੋਈ ਕਦਰ ਨਾ ਕੀਤੀ, ਨਾ ਉਹਨੂੰ ਰੋਟੀ ਪਾਣੀ ਦਿੱਤਾ ਸਵਾਦ ਦਾ। ਤੇ ਮੈਂ ਕਹਾਣੀ ਪੜ੍ਹਨ ਦਿਆ ਸਾਂ ਤੇ ਉਹ ਬੜੀ ਸ਼ਾਨਦਾਰ ਕਹਾਣੀ, ਜਿਵੇਂ ਮੁੰਸ਼ੀ ਪ੍ਰੇਮ ਚੰਦ ਦੀ ਕਹਾਣੀ ਬਿਲਕੁਲ। ਤੇ ਉਹ ਕਹਾਣੀ ਏਦਾਂ ਦੀ ਸੀ ਕਿ ਉਹ ਇੱਕ ਬੁੱਢੀ ਸੀ ਔਰ ਉਹ ਮਤਲਬ ਠੀਕ ਠਾਕ ਸੀ ਬੁੱਢੀ ਸੀ, ਮੈਂ ਕਹਿ ਸਕਦਾ। ਉਹਨੇ ਇੱਕ ਮੁੰਡਾ ਲੈ ਕੇ ਪਾਲਿਆ। ਹੁਣ ਮੁੰਡਾ, ਮੈਂ ਤੇ ਮੁੰਡੇ ਦੀ ਉਹ ਕਹਾਣੀ ਤੇ ਸਾਡੇ ਦੀ ਉਹ ਮੁੰਡਾ ਲਿਆ ਕੇ ਪਾਲਿਆ, ਸਾਡਾ ਵੀ ਉਹਦਾ ਹਿਸਾਬ ਆ। ਉਹਨੇ ਸਾਹਿਬ ਮੁੰਡਾ ਪਾਲਿਆ, ਚਲੋ ਜੀ ਕਰ ਕਰਾ ਕੇ ਜੀ ਉਹ ਬੁੱਢੀ ਦੀ ਜ਼ਮੀਨ ਜਮਾਨ ਵਾਹਵਾ ਸੀ, ਉਹਨੇ ਮੁੰਡੇ ਨੇ ਕਬਜ਼ਾ ਕਰ ਲਿਆ ਸਾਰਾ ਕਰਕੇ। ਫਿਰ ਬੁੱਢੀ ਪਹਿਲਾਂ ਜਵਾਨ ਸੀ, ਥੋੜੀ ਪਾਵਰ ਰੱਖਦੀ ਸੀ, ਬਿੜਕ ਸੀ, ਚਲੋ ਉਦੋਂ ਤੇ ਰੋਟੀ ਪਾਣੀ ਵਧੀਆ ਮਿਲਦਾ ਰਿਹਾ। ਜਿਵੇਂ ਜਿਵੇਂ ਬੁੱਢੀ ਕਮਜ਼ੋਰ ਹੁੰਦੀ ਗਈ ਉਹਨੂੰ ਇਗਨੋਰ ਕਰਨਾ ਸ਼ੁਰੂ ਕਰ ਦਿੱਤਾ। ਫਿਰ ਇੱਕ ਸਮਾਂ ਆਇਆ ਉਹ ਬੁੱਢੀ ਨੇ ਇੱਕ ਛੋਟੇ ਜਿਹੇ ਕਮਰੇ 'ਚ ਵਾੜਤਾ। ਉਹ ਰੌਲਾ ਪਾਉਂਦੀ ਸੀ ਵਿਚਾਰੀ, ਉਹਦੀ ਸੁਣਦਾ ਹੀ ਕੋਈ ਨਹੀਂ। ਫਿਰ ਉਹ ਇਹਨਾਂ ਕੋਈ ਪਿੱਤਰ ਪੂਜਾ ਏਦਾਂ ਹਵਨ ਹੋਣ ਜਿਹਾ ਕੀਤਾ, ਕਹਿੰਦੇ ਕਿ ਖੰਡ ਪਾਠ ਕਰਾਓ ਜਾਂ ਏਦਾਂ ਕੁਝ ਕੀਤਾ, ਕੁਛ ਕੀਤਾ। ਜਦੋਂ ਧਾਰਮਿਕ ਜੱਗ ਕਹਿ ਲਓ, ਜੱਗ ਕੀਤਾ ਜੀ। ਉੱਥੇ ਉਹ ਬੁੱਢੀ ਬੈਠੀ, ਉਹ ਵਿਚਾਰੀ ਨਾ ਖਾਣ ਦੀ ਬਹੁਤ ਸ਼ੌਕੀਨ ਸੀ ਨਜਤਾ। ਬੈਠੀ ਬੈਠੀ ਸਕੀਮਾਂ ਲਈ ਜਾਂਦੀ ਹੈ ਕਿ ਅੱਜ ਤੇ ਪੂੜੀਆਂ ਪੱਕ ਰਹੀਆਂ, ਕਿ ਕੁੜੀਆਂ ਦੇ ਨਾਲ ਖੀਰ ਵੀ ਬਣੀ ਹੋਈ ਹੈ, ਕੜਾਹ ਵੀ ਬਣਿਆ ਹੈ, ਕਿਦੋਂ ਲੈ ਕੇ ਆਉਣਗੇ? ਉਹ ਬੈਠੀ ਵਿਚਾਰੀ ਸਕੀਮਾਂ ਲਾਉਂਦੀ ਆ। ਉਹ ਬਜ਼ੁਰਗ ਵੇਖੋ ਨਾ ਤੁਸੀਂ, ਜਦੋਂ ਬੁੱਢਾ ਬੰਦਾ ਹੋ ਜਾਂਦਾ ਨਾ ਉਹ ਜ਼ਬਾਨ ਦਾ ਬਹੁਤ ਰਸੀ ਹੋ ਜਾਂਦਾ, ਉਹ ਤਾਂ ਬੱਚਾ ਹੋ ਜਾਂਦਾ। ਉਹ ਮਾਈ ਵੱਲ ਕੋਈ ਗਿਆ ਹੀ ਨਹੀਂ। ਚਲੋ ਕਰ ਕਰਾ ਕੇ ਉਹ ਵਿਚਾਰੀ ਫਿਰ ਉਹ ਮਤਲਬ ਤੁਰ ਨਹੀਂ ਸਕਦੀ, ਥੋੜੀ ਝੁਕ ਝਾਕ ਕੇ ਪਤਾ ਨੀ ਕਿੱਦਾਂ ਉਹ ਪਹੁੰਚ ਗਈ ਹਲਵਾਈਆਂ ਦੇ ਲਾਗੇ। ਤੇ ਉਹੀ ਜਿਹੜੀ ਨਹੁੰ ਸੀ, ਤੇ ਦੇਖ ਲਓ ਨਿੱਜਰ ਸਾਹਿਬ, ਫਿਰ ਉਹਨੇ ਇਹਨੂੰ ਇਗਨੋਰ ਕੀਤਾ, ਕਹਿੰਦਾ ਮਾਈ ਤੇਰੇ ਕੋਲ ਬਹਿ ਨਹੀਂ ਸਕਦੀ, ਤੈਨੂੰ ਭੇਜ ਦਿੰਦੇ। ਚਲੋ ਕੋਈ ਲੈ ਕੇ ਨਹੀਂ ਗਿਆ ਨਿੱਜਰ ਸਾਹਿਬ ਉਹਦੀ ਖਾਣਾ। ਫਿਰ ਵਿਚਾਰੀ ਆ ਕੇ ਬਹਿ ਗਈ ਉੱਥੇ। ਉਹਦੀ ਪੋਤਰੀ ਸੀ, ਉਹ ਰਾਤ ਨੂੰ, ਉਹ ਅੱਧੀ ਰਾਤ ਨੂੰ ਪਿਓ ਤੋਂ ਡਰਦੀ ਜ਼ਾਲਮ ਤੋਂ ਉਹ ਵੀ ਨਾ ਚਲੀ ਗਈ। ਅੱਧੀ ਰਾਤ ਨੂੰ ਉਹ ਥੋੜੀ ਜਿਹੀ ਕੁੜੀ ਲੈ ਕੇ ਗਈ ਆਪਣੀ ਬੱਚੀ ਦੀ। ਫਿਰ ਉਹ ਚਲੋ ਲੈ ਕੇ ਗਈ। ਉਹਨੇ ਕਿਹਾ ਕਿ ਖਾਲਾ ਦਾਦੀ ਮੈਂ ਤੇਰੀ ਲੈ ਕੇ, ਜੋ ਦਾਦੀ ਕਹਿੰਦੀ ਸੀ ਉਹਨੂੰ। ਤੇ ਉਹ ਬੱਚੀ ਨੇ ਕਿਤੇ ਕਿੰਨਾ ਕਿ ਛੋਟਾ ਬੱਚਾ, ਉਹਨੂੰ ਵਿਚਾਰੇ ਨੂੰ ਕਿੰਨਾ ਕੁ ਪਤਾ ਕਿ ਵੱਡਾ ਬੰਦਾ ਕਿੰਨੀ ਕੁ ਰੋਟੀ ਖਾਂਦਾ। ਚਲੋ ਕਰ ਕਰਾ ਕੇ ਉਹਨੇ ਥੋੜਾ ਬਹੁਤਾ ਖਾਧਾ। ਉਹ ਬੁੱਢੀ ਨੇ ਨਾ, ਉਹ ਬੁੱਢੀ ਚਲੋ ਉਹਦਾ ਢਿੱਡ ਨਾ ਭਰਿਆ। ਫਿਰ ਉਹਨੇ ਵੇਖਿਆ ਤੇ ਉਹਦੇ ਪੱਤਲਾਂ ਸੁੱਟੀਆਂ ਸੀ ਨੇਜਰ ਸਾਹਿਬ, ਜੂਠੀਆਂ ਪੱਤਲਾਂ। ਉੱਥੇ ਜਾ ਕੇ ਉਹਨੇ ਢਿੱਡ ਭਰਨਾ ਸੀ ਵਿਚਾਰੀ ਨੇ, ਰਿੜਕਦੀ ਉਹ ਜਾ ਕੇ ਹਵੇਲੀ 'ਚ ਰਹਿੰਦੀ ਸੀ, ਉੱਥੇ ਜਾ ਕੇ ਪੱਤਲਾਂ 'ਚ ਜਾ ਕੇ ਉਹ ਪੱਤਲਾਂ 'ਚ ਖਾ ਲਿਆ। ਤੇ ਉਹੀ ਕਹਿੰਦੀ ਕਿ ਬਹੁਤ ਸਵਾਦ ਹੈ, ਬਹੁਤ ਸਵਾਦ। ਚਲੋ ਖਾ ਕੇ ਆ ਗਈ। ਫਿਰ ਉਹ ਜਿਹੜੀ ਨਹੁੰ ਸੀ, ਅਗਲੇ ਦਿਨ ਉਹਨੂੰ ਹੋਸ਼ ਆਈ ਤੇ ਉਹਨੇ ਵੇਖਿਆ ਤੇ ਉਹ ਮਤਲਬ ਨਹੁੰ ਹੀ ਕਹਿ ਲਓ, ਉਹ ਤੇ ਮਤਰੇਈ ਸੀ। ਤੇ ਉਹਨੇ ਵੇਖਿਆ ਤੇ ਉਹ ਮਾਈ ਨੂੰ ਤੇ ਰੋਟੀ ਦਿੱਤੀ ਨੀ ਆਪਾਂ ਰਾਤੀ। ਤੇ ਫਿਰ ਕੁੜੀ ਨੇ ਕਿਹਾ ਕਿ ਉਹ ਮਾਈ ਨੂੰ ਰੋਟੀ ਦਿੱਤੀ, ਉੱਥੇ ਉਹਨੇ ਪੱਤਲਾਂ 'ਚ ਰੋਟੀ ਖਾਧੀ, ਉੱਥੋਂ ਖਾ ਲਈ ਉੱਥੋਂ। ਫਿਰ ਉਹ ਕੁੜੀ ਨੇ ਦੱਸਿਆ ਸਾਰਾ ਕੁਛ। ਫਿਰ ਉਹ ਕਹਿੰਦੀ ਮੈਂ ਕਿੱਡੀ ਵੱਡੀ ਪਾਪਣ ਆ, ਐਡਾ ਖਤਰਨਾਕ ਜੀਵਨ ਸੀ ਇਹ। ਮੈਂ ਔਲਾਦ ਦੀ ਗੱਲ ਕਰਦਾ, ਕਹਾਣੀ ਔਲਾਦ ਦੀ ਹੈ। ਘਰ ਦੀ ਮਾਲਕਣ ਉਹ, ਸਾਰਾ ਪੈਸਾ ਉਹਦਾ, ਜ਼ਮੀਨ ਉਹਦੀ, ਸਾਰਾ ਕੁਝ ਉਹਦਾ, ਉਹਨੂੰ ਰੋਟੀ ਨਾ ਮਿਲੇ। ਤੇ ਉਹ ਕੁੜੀ ਦੇ ਹੱਥ ਕੰਬੇ ਉਹਦੇ, ਉਹਨੂੰ ਅਟੈਕ ਹੋਣ ਲੱਗਾ। ਫਿਰ ਉਹਨੇ ਮਾਈ ਕੋ ਗਈ, ਉਹ ਤੋਂ ਮਾਫੀ ਮੰਗੀ। ਉਹ ਮਾਈ ਦਾ ਦਿਲ ਏਡਾ ਵਿਸ਼ਾਲ ਸੀ, ਉਹਨੇ ਫਿਰ ਉਹਨੂੰ ਮਾਫ ਕਰਤਾ। ਇਹ ਨਿੱਜਰ ਸਾਹਿਬ, ਇਹ ਇਤਿਹਾਸ ਗਵਾਹ ਵਾ, ਇਹ ਫੈਕਟ ਹੈਗਾ ਹੈ। ਬੰਦਾ
ਐਡਾ ਬੰਦਾ ਇੱਕ ਇੰਨਾ ਸ਼ੁਕਰੀਆ ਹੈ। ਤੁਸੀਂ ਦੇਖੋ ਵੱਡੇ ਵੱਡੇ ਘਰਾਂ ਦੇ ਵਿੱਚ, ਮੈਂ ਤੁਹਾਨੂੰ ਦੱਸਾਂ, ਇੱਥੇ ਮੇਰੇ ਬ੍ਰਦਰ ਦਾ ਇੱਥੇ ਜਿਹੜਾ ਸਾਲਾ ਉੱਥੋਂ ਆਸ਼ਰਮ ਆ ਅੰਮ੍ਰਿਤਸਰ ਦੇ, ਕਾਫੀ ਵੱਡੀਆਂ ਕਾਫੀ ਤਗੜੇ ਲੋਕ ਸੀ, ਉਹਨਾਂ ਦੇ ਬਜ਼ੁਰਗ ਇੱਥੇ ਰਹਿੰਦੇ ਨੇ। ਜਿਹੜਾ ਕੋਈ ਸਾਹਮਣੇ ਨਹੀਂ, ਕਿੰਨੀ ਕੁ ਵੱਡੀ ਗੱਲ ਹੈ ਕਿ ਬਸ ਥੋੜਾ ਜਿਹਾ ਬੋਲਦੇ ਆ, ਇਹੋ ਹੀ, ਹੋਰ ਤੇ ਪ੍ਰੋਬਲਮ ਤਾਂ ਕੁਛ ਨਹੀਂ ਨਾ। ਚਾਹੁੰਦਾ ਨਹੀਂ ਸੁਣਨਾ, ਹੁਣ ਬੁੱਢੇ ਹੋ ਗਏ, ਆਪਣੇ ਆਪ ਵੀਕ ਹੈਗੇ ਆ, ਕੁਛ ਕਰ ਨਹੀਂ ਸਕਦੇ ਨਾ, ਉਹਦੀ ਕਹਿੰਦੇ ਸੁਣਨੀ। ਪਰ ਇਹ ਨਿੱਜਰ ਸਾਹਿਬ, ਇਹਦਾ ਮਤਲਬ ਇਹੋ ਹੀ ਕਾਰਨ ਆ। ਮੈਂ ਉਹਨਾਂ ਬਜ਼ੁਰਗਾਂ ਨੂੰ ਵੀ ਜ਼ਿੰਮੇਵਾਰ ਠਹਿਰਾਉਂਦਾ ਹੈ, ਤੁਸੀਂ ਕੇਵਲ ਆਪਣੀ ਔਲਾਦ ਨੂੰ ਪੈਸਾ ਹੀ ਕਮਾ ਕੇ ਦਿੱਤਾ, ਤੁਸੀਂ ਉਹਨੂੰ ਸੰਸਕਾਰ ਨਹੀਂ ਦਿੱਤੇ। ਜੇ ਸੰਸਕਾਰ ਦਿੱਤੇ ਹੁੰਦੇ ਤੇ ਤੁਹਾਡੀ ਅੱਜ ਉਹ ਬੇਕਦਰੀ ਨਾ ਹੁੰਦੀ। ਸੰਸਕਾਰ ਨਿੱਜਰ ਸਾਹਿਬ ਬੜੇ ਜ਼ਰੂਰੀ, ਔਰ ਸੰਸਕਾਰ ਗੱਲਾਂ ਦੇ ਨਾਲ ਨਹੀਂ ਬਣਦੇ। ਉਸ ਜੀਵਨ ਨੂੰ ਸਾਨੂੰ ਉਹਨਾਂ ਦੇ ਸਾਹਮਣੇ ਬਤੀਤ ਕਰਨਾ ਪੈਂਦਾ ਹੈ, ਫਿਰ ਉਹ ਬੱਚਾ ਪੈਂਦਾ ਹੈ। ਔਰ ਜਿਹੜੀ ਚੀਜ਼ ਇੱਕ ਡੀਪ ਮੈਮਰੀ ਜਾਂਦੀ ਹੈ, ਉਹ ਬੱਚਾ ਚਾਹ ਕੇ ਵੀ ਆਪਣੇ ਸੁਭਾਅ ਦੇ ਅਗੇਂਸਟ ਨਹੀਂ ਜਾ ਸਕਦਾ। ਹਾਂਜੀ ਨਿੱਜਰ ਸਾਹਿਬ, ਉਹ ਕਹਿੰਦੇ ਆ ਕਿ ਹੁਣ ਤੂੰ ਉਹ ਨਕਲੀ ਜਿਹੜੇ ਮਾਂ ਪਿਓ ਬਣਾ ਕੇ ਮਿੱਟੀ ਦੇ, ਉਹਨਾਂ ਦੇ ਲਈ ਇਹ ਸਾਰਾ ਪਖੰਡ ਕਰ ਰਿਹਾ ਹੈ। ਕੀ ਸੋਚਦਾ ਹੈ ਕਿ ਪ੍ਰਕਿਰਤੀ, ਕਿ ਕੁਦਰਤ ਤੈਨੂੰ ਮਾਫ਼ ਕਰ ਦੂ, ਕਿ ਤੇਰੇ ਗੁਨਾਹਾਂ ਨੂੰ ਨਹੀਂ ਮਾਫ਼ ਕਰੇਗੀ। ਹਾਂਜੀ ਨਿੱਜਰ ਸਾਹਿਬ ਅੱਗੇ ਕਹਿੰਦੇ, ਹੁਣ ਦੇਖੋ ਧਰਮ ਦੇ ਉੱਤੇ ਵੀ ਆਪਾਂ ਇਸ ਤਰ੍ਹਾਂ ਹੀ ਕਰਦੇ ਹਾਂ। ਸਰਜੀਓ ਕਾਟੇ ਨਿਰਜੀਓ ਪੂਜੈ ਅੰਤ ਕਾਲ ਕੋ ਭਾਰੀ। ਕਹਿੰਦੇ ਦੇਖ ਲਓ, ਮਿੱਟੀ ਦੀ ਮੂਰਤੀ ਦੇ ਉੱਤੇ ਜਿਹੜੇ ਹੈਗੇ ਸਰਜੀਵ, ਜਿਹੜਾ ਜਿਹਦੇ ਅੰਦਰ ਜਾਨ ਹੈਗੀ ਆ, ਜਾਨਵਰ ਵਿਚਾਰੇ ਕਦੀ ਬੱਕਰੇ ਦੀ ਬਲੀ ਦੇ ਦਿੰਦੇ ਆ, ਕਦੀ ਕੁਛ ਚੜਾ ਦਿੰਦੇ ਆ, ਕਦੀ ਕੁਛ ਕਰ ਦਿੰਦੇ ਆ। ਕਹਿੰਦੇ ਸਰਜੀਓ ਕਾਟੇ ਨਿਰਜੀਓ ਪੂਜੈ, ਨਿਰਜੀਵ ਨੂੰ ਪੂਜਦੇ ਆ। ਕਹਿੰਦੇ ਅੰਤ ਕਾਲ ਕੋ ਭਾਰੀ, ਕਹਿੰਦੇ ਆਖਰੀ 'ਚ ਤਾਂ ਤੈਨੂੰ ਲੇਖਾ ਤਾਂ ਤੈਨੂੰ ਦੇਣਾ ਪੈਣਾ, ਅਖੀਰ ਵੇਲੇ ਤਾਂ ਤੈਨੂੰ ਬਹੁਤ ਔਖਾ ਹੋਏਗਾ। ਰਾਮ ਨਾਮ ਕੀ ਗਤ ਨਹੀਂ ਜਾਣੀ, ਭੈ ਡੂਬੇ ਸੰਸਾਰੀ। ਕਹਿੰਦੇ ਰਾਮ ਨਾਮ ਦੀ ਗਤ ਤੂੰ ਜਾਣੀ ਨਹੀਂ। ਉਹ ਮਾਲਕ ਪਰਮਾਤਮਾ ਜਿਹੜਾ ਤੇਰੇ ਅੰਦਰ ਹੈਗਾ ਆ, ਉਹ ਜਿਹੜਾ ਹੈਗਾ, ਉਹਨੂੰ ਜਿਹੜਾ ਹੈਗਾ, ਉਹ ਜਿਹੜੀ ਤੇਰੀ ਲਾਈਫ ਹੈ, ਜਿਹਦੇ ਨਾਲ ਤੂੰ ਤੁਰਦਾ ਫਿਰਦਾ ਹੋ ਰਿਹਾ ਆ, ਕਹਿੰਦੇ ਉਹ ਮਾਲਕ ਪਰਮਾਤਮਾ, ਉਹਦੇ ਨਾਮ ਦੇ ਦੁਆਰਾ ਜਿਹੜਾ ਹੈਗਾ ਧਿਆਨ ਸਿਮਰਨ ਦੀ ਤਾਂ ਤੂੰ ਗਤ ਸਮਝੀ ਨਹੀਂ। ਪੈ ਡੂਬੇ ਸੰਸਾਰੀ, ਬਸ ਸੰਸਾਰ ਦੇ ਵਿੱਚ ਆਏ, ਇਹ ਮਾਇਆ ਜਿਹੜੀ ਹੈ ਮਾਲਕ ਨੇ ਪਾਇਆ ਆ, ਇਹਦੇ ਵਿੱਚ ਜਿਹੜਾ ਹੈਗਾ ਸਵਾਦਾਂ ਦੇ ਵਿੱਚ, ਰਸਾਂ ਕਸਾਂ ਦੇ ਵਿੱਚ ਜਿਹੜਾ ਹੈਗਾ ਡੁੱਬ ਗਿਆ। ਸੰਸਾਰ ਦੇ ਜੋ ਮਾਲਕ ਨੇ ਖੇਡ ਬਣਾਈ ਸੀ, ਹਾਰ ਗਿਆ। ਹਾਂਜੀ ਵੀਰ ਜੀ। ਹੁਣ ਦੇਖੋ ਸਾਧ ਸੰਗਤ ਜੀ, ਅਬ ਦੇਖੋ ਉੱਪਰਲੀ ਤੁਕ ਦੇ ਵਿੱਚ ਕਿੰਨਾ ਵਧੀਆ ਸਮਝਾਇਆ। ਪਹਿਲੀ ਤੁਕ ਬੋਲੋ ਨਿੱਜਰ ਸਾਹਿਬ, ਸਰਜੀਓ ਕਾਟੇ ਨਿਰਜੀਓ ਪੂਜੈ ਅੰਤ ਕਾਲ ਜੀਂਦੇ ਨੂੰ ਤੂੰ ਵੜ ਦੇਣਾ। ਹਾਂ, ਤੇ ਜਿਹੜੀ ਇੱਕ ਮਿੱਟੀ ਆ, ਇੱਕ ਮੂਰਤੀ ਆ, ਤੂੰ ਉਹਦੀ ਪੂਜਾ ਕਰਦਾ। ਹਾਂ, ਔਰ ਉਹ ਵੀ ਇਸੇ ਤਰੀਕੇ ਨਾਲ ਗੋਰਖੀ ਸਾਹਿਬ, ਆਪਾਂ ਜਿਹੜੇ ਪਿੱਤਰਾਂ ਦੀ ਗੱਲ ਵੀ ਸੇਮ ਹੀ ਹੈ ਨਾ। ਪਿੱਤਰ ਜਦ ਜਿਉਂਦੇ ਸੀ ਉਦੋਂ ਤਾਂ ਸੇਵਾ ਨਹੀਂ ਕੀਤੀ, ਬਾਅਦ ਵਿੱਚ ਸਰਾਧ ਕਰਾ ਰਹੇ ਆ ਮਰਨ ਤੋਂ ਬਾਅਦ। ਉਹ ਵੀ ਤਾਂ ਜਿਉਂਦੇ ਨੂੰ ਕੱਟ ਦਿੱਤਾ ਤੂੰ, ਉਹ ਵੀ ਤਾਂ ਇਹੀ ਕੁਛ ਕੀਤਾ। ਤੇ ਨਿੱਜਰ ਸਾਹਿਬ ਤੇ ਇਹ ਪਖੰਡ ਦੇ ਬਰਖਲਾਫ ਹੀ ਬੋਲ ਰਿਹਾ। ਧਾਰਮਿਕ ਸਥਾਨਾਂ ਤੇ ਮੰਨ ਲਓ ਤੁਸੀਂ ਲੰਗਰ ਵੀ ਲਵਾਤਾ ਸੀ, ਤੂੰ ਆਪਣੇ ਮਾਂ ਪਿਓ ਨੂੰ ਰੋਟੀ ਨਹੀਂ ਖਵਾਈ, ਤੇ ਉਹ ਵੀ ਕੋਈ ਕੰਮ ਦੇ ਨਹੀਂ ਜੋ ਲੰਗਰ। ਬਿਲਕੁਲ, ਇਹ ਕੰਮ ਦੀ ਗੱਲ ਤੇ ਇਹੋ ਕਰ ਰਹੇ ਆ। ਹੁਣ ਆਮ ਧਾਰਮਿਕ ਸਥਾਨਾਂ ਤੇ ਲੋਕੀ ਬੜਾ ਜਾ ਕੇ ਮਾਰਬਲ ਰਗੜਦੇ, ਮੇਰੇ ਵਰਗਾ ਨਾ ਦੁਨੀਆ ਭਰ ਦੀਆਂ ਜੁੱਤੀਆਂ ਮਾਂਜੀ ਜਾਂਦਾ, ਕਿਲੋ ਮਿੱਟੀ ਚੁੱਕ ਕੇ ਮੂੰਹ ਤੇ ਮਲੀ ਜਾਂਦਾ, ਪਤਾ ਨਹੀਂ ਮਿੱਟੀ 'ਚ ਕੀ ਪਿਆ। ਉਹ ਬੇਵਕੂਫਾ, ਤੇਰੇ ਘਰ ਜਿਹੜੇ ਤੋਂ ਬੁੱਢਾ ਬੁੱਢੀ ਬੈਠੇ ਆ, ਕਿਤੇ ਉਹਨਾਂ ਦੀਆਂ ਜੁੱਤੀਆਂ ਸਾਫ਼ ਕੀਤੀਆਂ ਹੀ? ਕਿਉਂਕਿ ਪ੍ਰਕਿਰਤੀ ਨੂੰ ਪਤਾ ਵਾ। ਬੰਦਾ ਨਿੱਜਰ ਸਾਹਿਬ ਘਰੇ ਉਹ ਬਾਣੀ ਤੇ ਗੱਲ ਕਰਦੀ ਕਿ ਲੋਕਾਚਾਰੀ ਕਰਦਾ ਹੈ, ਪਖੰਡ ਕਰਦਾ ਹੈ ਬਾਹਰ ਜਾ ਕੇ। ਵੀਰ ਜੀ, ਮੈਂ ਨਾ ਇੱਥੇ ਦੇਖਿਆ ਗੋਰਖੀ ਸਾਹਿਬ, ਆਪਣੇ ਜਿਹੜਾ ਹੈਗੇ ਜਿਹੜੇ ਗੁਰਦੁਆਰਾ ਹੈਗਾ ਸ਼ੀਸ਼ਗੰਜ ਗੁਰਦੁਆਰੇ, ਉਹ ਜਿਹੜੇ ਆ ਉੱਥੇ ਜਿਹੜੇ ਜੋੜੇ ਸਾਫ਼ ਕਰਦੇ, ਉਸ ਤੋਂ ਬਾਅਦ ਜਿਹੜੀ ਹੈਗੀ ਉਹ ਚਰਨ ਧੂੜ ਜਿਹੜੀ ਹੈਗੀ, ਉਹ ਜਿਹੜੀ ਹੁੰਦੀ ਆ, ਉਹਨੂੰ ਇਕੱਠੀ ਕਰਦੇ ਆ, ਫਿਰ ਉਹਦੀਆਂ ਪੁੜੀਆਂ ਬਣਦੀਆਂ ਆ, ਫਿਰ ਉਹ ਪੁੜੀਆਂ ਵੰਡਦੇ ਆ। ਕਹਿੰਦੇ ਲਓ ਜੀ ਆਹ ਰੱਖੋ ਆਪਣੇ, ਜਦ ਹਾਰਟ ਅਟੈਕ ਆਊਗਾ ਤੇ ਇਹਨੂੰ ਜਿਹੜਾ ਮੜ ਲਿਓ। ਐਵੇਂ ਦੇ ਜਿਹੜੇ ਹੈਗੇ ਆ, ਸਾਰਾ ਸਿਲਸਿਲਾ ਚੱਲ ਰਿਹਾ। ਬਾਈਪਾਸ ਸਰਜਰੀ ਆ ਜੂਗੀ। ਅੱਛਾ, ਇੱਥੇ ਸਾਧ ਸੰਗਤ ਜੀ, ਇਹ ਨਾ ਆਪਣੇ ਇੱਥੇ ਨਾ ਆਪਣੇ ਡੇਰਾਵਾਦ 'ਚ ਵੀ ਹੈਗਾ, ਆਪਣੇ ਧਾਰਮਿਕ ਸਥਾਨਾਂ 'ਚ ਵੀ, ਸਾਰੇ ਗੁਰਦੁਆਰਿਆਂ 'ਚ ਵੀ ਇਹ ਪਖੰਡ ਬਹੁਤ ਚੱਲਦਾ। ਬੰਦਾ ਨਾ ਜਿਉਂਦੇ ਦੀ ਪੂਜਾ ਨਹੀਂ ਕਰਦਾ, ਮਰਿਆਂ ਦੀ ਕਰਦਾ ਹੈ, ਦਿਲ ਦੀ ਪੂਜਾ ਕਰਦਾ ਹੈ, ਪਖੰਡ ਕਰਦਾ ਹੈ, ਆਪਣੀ ਡਿਊਟੀ ਨਹੀਂ ਨਿਭਾਵੇਗਾ। ਹਾਂ, ਉੱਥੇ 100 ਟੀਨ ਘਿਓ ਦਾ ਜ਼ਰੂਰ ਚੜਾ ਦੇਗਾ। ਕਿਉਂ ਚੜਾ ਦੇਗਾ? ਉਹ ਇੱਕ ਬੇਵਕੂਫੀ ਹੈ। ਉਹਨਾਂ ਨੇ ਭੌ ਦੇ ਵਿੱਚ ਤੁਹਾਨੂੰ ਰੱਖਿਆ, ਡਰਾ ਕੇ ਰੱਖਿਆ ਹੈ, ਆ ਵੇਖੋ ਭਰਮਾਂ 'ਚ ਪਾਇਆ ਹੈ। ਔਰ ਇਹ ਕੀ ਕਰਦੇ ਆ, ਸੰਸਾਰ ਨੂੰ ਇਸੇ ਹੀ ਤਰ੍ਹਾਂ ਲੋਕ ਬੇਵਕੂਫ ਬਣਾਉਂਦੇ ਰਹਿੰਦੇ ਨੇ।
ਕਿ ਤੂੰ ਏਦਾਂ ਕਰ ਕਿ ਇੱਥੇ ਚੜਾਇਆ ਕਰ ਤਾਂ ਇੱਥੇ ਜਿਹੜਾ ਤੂੰ ਲੰਗਰ ਲਾਏਂਗਾ ਨਾ ਇਹਦੀ ਬਹੁਤ ਮਾਨਤਾ ਬਾਣੀ ਤੇ ਕਹਿੰਦੀ ਆ ਨਾ ਕਹਿੰਨੂੰ ਚਰਨਜੀਤ ਪੰਗੇ ਲੈਣਾ ਘਰੇ ਤੇਰੇ 2 ਬੁੱਢਾ ਬੁੱਢੀ ਬੈਠੇ ਆ ਨਾ ਪੁੱਤ ਤੂੰ ਉਹਨਾਂ ਨੂੰ ਰੋਟੀ ਪਾ ਦੇ ਬਸ ਬਹੁਤ ਵੱਡੀ ਗੱਲ ਹੈ। ਕਿਤੇ ਧੱਕੇ ਖਾਣ ਦੀ ਲੋੜ ਨਹੀਂ। ਸਰਵਣ ਦੀ ਬਹਿਣੀ ਯਾਦ ਹੈ ਤੁਹਾਨੂੰ? ਸਰਵਣ ਦੀ ਉਹ ਸਰਵਣ ਨੇ ਕਿਹਨੂੰ ਰੱਬ ਰੂਪ ਨੂੰ ਦਿੱਤੇ ਆਈ ਨਹੀਂ, ਉਹਨੇ ਆਪਣੇ ਮਾਂ ਪਿਓ ਨੂੰ ਧਿਆਇਆ ਸੀ। ਇਹ ਨਿੱਜਰ ਸਾਹਿਬ ਮੈਂ ਨਹੀਂ ਕਹਿੰਦਾ ਕਿ ਆਪਾਂ ਮਤਲਬ ਐਕਸਟ੍ਰੀਮ ਤੇ ਜਾਣਾ ਹੈ। ਆਪਣੇ ਬੇਸਿਕ ਡਿਊਟੀ ਆਪਾਂ ਉਹਨਾਂ ਨੂੰ ਸਾਫ਼ ਸੁਥਰਾ ਕੱਪੜਾ ਦੇਈਏ, ਉਹਨਾਂ ਦੀ ਟੇਕ ਕੇਅਰ ਕਰੀਏ। ਔਰ ਅਕਸਰ ਮੈਂ ਵੇਖਿਆ ਬੁੱਢੇ ਗਲ ਜਾਂਦੇ ਨੇ ਤੇ ਉਹਨਾਂ ਨੂੰ ਥੱਲਦੇ ਹੀ ਨਹੀਂ ਲੋਕੀ। ਬਿਲਕੁਲ। ਮੇਰੇ ਸਹੁਰਿਆਂ ਦੇ ਵੱਲ ਮੈਂ ਦੱਸਣਾ ਚਾਹੁੰਦਾ, ਉਹ ਬੰਦਾ ਚੰਗਾ ਭਲਾ ਬੰਦਾ, ਨੰਬਰਦਾਰ ਵੱਜਦੀ ਸਫੇਦ ਪੋਜ ਵੱਜਦੀ, ਉਹ ਬੁੱਢਾ ਹੋ ਗਿਆ ਵਿਚਾਰਾ, ਉਹਨੂੰ ਜਰਾ ਉਤਰੇ ਨਹੀਂ ਜਾਂਦਾ ਰੁਕੋ। ਤੇ ਨਿੱਜਰ ਸਾਹਿਬ ਮੈਂ ਕੀ ਕਰਨਾ, ਮੈਂ ਤੇ ਪ੍ਰਾਹੁਣਾ ਹਾਂ। ਉਹ ਵਿਚਾਰੇ ਦੀ ਗੋਹੇ ਦੇ ਲਾਗੇ ਮੰਜੀ, ਵਿਚਾਰੇ ਦੀ ਸਵੇਰੇ ਮੰਜੀ ਕੱਢ ਦੇਣੀ, ਉਹਦੀ ਚਾਲ ਦੇ ਵਿੱਚ ਸ਼ਾਮੀ ਮੱਛਰ ਲੜੀ ਜਾਣਾ, ਉਹਨੂੰ ਕਿੰਨੇ ਅੰਦਰ ਵਾੜਨਾ ਹੀ ਨਹੀਂ। ਵੇਖ ਲਓ ਹੁਣ ਕੀ ਸੋਚਦੇ ਜੋ ਜਿਹੜੀ ਔਲਾਦ ਏਦਾਂ ਦੀ ਹੈ। ਹੁਣ ਇਹਨੇ ਏਦਾਂ ਦਾ ਜੀਵਨ ਬਤੀਤ ਕੀਤਾ ਔਰ ਉਸ ਤੋਂ ਬਾਅਦ ਜੇ ਇਹ ਬੰਦਾ ਗੁਰਦੁਆਰੇ ਜਾ ਕੇ ਕੋਈ ਲੰਗਰ ਲਾਉਂਦਾ ਹੈ ਜਾਂ ਕੋਈ ਪਾਲਕੀ ਚੜਾ ਦਿੰਦਾ ਹੈ, ਜੋ ਮਰਜ਼ੀ ਚੜਾ ਦੇ, ਕਿ ਪ੍ਰਮਾਤਮਾ ਉਸ ਚੀਜ਼ ਨੂੰ ਕਬੂਲ ਕਰੇਗਾ? ਉਸ ਕਰਮ ਨੂੰ ਆਪਾਂ ਬਦਲ ਸਕਦੇ ਹਾਂ। ਇਹ ਜਸਟ ਸੋਚਿਆ ਜਾਵੇ ਸਾਧ ਸੰਗਤ ਜੀ। ਇਸ ਲਈ ਕਹਿੰਦੇ ਕਿ ਦਾਨ ਵੀ ਕਰੋ, ਪਰ ਉਹ ਦਾਨ ਸੱਚੀ ਤੁਹਾਡੀ ਮਿਹਨਤ ਦੀ ਕਮਾਈ ਹੈ, ਕਿਤੇ ਚੋਰੀ ਚਾਰੀ ਤੇ ਨਹੀਂ ਕਰਕੇ ਲੈ ਆਏ। ਉਹ ਕੁਦਰਤ ਨਹੀਂ ਚਾਹੁੰਦੀ ਉਹ ਪੈਸਾ, ਉਹ ਤੇ ਮਿੱਟੀ ਹੈ। ਪਰ ਲੋਕ ਏਦਾਂ ਕਰਦੇ ਆ, ਚੜ੍ਹ ਦਿੰਦੇ ਤੇ ਜਾ ਕੇ। ਪਰ ਕੁਦਰਤ ਦੇ ਘਰ ਚ ਉਹਦੀ ਕੋਈ ਵੈਲਿਊ ਨਹੀਂ। ਹਾਂ ਤੁਹਾਡੀ ਮਿਹਨਤ ਹੈਗੀ ਆ, ਭਾਵੇਂ ਤੁਸੀਂ 1 ਰੁਪਇਆ ਚੜਾਤਾ ਨਾ ਤੇ ਗੰਗਾ ਹੱਥ ਬਾਹਰ ਕੱਢ ਕੇ ਉਸਦੀ ਰਿਸੀਵ ਕਰਦੀ ਆ, ਕਹਿਣ ਤੋਂ ਬਾਅਦ ਉਹ ਬੜੀ ਵੱਡੀ ਗੱਲ। ਮਿਹਨਤ ਕਰਕੇ ਪੈਸਾ ਤੁਸੀਂ ਮਿਹਨਤ ਕੀਤੀ ਆ, ਉਹਦੇ ਦਾਨ ਕਰ ਦਿਓ, ਤੁਹਾਡਾ ਕਬੂਲ ਹੈ। ਪਰ ਜੇ ਤੁਸੀਂ ਠੱਗੀ ਮਾਰੀ ਹੈ, ਚੋਰੀ ਕੀਤੀ ਹੈ ਔਰ ਉਹ ਪੈਸੇ ਤੁਹਾਡੇ ਨਹੀਂ ਹੈਗੇ, ਚੜਾਵੇ ਜਿੱਥੇ ਮਰਜੀ, ਉਹਦੀ ਦੁੱਕੀ ਵੈਲਿਊ ਨਹੀਂ ਹੈਗੀ। ਹਾਂਜੀ ਨਿੱਜਰ ਸਾਹਿਬ, ਪ੍ਰਮਾਤਮਾ ਦੇ ਘਰ ਚ ਹਾਂ ਲੋਕਾਂ ਦੀ ਨਜ਼ਰ ਚ ਬੜੀ ਵੱਡੀ ਗੱਲ ਹੈ। ਤੁਹਾਡੇ ਫੇਰਾ ਪਾ ਦੇਣਗੇ, ਤੁਹਾਡਾ ਉੱਥੇ ਪੱਥਰ ਤੇ ਨਾਂ ਲਿਖ ਦੇਣਗੇ, ਉਹ ਪਖੰਡ ਹੈਗਾ, ਉਹਦੀ ਕੋਈ ਕੀਮਤ ਨਹੀਂ। ਹਾਂਜੀ ਨਿੱਜਰ ਸਾਹਿਬ। ਅੱਗੇ ਕਬੀਰ ਜੀ ਕਹਿੰਦੇ ਦੇਵੀ ਦੇਵਾ ਪੂਜੈ ਡੋਲੈ। ਕਹਿੰਦੇ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ ਤੂੰ, ਪੱਥਰਾਂ ਦੀ ਪੂਜਾ ਕਰਦਾ ਹੈ, ਮੂਰਤੀਆਂ ਦੀ ਪੂਜਾ ਕਰਦਾ ਹੈ, ਜਗ੍ਹਾ ਜਗ੍ਹਾ ਜਾ ਕੇ ਜਿਹੜਾ ਹੈਗਾ ਸਥਾਨਾਂ ਦੇ ਉੱਤੇ ਜਾਣਾ ਹੈ, ਉੱਥੇ ਜਾ ਕੇ ਤੂੰ ਜਿਹੜਾ ਹੈਗਾ, ਪਰ ਪਾਰ ਬ੍ਰਹਮ ਨਹੀਂ ਜਾਣਾ। ਪਾਰ ਬ੍ਰਹਮ ਜਿਹੜਾ ਤੇਰੇ ਅੰਦਰ ਆ, ਇਹ ਬ੍ਰਹਮ, ਇਸ ਤੋਂ ਅੱਗੇ ਦੀ ਗੱਲ ਜਿਹੜੀ ਹੈ, ਜਿਹੜਾ ਬੈਕਗਰਾਊਂਡ ਪਿੱਛੇ ਜਿਹੜਾ ਹੈ ਮਾਲਕ ਪਰਮਾਤਮਾ ਜਿਹੜਾ ਹੈਗਾ ਸਾਰੀ ਖੇਡ ਨੂੰ ਚਲਾ ਰਿਹਾ ਆ, ਕਹਿੰਦੇ ਉਹਦੇ ਬਾਰੇ ਤਾਂ ਤੈਨੂੰ ਕੁਝ ਪਤਾ ਹੀ ਨਹੀਂ ਹੈ। ਤੇਰੇ ਅੰਦਰ ਕਦੀ ਚੁੱਪ ਕਰਕੇ ਬੈਠਾ ਹੀ ਨਹੀਂ ਤੂੰ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਣਾ। ਕਹਿਤ ਕਬੀਰ ਅਕੁਲ ਨਹੀਂ ਚੇਤਿਆ। ਕਹਿੰਦੇ ਉਹਨੂੰ ਕਦੀ ਚੇਤੇ ਕੀਤਾ ਹੈ? ਕਦੀ ਅੰਦਰ ਵੜ ਕੇ ਬੈਠਾ ਹੈ? ਕਦੀ ਵਿਚਾਰ ਬੰਦ ਕੀਤੇ ਆਪਣੇ? ਉਹ ਅਕੁਲ ਜਿਹਦਾ ਕੋਈ ਕੁਲ ਨਹੀਂ ਹੈ, ਮਾਲਕ ਪਰਮਾਤਮਾ ਦਾ, ਜਿਹੜਾ ਸਾਰੀ ਸੰਸਾਰ ਦੇ ਵਿੱਚ ਹੈਗਾ, ਜਿਹੜਾ ਕਹਿੰਦੇ ਉਹਨੂੰ ਕਦੀ ਚੇਤੇ ਕੀਤਾ ਹੈ? ਵਿਖਿਆ ਸਿਓ ਲਪਟਾਨਾ। ਕਹਿੰਦੇ ਵਿਸ਼ੇ ਵਿਕਾਰਾਂ ਦੇ ਨਾਲ ਹੀ ਲਿਪਟਿਆ ਰਿਹਾ ਸਾਰੀ ਉਮਰ, ਜਿਹੜਾ ਹੈਗਾ ਆਹੀ ਕੁਛ ਕਰਦਾ ਰਹਿ ਗਿਆ। ਹਾਂਜੀ ਵੀਰ ਜੀ। ਹਾਂ ਬਿਲਕੁਲ ਠੀਕ ਹੈ ਜੀ। ਉਹ ਕਹਿੰਦੇ ਦੇਵੀ ਦੇਵੀ ਨੂੰ ਪੂਜਿਆ, ਦੇਵਤਿਆਂ ਨੂੰ ਪੂਜਦਾ ਤੇ ਡੋਲਦਾ ਰਹਿੰਦਾ ਇੱਧਰ ਉੱਧਰ, ਇੱਧਰ ਤੋਂ ਭਟਕਦਾ ਫਿਰਦਾ। ਕੀ ਤਮਾਸ਼ਾ ਕਰ ਰਿਹਾ ਤੂੰ? ਉੱਥੇ ਕੀੜਾ ਮਾਰੀ ਜਾਨਾ ਗੁਰਦੁਆਰੇ ਜਾਨਾ, ਉੱਥੇ ਘਮੀਰੀ ਨੂੰ ਘੁੰਮ ਕੇ ਵਾਪਸ ਆ ਜਾਨਾ, ਉੱਥੇ ਪਾਠ ਵੀ ਪੜ੍ਹਦਾ, ਉੱਥੇ ਚਲੋ ਠੀਕ ਹੈ ਸੇਵਾ ਵੀ ਕਰਦਾ, ਮਾੜੀ ਚੀਜ਼ ਨਹੀਂ ਹੈ। ਮੈਂ ਨਹੀਂ ਕਹਿੰਦਾ ਸੇਵਾ ਕਰਨੀ ਮਾੜੀ ਚੀਜ਼ ਆ, ਪਰ ਉਹ ਜ਼ਿੰਦਗੀ ਦਾ ਮਕਸਦ ਨਹੀਂ ਆ। ਉਹਦੇ ਮਕਸਦ ਤੁਹਾਡਾ ਤੇ ਆਹ ਲਿਖਿਆ ਨਾ, ਪਾਰ ਬ੍ਰਹਮ ਨਹੀਂ ਤੂੰ ਜਾਣਦਾ। ਤੈਨੂੰ ਪਤਾ ਹੈ ਪਾਰ ਬ੍ਰਹਮ ਕੀ ਹੈ? ਪਾਰ ਬ੍ਰਹਮ ਤੇ ਮਨ ਤੋਂ ਅੱਗੇ। ਬਿਲਕੁਲ। ਤੂੰ ਉੱਥੇ ਗਿਆ ਹੀ ਨਹੀਂ, ਤੂੰ ਤੇ ਮਾਮਾ, ਤੈਨੂੰ ਤੇ ਨਹੀਂ ਪਤਾ ਤੇਰੇ ਅੰਦਰ ਮਨ ਹੈਗਾ, ਤੇ ਵੀ ਨਹੀਂ ਪਤਾ ਤੇਰੇ ਅੰਦਰ ਬੁੱਧੀ ਹੈ, ਤੈਨੂੰ ਇਹ ਨਹੀਂ ਪਤਾ ਤੇਰੇ ਅੰਦਰ ਹਉਮੈ ਆ, ਤੈਨੂੰ ਇਹ ਨਹੀਂ ਪਤਾ ਕਾਮ ਆ, ਕ੍ਰੋਧ ਆ, ਲੋਭ ਆ, ਮੋਹ, ਹੰਕਾਰ ਆ, ਇਹ ਸਾਰਿਆਂ ਦੇ ਮਿਲਣ ਦੇ ਨਾਲ ਇੱਕ ਮਨ ਬਣਿਆ। ਤੈਨੂੰ ਇਹ ਨਹੀਂ ਪਤਾ ਤੇਰੇ ਅੰਦਰ ਚੇਤਾ ਹੈਗਾ, ਜਿੱਥੇ ਸਾਰਾ ਕੁਝ ਚੱਲਣ ਦਿਆ। ਤੂੰ ਤੇ ਗਿਆਨ ਮੱਛੀ ਵਾਂਗੂ, ਤੈਨੂੰ ਦੇਦਾ ਹੀ ਕੁਛ ਨੀ, ਜੋ ਮਰਜੀ ਕਰਮ ਆਉਂਦਾ ਲਵੇਟੀ ਜਾਂਦਾ ਮਾਂ ਦੇ ਪੁੱਤਾ, ਤੂੰ ਤੇ ਕੱਢਿਆ ਹੀ ਕੁਛ ਨੀ। ਮੁੜ ਕੇ ਕਹਿੰਦੇ ਸਵਾਹ ਦੀ ਪੰਡ ਏਡੀ ਵੱਡੀ ਹੋ ਗਈ, ਧਰਮਰਾਜ ਕਹਿੰਦਾ ਵੀ ਚਕਾਓ ਇਹਦੇ ਮੋਢਿਆਂ ਤੇ। ਇਹ ਬੜੇ ਮਿਹਨਤ ਨਾਲ ਇਕੱਠੀ ਕੀਤੀ ਹੈ ਸਵਾਹ ਕਹਿੰਦੇ ਉਹਨੂੰ, ਹੈਂ। ਉਹ ਕਹਿੰਦੇ ਸਵਾਹ ਦੀ ਪੰਡ ਫਿਰ ਸੱਜਣਾ ਤੈਨੂੰ ਚੁੱਕ ਕੇ ਜਾਣਾ ਪਊਗਾ, ਬੜੀ ਮੁਸ਼ਕਿਲ ਹੋ ਜਾਣੀ ਹੈ। ਇਹੋ ਗੱਲ ਕਰਦੇ ਆ, ਕਹਿੰਦੇ ਕਿ ਤੂੰ ਹੀ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਹੈ, ਪਖੰਡ ਕਰਦਾ ਰਿਹਾ ਸਾਰੀ ਜ਼ਿੰਦਗੀ, ਤੈਨੂੰ ਨੀ ਪਤਾ ਹੈ ਬ੍ਰਹਮ ਹੈ ਸਾਰਾ।
ਇਹਦੇ ਪਿੱਛੇ ਇੱਕ ਪਾਰ ਬ੍ਰਹਮ ਹੈ। ਉਹਦੇ ਕੋਲ ਕਿਤੇ ਆਵੇ ਕਿ ਨਾ ਪਾਰ ਬ੍ਰਹਮ ਨਹੀਂ ਕਿ ਉਹਨਾਂ ਨੇ ਪਾਰ ਬ੍ਰਹਮ ਕਿਹਾ ਜੀ। ਬਿਲਕੁਲ ਇਹਦੇ ਪਿੱਛੇ ਪਾਰ ਬ੍ਰਹਮ ਹੈ। ਕੋਸ਼ਿਸ਼ ਨਹੀਂ ਕੀਤੀ, ਨਹੀਂ ਪਤਾ ਸੀ ਤੇ ਲੋਕਾਂ ਕੋਲ ਪੁੱਛ ਲੈਂਦਾ। ਗ੍ਰੰਥਾਂ 'ਚ ਕੀ ਲਿਖਿਆ ਹੈ? ਗ੍ਰੰਥ ਦੇ ਰੌਲਾ ਪਾਉਂਦੇ ਆ। ਬਿਲਕੁਲ ਕਿਆ ਜਿਹੜਾ ਪਖੰਡ ਕਰਦਾ ਹੈ, ਵਿਪਰਨ ਕੀ ਰੀਤ ਹੈ, ਤੂੰ ਲੋਕਾਂ ਜਾਰੀ ਕਰ ਰਿਹਾ ਹੈ। ਇਹ ਤੂੰ ਬਾਹਰੋਂ ਬੜਾ ਕਾਸਟਿਊਮ ਕੀਤਾ, ਮੇਕਅਪ, ਜਿੱਦਾਂ ਔਰਤਾਂ ਮੇਕਅਪ ਨਹੀਂ ਕਰ ਲੈਂਦੀਆਂ। ਕਈ ਮੈਂ ਵੇਖਦਾ ਖੜੀਆਂ ਬੁੱਢੀਆਂ ਹੀ ਹੁੰਦੀਆਂ, ਝੁੱਡੀਆਂ ਝਰੀਆਂ ਹੀ ਹੁੰਦੀਆਂ, ਕਿਲੋ ਕੁ ਪਾਊਡਰ ਮਲਦੀਆਂ ਉੱਤੇ, ਹੋਰ ਪਤਾ ਨਹੀਂ ਕਿੰਨਾ ਕੁ YouTube ਤੇ ਵੀ ਆਉਂਦੀਆਂ ਨੇ। ਬੜਾ ਪੋਚਾ ਪਾਚਾ ਮਾਰ ਕੇ ਇੱਕ ਸਮਾਂ ਆਊਗਾ ਬੜੀ ਵਧੀਆ ਲੇਅਰ ਬਣਾਉਂਦੇ ਨੇ ਜੋ ਸਾਹਿਬ, ਤੇ ਠੀਕ ਠਾਕ ਜਨਾਨੀ ਚੰਗੀ ਭਲੀ ਮਾਡਲ ਲੱਗਣ ਡਿਆ ਪੈਂਦੀ ਆ। ਉਸੇ ਹੀ ਤਰ੍ਹਾਂ ਧਾਰਮਿਕ ਇਨਸਾਨ ਆ, ਕਿੱਦਾਂ ਮੇਕਅਪ ਕਰਦਾ। ਪਰ ਕਹਿੰਦੇ ਇਹ ਜਿਹੜਾ ਮੇਕਅਪ ਆ ਇੱਕ ਇਨਸਾਨ ਨੂੰ ਧੋਖਾ ਦੇ ਸਕਦਾ ਹੈ, ਪਰ ਪਾਰ ਬ੍ਰਹਮ ਨੂੰ ਧੋਖਾ ਨਹੀਂ ਦੇ ਸਕਦਾ। ਤੂੰ ਜਾਣਦਾ ਹੈ ਕਿ ਇਹ ਜਿਹੜਾ ਮੇਕਅਪ ਤੇ ਨਕਲੀ ਹੈ, ਤੂੰ ਅੰਦਰੋਂ ਕੁਝ ਹੋ ਰਿਹਾ, ਤੇ ਅੰਦਰੋਂ ਤੂੰ ਕੁਝ ਹੋ ਰਿਹਾ, ਬਾਹਰੋਂ ਕੁਝ ਹੋ ਰਿਹਾ ਨਾ। ਪਾਣੀ ਕਿਉਂ ਲਿਖਿਆ? ਜਿਨ ਮਨ ਅੰਦਰ, ਜਿਨ ਮਨ ਹੋਰ ਭਾਂਡੇ ਕੱਚੇ ਆ, ਏਦਾਂ ਦੀ ਲਿਖਿਆ। ਭਾਂਡੇ ਕੱਚੇ ਆ, ਬਿਲਕੁਲ ਬਿਲਕੁਲ ਇਸ ਤਰ੍ਹਾਂ ਬਾਹਰੋਂ ਹੋ ਰਿਹਾ। ਬਹੁਤ ਵਧੀਆ, ਤੇਰੀ ਜ਼ੁਬਾਨ ਬਹੁਤ ਮਿੱਠੀ ਆ, ਬੜਾ ਮਿੱਠਾ ਮਿੱਠਾ ਵੀਰ ਜੀ ਭਾਜੀ ਭਾਜੀ ਕਰਕੇ, ਭੈਣ ਜੀ ਕਰਕੇ, ਭਰਾ ਕਰਕੇ ਪੁੰਦਰ ਫਰੀ ਫੇਰ ਦਿੰਦਾ, ਪਤਾ ਨੀ ਲੱਗਦਾ ਜਿਹੜੀ ਚੜ੍ਹਾਂ ਵੜ ਦਿੰਦਾ। ਪਰ ਪਰਮਾਤਮਾ ਨੂੰ ਪਤਾ ਹੀ ਤੇਰੀਆਂ ਹਰਕਤਾਂ ਦਾ। ਤੂੰ ਡਰ ਹੋਵੇਗਾ, ਉਹਦਾ ਭੈ ਹੋਊਗਾ ਪਰਮਾਤਮਾ ਦਾ, ਤੇ ਤੂੰ ਜੀਵਨ ਟਿੱਕਾ ਵੀ ਹੋ ਜਾਏਗਾ, ਬਖਸ਼ ਦੇਗਾ ਉਹਦਾ ਤੈਨੂੰ। ਤੇਰੀ ਜਿਹੜੀ ਗੇਮ, ਜਿਹੜੀ ਤੇਰੀ ਡਾਇਰੈਕਸ਼ਨ ਹੈ ਬਹੁਤ ਖਤਰਨਾਕ ਹੈ। ਤੂੰ ਵਧੀਆ ਰਸਤੇ ਵੱਲ ਨਹੀਂ ਜਾ ਰਿਹਾ, ਕਾਫੀ ਘਟੀਆ ਜੀਵਨ ਬਤੀਤ ਕਰ ਰਿਹਾ। ਔਰ ਇਹਦਾ ਰਿਜ਼ਲਟ ਜਿੱਦਾਂ ਮੈਂ ਪੜ੍ਹਿਆ ਹੀ ਨਹੀਂ ਆ, ਮੈਂ ਉੱਥੇ ਜਾ ਕੇ ਪੇਪਰ ਦੇ ਕੇ ਆਊਂਗਾ, ਕੀ ਨਿਕਲੂਗਾ ਮੇਰੇ ਪੱਲੇ? ਪਊਗਾ ਕੁਝ? ਮੈਨੂੰ ਕੀ ਮਿਲਣਾ? ਆਂਡਾ ਮਿਲਣਾ ਵੱਡਾ ਹਰਾ। ਜਦੋਂ ਪੜ੍ਹਿਆ ਹੀ ਨਹੀਂ। ਇਹ ਜੀਵਨ ਸਾਡਾ ਇਮਤਿਹਾਨ ਆ। ਇਹ ਜੀਵਨ ਇੱਕ ਧਰਮ, ਮਤਲਬ ਪਹਿਲੀ ਰਿਕੁਆਇਰਮੈਂਟ ਹੈ ਧਰਮ ਦੇ ਵਿੱਚ ਜੀਵਨ ਬਤੀਤ ਕਰਨਾ ਹੈ। ਫਾਲਸ ਪਲੇ ਨਹੀਂ ਕਰਨਾ, ਜੈਨੂਅਨ ਪਲੇ ਕਰਨਾ। ਉਸ ਤੋਂ ਬਾਅਦ ਭਗਤੀ ਕਰਨੀ ਆ ਪਾਰ ਬ੍ਰਹਮ ਦੀ। ਆਵੇ ਕੋ ਪਾਰ ਬ੍ਰਹਮ ਦੀ ਗੱਲ ਕਰ ਰਹੇ ਨੇ ਕਬੀਰ ਜੀ, ਕਹਿੰਦੇ ਪਾਰ ਬ੍ਰਹਮ ਨੂੰ ਜਾਣਾ, ਤੂੰ ਪਰਮਾਤਮਾ ਨੂੰ ਜਾਣਦਾ ਨਹੀਂ ਆ। ਇਹ ਜਿਹੜਾ ਪਖੰਡ ਕਰ ਰਿਹਾ ਵਾ, ਇਹ ਵੀ ਤੂੰ ਅਸਲੀਅਤ ਨਹੀਂ ਹੈਗੀ। ਤੂੰ ਕੇਵਲ ਲੋਕਾਂ ਨੂੰ ਦਿਖਾ ਰਿਹਾ ਕਿ ਮੈਂ ਪਿੱਤਰਾਂ ਦੀ ਪੂਜਾ ਕਰ ਰਿਹਾ, ਇਹ ਕਰ ਰਿਹਾ, ਉਹ ਕਰ ਰਿਹਾ। ਲੋਕਾਂ ਨੂੰ ਦਿਖਾਵਾ, ਕਿਉਂਕਿ ਪਿੱਤਰ ਤੇਰੇ ਘਰ ਸਨ, ਉਹਨਾਂ ਨੂੰ ਤਾਂ ਕਿਤੇ ਤੂੰ ਪੁੱਛਿਆ ਨਹੀਂ, ਪਾਣੀ ਤੱਕ ਨਹੀਂ ਪੁੱਛਿਆ। ਬਿਲਕੁਲ ਤੂੰ ਇਹ ਨਹੀਂ ਪੁੱਛਿਆ ਕਿ ਦਵਾ ਦਾਰੂ, ਤੁਸੀਂ ਤੰਦਰੁਸਤ ਜੋ, ਤੁਹਾਨੂੰ ਕੋਈ ਸਮੱਸਿਆ ਵਾ, ਤੁਹਾਡੀਆਂ ਕੋਈ ਜ਼ਰੂਰਤ, ਤੁਹਾਡੇ ਦਿਲ 'ਚ ਕੋਈ ਗੱਲਬਾਤ ਹੋਵੇ, ਦੱਸੋ, ਆਪਾਂ ਉਹਨੂੰ ਫਿਕਸ ਕਰੀ। ਤੇ ਉਹਦੇ ਤੋਂ ਪੁੱਛਿਆ ਨਹੀਂ। ਹੁਣ ਤੂੰ ਪੂਜਾ ਪੂਜ ਕਰਦਾ ਫਿਰਦਾ, ਤਾਂ ਉਹਦਾ ਕੋਈ ਫਾਇਦਾ ਨਹੀਂ ਹੈਗਾ। ਨਿਜਰ ਸਾਹਿਬ ਕਹਿਤ ਕਬੀਰ, ਅੱਗੇ ਬੋਲੋ। ਅਕੁਲ ਨਹੀਂ ਚੇਤਿਆ, ਕਹਿੰਦੇ ਹੁਣ ਪਾਰ ਬ੍ਰਹਮ ਨੂੰ ਕਿਵੇਂ ਜਾਣਨਾ ਹੈ? ਕਹਿੰਦੇ ਕਦੀ ਤੂੰ ਧਿਆਨ ਸਿਮਰਨ ਕੀਤਾ ਹੈ? ਉਹ ਅਕੁਲ ਜਿਹੜਾ ਹੈ, ਕੋਈ ਕੁਲ ਨਹੀਂ ਹੈ ਜਿਹਦਾ ਮਾਲਕ ਪਰਮਾਤਮਾ ਦਾ। ਕਹਿੰਦੀ ਕਦੀ ਉਹਨੂੰ ਚੇਤੇ ਕੀਤਾ ਹੈ ਤੂੰ? ਕਿ ਖਾਲੀ ਵਿਖਿਆ ਸਿਓ ਮਨ ਵਿਖਿਆ ਸਿਓ ਲਪਟਾਣਾ, ਕਿ ਖਾਲੀ ਜਿਹੜਾ ਹੈਗਾ ਸੰਸਾਰ ਦੇ ਪਦਾਰਥ ਜਿਹੜੇ ਹੈਗੇ, ਵਿਸ਼ੇ ਵਿਕਾਰ ਚੋਗਾ ਜਿਹੜਾ ਹੈ, ਇਸੇ ਨਾਲ ਲਿਪਟਿਆ ਰਿਹਾ ਸਾਰੀ ਉਮਰ। ਹਾਂਜੀ ਹਾਂ, ਬਸ ਠੀਕ ਹੈ। ਇਹ ਕਹਿੰਦੇ ਕਿ ਤੂੰ ਉਹ ਮੇਨ ਕੰਮ ਚੀਜ਼ ਨੂੰ ਛੱਡਤਾ। ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ, ਤੂੰ ਉਹਨਾਂ ਨੂੰ ਹੀ ਭੁੱਲ ਗਿਆ ਵਾ। ਪਰਮਾਤਮਾ ਨੂੰ ਯਾਦ ਕਰਨਾ ਤੇ ਬੜੀ ਤੇੜੀ ਗੱਲ ਨਿਜਰ ਸਾਹਿਬ। ਉਹ ਤੇ ਮਾਂ ਦਾ ਕੋਈ ਸ਼ੇਰ ਦਾ ਬੱਚਾ, ਕੋਈ ਸ਼ੇਰਨੀ ਦਾ ਬੱਚਾ, ਉਹਦੇ ਯਾਦ ਕਰੂ ਪਰਮਾਤਮਾ ਨੂੰ, ਜਿਹੜਾ ਸੰਸਾਰ ਨੂੰ ਥੋੜਾ ਜਾਣਦਾ ਹੈ। ਉਹ ਜਿਹੜਾ ਤੈਨੂੰ ਪੈਦਾ ਕਰਨ ਵਾਲੀ ਆ ਮਾਂ, ਤੂੰ ਉਹਨੂੰ ਭੁੱਲ ਗਿਆ। ਤੇਰੀ ਅਕਲ ਤੇ ਇੰਨਾ ਪੜਦਾ ਪੈ ਗਿਆ, ਤੈਨੂੰ ਮਾਇਆ ਹੀ ਦਿਖਦੀ ਪਈ ਆ, ਪੈਸਾ। ਹੁਣ ਤੈਨੂੰ ਇਹ ਦਿਖਦਾ ਕਿ ਮਾਈ ਨੂੰ ਜੇ ਇਲਾਜ ਕਰਾ ਦੇ ਪਈਆ 2-3 ਹਜ਼ਾਰ ਖੁੱਲ ਜਾਣਾ, ਤੇ ਝਪੀਟ ਵੱਟੀ ਜਾਣਾ। ਨਿਜਰ ਸਾਹਿਬ ਬਿਲਕੁਲ ਕੀ ਆ, ਪਰਮਾਤਮਾ ਨੂੰ ਨੀ ਪਤਾ ਤੂੰ ਕੀ ਕਰਨਾ। ਠੀਕ ਹੈ। ਹੁਣ ਤੇਰੇ ਬੱਚੇ ਆ ਥੋੜੇ ਜਿਹੇ ਬਿਮਾਰ ਹੁੰਦੇ, ਕਿੱਦਾਂ ਭੱਜਾ ਫਿਰਦਾ ਪੁੱਤਰ? ਜਦੋਂ ਤੂੰ ਬਿਮਾਰ ਹਾਂ ਨਾ, ਉਹ ਵੀ ਤੇਰੇ ਏਦਾਂ ਹੀ ਭੱਜੇ ਫਿਰਦੇ। ਬਿਲਕੁਲ। ਹਾਂ, ਹੁਣ ਤੂੰ ਥੋੜਾ ਜਿਹਾ ਏਦਾਂ ਹੋ ਗਿਆ ਕਿ ਜਿਹੜੇ ਤੇਰੇ ਜੋ ਨਿਕਲੇ ਨਾ, ਉਹ ਤੈਨੂੰ ਬੜੇ ਚੰਗੇ ਲੱਗਦੇ ਆ। ਆਪਾਂ ਚੱਪਲ ਤੈਨੂੰ ਵੀ ਏਦਾਂ ਹੀ ਪੈਣੀ ਹੈ ਇੱਕ ਸਮੇਂ 'ਚ, ਕਿਉਂਕਿ ਜਿਹੜਾ ਕਰਮ ਆਪਾਂ ਕਰਦੇ ਆ, ਉਹ ਕਰਮ ਜਿਹੜਾ ਵਾ ਉਹ ਪ੍ਰਕਿਰਤੀ ਨੂੰ ਫੜ ਲੈਂਦੀ, ਛੱਡਦੀ ਨੀ ਉਹਨੂੰ। ਨਹੀਂ ਯਕੀਨ ਤਾਂ ਕਰਕੇ ਵੇਖ ਲਿਓ। ਤੁਸੀਂ ਬੀਜ ਕੇ ਵੇਖ ਲਿਓ, ਵੱਢਣਾ ਤੁਸੀਂ ਖੁਦ ਹੀ ਆ ਮਿੱਤਰ ਸਾਹਿਬ। ਬਿਲਕੁਲ ਡਰਾਉਂਦਾ ਨਹੀਂ ਮੈਂ ਪਿਆ। ਤੁਸੀਂ ਬੀਜ ਕੇ ਵੇਖ ਲਿਓ, ਤੁਸੀਂ ਆਪਣੀ ਕਿਆਰੀ 'ਚ ਬੀਜੋ, ਤੇ ਗੁਆਂਢੀਆਂ ਲੈ ਕੇ ਉੱਥੇ ਤੜੀ ਕਣਕ ਬੀਜ ਕੇ, ਤੇ ਕਣਕ ਹੀ ਉਗਣੀ, ਝੋਨਾ ਬੀਜਾ, ਝੋਨਾ ਉਗਣਾ।
ਜੇ ਕੰਡੇ ਬੀਜੇ ਤੇ ਕੰਡੇ ਉੱਗਣੇ ਆ। ਹੁਣ ਗੁਆਂਢੀ ਕਿੱਥੋਂ ਆ ਕੇ ਬਦਲ ਜਾਣਗੇ। ਇਹੋ ਹਿਸਾਬ ਜਿਹੜਾ ਸਾਡੇ ਕਰਮ ਆ, ਪ੍ਰਕਿਰਤੀ ਨੇ ਇੱਕ ਨਿਯਮ ਬਣਾਇਆ, ਜਿੱਦਾਂ ਦਾ ਅਸੀਂ ਬੀਜਾਂਗੇ ਉਸੇ ਹੀ ਤਰ੍ਹਾਂ ਦੀ ਚੀਜ਼ ਉੱਗਣੀ ਹੈ। ਤੇ ਧਿਆਨ ਨਾਲ ਬੀਜਿਆ ਕਰੋ, ਗਲਤ ਚੀਜ਼ ਨਾਲ ਬੀਜਿਆ ਕਰੋ। ਔਰ ਕਹਿੰਦੇ ਵਿਖਿਆ ਦਾ ਮਤਲਬ ਮਾਇਆ, ਯਥਾਰਥ ਸੱਚ ਨਹੀਂ। ਹੁਣ ਬੜਾ ਵਧੀਆ ਲੱਗਦਾ ਹੈ, ਹਾਂ ਇਹ ਲੱਗਦਾ ਹੈ ਕਿ ਉਹ ਪੈਸੇ ਆ ਰਹੇ ਨੇ ਕਿਸੇ ਵੀ ਤਰੀਕੇ ਨਾਲ। ਇਨਸਾਨ ਦੇਖੋ ਕਿੱਦਾਂ ਜ਼ਮੀਨ ਦਾ ਡਿੱਗ ਜਾਂਦਾ ਹੈ, ਚੁੱਕ ਲੈਂਦਾ ਪਿਆ, ਪਰ ਉਹ ਚੰਗੀ ਚੀਜ਼ ਨਹੀਂ ਹੈ। ਇਹ ਆਪਾਂ ਨੂੰ ਕਬੀਰ ਜੀ ਸਮਝਾ ਰਹੇ। ਹਾਂਜੀ ਨਿਜਰ ਸਾਹਿਬ ਅੱਗੇ ਚਲੀ। ਹਾਂਜੀ ਅੱਗੇ ਗੌੜੀ, ਜੀਵਤ ਮਰੈ ਮਰੈ ਫੁਨ ਜੀਵੈ ਐਸੇ ਸੁਨ ਸਮਾਇਆ। ਆ ਲਓ ਹੁਣ ਸੁਨ ਦੇ ਵਿੱਚ ਪਰਮਾਤਮਾ ਦੇ ਵਿੱਚ ਕਿਵੇਂ ਸਮਾਉਣਾ ਹੈ, ਦੇਖ ਲਓ। ਸੁਨ ਸਮਾਇਆ ਕਹਿੰਦੇ ਜੀਵਤ ਮਰੈ, ਕਹਿੰਦੇ ਜਿਹੜਾ ਜੋ ਚੋਗਾ ਪਿਆ ਹੋਇਆ ਆ, ਜੋ ਸਾਰਾ ਤੇਰੇ ਅੱਗੇ ਜਿਹੜਾ ਹੈਗਾ, ਸਾਰੇ ਜਿਹੜੇ ਸਵਾਦ, ਜਿਹੜੇ ਕਾਮ ਦੇ, ਲੋਭ ਦੇ, ਜ਼ੁਬਾਨ ਦੇ, ਕੰਨਾਂ ਦੇ ਜਿਹੜੇ ਰਸ ਪਏ ਹੋਏ ਆ, ਇਹ ਸਾਰੇ ਦੇ ਸਾਰੇ ਕਹਿੰਦੇ ਆ ਇਹਨਾਂ ਤੋਂ ਜੀਵਤ ਮਰੈ, ਇਹਨਾਂ ਨੂੰ ਉੱਪਰ ਉੱਠਣਾ ਪਊਗਾ ਤੈਨੂੰ। ਜੀਵਤ ਮਰੈ ਮਰੈ ਫੁਨ ਜੀਵੇ, ਤਾਂ ਤੂੰ ਜਿਉਂਦਾ ਹੋ ਜਾਏਗਾ ਭਾਈ ਰੱਬ ਵਾਲੇ ਰਸਤੇ ਤੇ, ਸੁਣਨ ਵਾਲੇ ਰਸਤੇ ਤੇ। ਐਸੇ ਸੁਣਨ ਸਮਾਇਆ, ਇਸ ਤਰ੍ਹਾਂ ਸੁਣਨ ਦੇ ਵਿੱਚ ਸਮਾ ਸਕਦੇ ਆ ਭਾਈ। ਜੇ ਤੂੰ ਜਿਹੜਾ ਹੈਗਾ ਸਵਾਦਾਂ ਦੇ ਵਿੱਚ ਹੀ ਜਿਹੜਾ ਹੈਗਾ, ਇਹਨਾਂ ਦੇ ਵਿੱਚ ਹੀ ਲੱਗਿਆ, ਤੇਰੇ ਇਨਰ ਕੋਰ 'ਚ ਸਵਾਦ ਹੀ ਪਏ ਹੋਏ ਆ, ਫਿਰ ਕਿਵੇਂ ਸੁਣ 'ਚ ਸਮਾ ਜਾਏਗਾ। ਅੰਜਨ ਮਾਹੇ ਨਿਰੰਜਨ ਰਹੀਏ ਬੌੜ ਨਾ ਭੌਜਲ ਪਾਇਆ। ਕਹਿੰਦੇ ਇਹ ਅੰਜਨ ਆ, ਇਹ ਕਾਲਕ ਹੈਗੀ ਆ, ਇਹਦੇ ਵਿੱਚ ਹੀ ਰਹਿ ਕੇ ਤੇ ਕਾਲਕ ਨਹੀਂ ਲੱਗਣੀ ਚਾਹੀਦੀ ਭਾਈ। ਇਹ ਨਿਰੰਜਨ ਦੇ ਨਾਲ ਜੁੜੇਗਾ ਮਾਲਕ ਦੇ ਨਾਲ ਤੇ ਕਾਲਕ ਨਹੀਂ ਲੱਗੂਗੀ। ਅੰਜਨ ਮਾਹੇ ਨਿਰੰਜਨੇ ਰਹੀਏ ਬੌੜ ਨਾ ਭੌਜਲ ਪਾਇਆ। ਫਿਰ ਜਿਹੜਾ ਹੈਗਾ ਤੈਨੂੰ ਜਿਹੜਾ ਹੈ ਸੰਸਾਰ ਦੇ ਵਿੱਚ ਜਿਹੜਾ ਹੈਗਾ ਇਹ ਜਨਮ ਮਰਨ ਦੇ ਗੇੜੇ ਦੇ ਵਿੱਚ ਦੁਬਾਰਾ ਨਹੀਂ ਪਏਗਾ ਭਾਈ। ਹਾਂਜੀ ਵੀਰ ਜੀ। ਹਾਂਜੀ ਸਾਧ ਸੰਗਤ ਜੀ ਕਹਿੰਦੇ ਆ ਕਿ ਜੀਵਤ ਮਰੇ। ਹੁਣ ਜੀਂਦੇ ਜੀ ਮਰਨਾ ਕੀ ਆ? ਇੱਛਾਵਾਂ ਦਾ, ਵਾਸਨਾਵਾਂ ਦਾ ਮਰ ਜਾਣਾ। ਇੱਛਾਵਾਂ ਵਾਸਨਾਵਾਂ ਕਿੱਥੇ ਨੇ? ਸਾਡੇ ਵਿਚਾਰ। ਬਿਲਕੁਲ ਸਾਡੇ ਵਿਚਾਰ ਹੀ ਤੇ ਸੰਸਾਰ ਨਾਲ ਸਾਨੂੰ ਜੋੜਦੇ ਨੇ। ਤੁਸੀਂ ਵਿਹਲੇ ਬੈਠੇ ਕੀ ਕਰਦੇ ਰਹਿੰਦੇ ਜੋ? ਹੋਰ ਪੈਸਾ ਆਵੇ, ਗਲਤੀਆਂ ਹੋਰ ਵੱਡੀਆਂ ਹੋਈ ਜਾਣ, ਜਦੋਂ ਈਰਖਾ ਕਰਦੇ ਆ, ਜੈਲਸੀ ਕਰਦੇ ਆ, ਇਹ ਸਾਰਾ ਵਿਚਾਰਾਂ ਦੇ ਨਾਲ ਹੀ ਚੱਲਦਾ। ਸਾਡੇ ਅੰਦਰ ਚਿੰਤਨੀ ਕੀ ਹੈ? ਕੋਈ ਵੀ ਆਪਾਂ ਕੰਮ ਕਰਦੇ ਹਾਂ ਵਿਚਾਰ ਚੱਲਦਾ, ਫੇਰ ਹੀ ਆਪਾਂ ਕੰਮ ਕਰਦੇ ਹਾਂ ਨਾ। ਹਸਪੀਟਲ ਐਵੇਂ ਥੋੜੀ ਉੱਡ ਕੇ ਚੱਲ ਜਾਈਦਾ। ਕੋਈ ਚੀਜ਼ ਲੈਂਦੇ ਆ, ਖਰੀਦਦੇ ਆ, ਵੇਚਦੇ ਆ, ਪਹਿਲਾਂ ਮਨ 'ਚ ਵਿਚਾਰ ਆਉਂਦਾ। ਕੋਈ ਮਾੜਾ ਕੰਮ ਕਰਨਾ ਹੈ, ਪਹਿਲਾਂ ਮਨ 'ਚ ਵਿਚਾਰ ਆਉਂਦਾ, ਫੇਰ ਹੀ ਤਾਂ ਆਪਾਂ ਬੋਲਦੇ ਆ ਨਾ। ਉਹ ਮਰਨਾ ਮਤਲਬ ਇੱਥੇ ਹੈਗਾ ਵਿਚਾਰਾਂ ਦਾ ਹੀ ਮਰ ਜਾ। ਜਦੋਂ ਵਿਚਾਰ ਮਰ ਗਏ ਫਿਰ ਬ੍ਰਹਮੀ ਆ, ਫਿਰ ਸੁਣ ਕੀ ਰਹਿਣਾ ਆਪਾਂ। ਬਿਲਕੁਲ ਫਿਰ ਜਿਉਂਦਾ ਹੋ ਜਾਂਦਾ। ਕਹਿੰਦੇ ਜੀਵਤ ਮਰੈ ਮਰੈ ਫੁਨ ਜੀਵੈ, ਫਿਰ ਜਿਉਂਦਾ ਹੋਏਗਾ ਭਾਈ। ਇਸ ਤਰ੍ਹਾਂ ਸੁਣ ਦੇ ਵਿੱਚ ਬ੍ਰਹਮ ਦੇ ਵਿੱਚ ਸਮਾਏਗਾ ਤੂੰ, ਪਾਰ ਬ੍ਰਹਮ ਦੇ ਵਿੱਚ। ਬ੍ਰਹਮ ਦੇ ਵਿੱਚ ਨਹੀਂ, ਪਾਰ ਬ੍ਰਹਮ ਦੇ ਵਿੱਚ। ਹਾਂ ਉਹ ਕਹਿੰਦੇ ਕਿ ਜੀਂਦੇ ਜੀ ਜੇ ਤੂੰ ਮਰ ਗਿਆ ਨਾ, ਆਪਣੇ ਵਿਚਾਰਾਂ ਨੂੰ ਮਾਰ ਲਿਆ, ਵਿਚਾਰ ਮਰ ਗਏ ਤੇ ਫਿਰ ਤੇਰਾ ਜਨਮ ਹੋਣਾ ਹੀ, ਫਿਰ ਤੂੰ ਜੀਵੇਂਗਾ, ਫਿਰ ਤੇਰਾ ਜਨਮ ਹੋਣਾ ਹੀ। ਬਿਲਕੁਲ ਉਹਨੂੰ ਕਹਿੰਦੇ ਜਨਮ। ਉਹ ਜਨਮ ਤੇ ਬੜਾ ਵੱਡਾ ਹੈ। ਉਹ ਤੇ ਪਾਰ ਬ੍ਰਹਮ ਦੇ ਚਰਨਾਂ 'ਚ ਜਦੋਂ ਆਪਾਂ ਸੁੱਤੀ ਕਾਕਰ ਕਰਦੇ ਆ, ਬੰਦਗੀ ਕਰਦੇ ਆ, ਫਿਰ ਆਪਾਂ ਮਰ ਜਾਂਦੇ ਆ। ਮਰਨਾ ਕੀ ਆ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੇ ਮਰ ਜਾਣਾ, ਰਾਗ ਤੇ ਦਵੈਸ਼ ਨੇ ਮਰ ਜਾਣਾ ਹੈ। ਇੰਦਰੀਆਂ ਜਿਹੜੀਆਂ ਰਸਾਂ ਦੇ ਵਿੱਚ ਭੋਗ ਰਹੀਆਂ ਨੇ, ਹੁਣ ਆਪਾਂ ਇੰਦਰੀਆਂ ਦਾ ਤੇ ਭੋਗ ਹੈ ਸਾਰਾ। ਇੰਦਰੀਆਂ ਜਦੋਂ ਭੋਗਾਂ ਤੋਂ ਮੁਕਤ ਹੋ ਜਾਂਦੀਆਂ ਨੇ ਤੇ ਫਿਰ ਇਹ ਸਵੈ 'ਚ ਅਸਤ ਹੋ ਜਾਂਦੀਆਂ। ਮਨ ਵੀ ਆਪਣੇ ਮੂਲ ਸਰੋਤ 'ਚ ਲੀਨ ਹੋ ਜਾਂਦਾ, ਅਨਮਨੀ ਅਵਸਥਾ ਹੋ ਗਈ ਆ ਤੇ ਸੁਣ ਕੀ ਸਮਾ ਜਾਣਾ ਆਪਾਂ। ਬਿਲਕੁਲ ਬਿਲਕੁਲ। ਸੁਣ ਦਾ ਮਤਲਬ ਤੇ ਇਹੋ ਹੀ ਆ, ਰਹਿਣਾ ਸੰਸਾਰ ਕੀ ਆ, ਸਭ ਕੁਛ। ਇਹ ਨਹੀਂ ਕਿ ਗੱਲਾਂ ਦਾ ਨਹੀਂ ਗੱਲ ਬਣਨੀ, ਇਹ ਤੇ ਬੰਦਗੀ ਦੇ ਨਾਲ ਤੁਹਾਡੇ ਅੰਦਰ ਅਵਸਥਾ ਬਣ, ਉਹ ਅਵਸਥਾ ਬਣ ਜਾਣੀ ਆ। ਫਿਰ ਅੰਦਰ ਸੁਣ ਕੀ ਰਹਿਣਾ, ਕੰਮ ਸਾਰੇ ਉਸੇ ਤਰ੍ਹਾਂ ਹੀ ਚੱਲਣਗੇ, ਫਰਕ ਕੁਛ ਨਹੀਂ ਜੇ ਪੈਣਾ। ਪਰ ਜੀਵਨ ਦੇ ਵਿੱਚ ਜਿੱਥੇ ਡਾਇਰੈਕਸ਼ਨ ਥੱਲੇ ਉਹਨੂੰ ਜਾ ਰਹੀ ਨਾ, ਹੁਣ ਆਪਾਂ ਫਿਰ ਤਾਂ ਚੜ ਰਹੇ ਹਾਂ। ਕਿੱਥੇ ਚੜ ਰਹੇ ਹਾਂ? ਔਖਦ ਘਾਟੀ ਰਾਮ ਕੀ ਤੈ ਚੜ ਰਹੇ ਹੋ ਕਬੀਰ। ਬਿਲਕੁਲ। ਉਹ ਫਿਰ ਵਜਨ ਛੱਡਣਾ ਆਪਣਾ, ਪਹਾੜੀ ਉੱਚੀ ਹੈ, ਫਿਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਛੱਡਣਾ ਪੈਣਾ। ਵਜਨ ਹੈ ਨਾ, ਇਹ ਤਾਂ ਤੁਹਾਨੂੰ ਥੱਲੇ ਖਿੱਚੀ ਜਾ ਰਿਹਾ। ਤੁਸੀਂ ਤੇ ਕਹਿ ਨਹੀਂ ਰਹੇ ਸੰਸਾਰ ਡੁੱਬੀ ਜਾ ਰਿਹਾ, ਕਬੀਰ ਜੀ ਤੇ ਕਹਿ ਰਹੇ ਨੇ। ਉਹਦੇ ਨਾਲ ਤੇ ਰੱਸੀਆਂ ਤੁਹਾਡੇ ਨਾਲ ਚੇਨ ਨਹੀਂ ਬੱਧੀ, ਤੁਹਾਡੇ ਲੱਕ ਦੇ ਨਾਲ ਫਿਰ ਤੋਂ ਧੂਣਾ ਸ਼ੁਰੂ ਕਰਦੀ ਹੋ, ਸ਼ਾਮ ਤੱਕ ਤੁਹਾਨੂੰ ਛੱਡਦੀ ਨਹੀਂ। ਉਹ ਤੁਹਾਡੇ ਮਨ ਨੂੰ ਬੰਨ ਕੇ ਨਹੀਂ ਅੰਦਰ ਵੇਖੋ, ਸੂਖਮ ਤੌਰ ਤੇ ਕੋਈ ਨਾ ਕੋਈ ਜਿਹੜਾ ਚੰਦਨ ਚੱਲਦਾ ਹੈ, ਕੋਈ ਚੰਗੇ ਵਿਚਾਰ ਥੋੜੀ ਹੈਗੇ ਨੇ ਅੰਦਰ। ਉਹ ਬਿਲਕੁਲ ਪੁਰਾਣੀਆਂ ਗੰਢਾਂ, ਪੁਰਾਣੀਆਂ ਰੱਸੀਆਂ ਬੱਚੀਆਂ, ਔਰ ਜਦੋਂ ਬੰਦਗੀ ਕੀਤੀ ਉਹਨਾਂ ਤੋਂ ਮੁਕਤੀ ਮਿਲੇਗੀ। ਔਰ ਮੁਕਤੀ ਮਿਲਣ ਦੇ ਨਾਲ ਹੀ ਤੇ ਮੁਕਤ ਹੋ ਜਾਣਾ ਆਪਾਂ। ਠੀਕ ਹੈ ਨਾ ਜੀ ਸਰ? ਬਿਲਕੁਲ। ਅੰਜਨ ਮਾਏ ਨਿਰੰਜਨ ਰਹੀਏ, ਇਸ ਤਰੀਕੇ ਦੇ ਨਾਲ ਅੰਜਨ ਦੇ ਵਿੱਚ ਜਿਹੜਾ ਹੈ ਨਿਰੰਜਨ ਰਹਿ ਸਕਦਾ ਹੈ ਭਾਈ। ਫਿਰ ਦੁਬਾਰਾ ਤੈਨੂੰ ਜਿਹੜਾ ਸੰਸਾਰ ਦੇ ਵਿੱਚ ਗਜੂਨਾਂ ਦੇ ਵਿੱਚ ਨਹੀਂ ਜਾਣਾ ਪਊਗਾ। ਮੇਰੇ ਰਾਮ
ਐਸਾ ਖੀਰ ਬਿਲੋਈਏ। ਕਹਿੰਦੇ ਭਾਈ ਇਹ ਜੇ ਦੁੱਧ ਨੂੰ ਰਿੜਕ, ਖੀਰ ਦੁੱਧ ਨੂੰ ਕਹਿੰਦੇ ਆ ਭਾਈ, ਕਹਿੰਦੇ ਐਸਾ ਖੀਰ ਬਿਲੋਈਏ, ਇਸ ਤਰ੍ਹਾਂ ਦੁੱਧ ਨੂੰ ਰਿੜਕ ਭਾਈ ਤੂੰ ਕਿਉਂ ਜਿਹੜਾ ਹੈਗਾ ਛਪੜੀ ਦਾ ਪਾਣੀ, ਜਿਹੜਾ ਗੰਦਾ ਪਾਣੀ ਉਹਨੂੰ ਰਿੜਕੀ ਜਾ ਰਿਹਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਮਧਾਣੀ ਪਾਈ ਹੈ 24 ਘੰਟੇ। ਮੇਰੇ ਰਾਮ ਐਸਾ ਖੀਰ ਬਿਲੋਈਏ, ਗੁਰਮਤਿ ਮਨੁਆ ਸਥਿਰ ਰਾਖੋ, ਇਨ ਵਿਦ ਅੰਮ੍ਰਿਤ ਪਿਓਈਏ ਰਾਹੋ। ਕਹਿੰਦੇ ਗੁਰੂ ਦੀ ਮੱਤ ਲੈ, ਬ੍ਰਹਮ ਗਿਆਨ ਲੈ, ਸ਼ਬਦ ਬ੍ਰਹਮ ਲੈ। ਉਹ ਜੋ ਕਹਿ ਰਹੇ ਆ, ਹੁਣ ਆਪਾਂ ਸ਼ਬਦ ਬ੍ਰਹਮ ਲੈ ਰਹੇ, ਕਬੀਰ ਜੀ ਬੋਲ ਰਹੇ ਆ, ਕਬੀਰ ਜੀ ਦੀ ਮੱਤ ਆ ਰਹੀ ਆ, ਇਹ ਗੁਰਮਤ ਹੈਗੀ ਆ, ਸ਼ਬਦ ਬ੍ਰਹਮ ਹੈਗਾ। ਕਹਿੰਦੇ ਇਹਦੇ ਨਾਲ ਮਨ ਨੂੰ ਅਸਥਿਰ ਕਰ, ਜਿਵੇਂ ਇਹ ਕਹਿ ਰਿਹਾ ਹੈ ਗਿਆਨ ਉਵੇਂ ਦਾ ਕਾਰਵਾਈ ਕਰ, ਤੇ ਤੇਰਾ ਮਨ ਜਿਹੜਾ ਹੈਗਾ ਟਿਕ ਜਾਏਗਾ। ਮਨ ਤੇ ਵਿਚਾਰ ਬੰਦ ਹੋ ਜਾਣਗੇ ਤੇਰੇ। ਗੁਰਮਤਿ ਮਨੁਆ ਅਸਥਿਰ ਰਾਖੋ, ਇਨ ਵਿਦ ਅੰਮ੍ਰਿਤ ਪਿਓਈਏ ਰਾਹੋ। ਲੈ ਅੰਮ੍ਰਿਤ ਆ ਜਾਊਗਾ ਤੈਨੂੰ, ਇਸ ਤਰੀਕੇ ਦੇ ਨਾਲ ਅੰਮ੍ਰਿਤ ਆਊਗਾ ਭਾਈ। ਤੂੰ ਤਾਂ ਰਿੜਕੀ ਪਾਣੀ ਨੂੰ ਰਿਹਾ ਹੈ ਤੇ ਮਿਲਣਾ ਕੀ ਹੈ ਉੱਥੋਂ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਉਤੇ ਦੁੱਖ ਚੁੱਕਿਆ ਅੰਜਨ ਮੈਂ ਮਨੋਰੰਜਨ ਰਹੀਏ, ਬਹੁਤ ਨਾ ਭਵਜਲ ਪਾਈਏ। ਉਹ ਕਹਿੰਦੇ ਫਿਰ ਤੈਨੂੰ ਸੰਸਾਰ ਚ ਆਉਣ ਦੀ ਲੋੜ ਹੀ ਨਹੀਂ। ਅੰਜਨ ਦੇ ਵਿੱਚ ਜਿੱਦਾਂ ਨਰੰਜਨ ਰਹਿੰਦਾ ਬੰਦਾ, ਕਾਲਖ ਦੇ ਵਿੱਚ ਰਹਿ ਕੇ ਕਾਲਖ ਤੋਂ ਮੁਕਤ ਹੋ ਜਾਣਾ। ਬਿਲਕੁਲ। ਕਾਲਖ ਤੇ ਤੁਹਾਨੂੰ ਪਤਾ ਹੀ ਹੈ, ਕਾਲਖ ਕਿਹੜੀ ਆ, ਪੰਜ ਜਿਹੜੇ ਸੱਤ ਹੈਗੇ ਨੇ, ਇਹਨਾਂ ਦੇ ਰਾਹੀਂ ਕਾਲਖ ਸਾਨੂੰ ਚਿਪੜਦੀ ਹੈ। ਪਰ ਜਦੋਂ ਬੰਦਗੀ ਕਰਦੇ ਆ ਤੇ ਸਾਡਾ ਅੰਤਰਾਕਰਨ ਸ਼ੁੱਧ ਹੋ ਗਿਆ, ਤੇ ਫਿਰ ਅੰਜਨ ਤੇ ਫਿਰ ਯਾਰ ਜਿਹਨੂੰ ਡਰਾਈਵਿੰਗ ਦੀ ਪ੍ਰੋਬਲਮ ਉਹਨੂੰ ਆਉਂਦੀ ਹੈ ਜਿਹਨੂੰ ਕਾਰ ਨਹੀਂ ਚਲਾਉਣੀ ਆਉਂਦੀ, ਤੇ ਜਿਹਨੂੰ ਡਰਾਈਵਿੰਗ ਆਉਂਦੀ ਆ ਉਹਨੂੰ ਟੁੱਟੀ ਭਾਜੀ ਸੜਕ ਦੇ ਦਿਓ ਜਾਂ ਟ੍ਰੈਫਿਕ 'ਚ ਦੇ ਦਿਓ, ਉਹਨੇ ਗੱਡੀ ਬਿਨਾਂ ਕਿਸੇ ਚੀਜ਼ ਨਾਲ ਟਕਰਾਇਆ ਕੱਢ ਕੇ ਲੈ ਜਾਣੀ ਆ। ਬਿਲਕੁਲ, ਉਹਨੇ ਅੰਜਨ ਦੇ ਵਿੱਚੋਂ ਦੀ ਕੱਢ ਲੈਣੀ ਹੈ ਗੱਡੀ। ਹਾਂ, ਤੇ ਜਿਹੜੇ ਮੇਰੇ ਵਰਗੇ ਨੂੰ ਨਹੀਂ ਆਉਂਦੀ ਗੱਡੀ ਚਲਾਉਣੀ, ਮੇਰੇ ਨਾਲ ਭਾਵੇਂ 100 ਫੁੱਟ ਦੀ ਸੜਕ ਚੌੜੀ ਹੋਵੇ, ਤੇ ਮੈਂ ਕਿਤੇ ਤੋੜਨੀ, ਮੈਂ ਕਿਤੇ ਮਾਰੀ ਜਾਣੀ, ਔਗਣਾ ਚ ਮਾਰੀ ਜਾਊਂਗਾ ਮੈਂ। ਪਰ ਇਹ ਕਹਿੰਦੇ ਆ ਕਿ ਇਹੋ ਹੀ ਤਰੀਕਾ ਹੈਗਾ ਭਵਜਲ ਸਾਗਰ ਤੋਂ ਪਾਰ ਲੰਘਣ ਦੇ ਲਈ। ਅੰਜਨ ਦੇ ਵਿੱਚ ਨਿਰੰਜਨ ਰਹਿਣਾ ਹੈ, ਮਾਇਆ ਦੇ ਵਿੱਚ ਰਹਿਣਾ ਹੈ। ਇਹ ਨਹੀਂ ਕਹਿੰਦੇ ਮਾਇਆ ਨੂੰ ਛੱਡ ਕੇ ਭੱਜ ਜਾ, ਕਹਿੰਦੇ ਕਮਲ ਦੇ ਫੁੱਲ ਵਾਂਗੂ ਇੱਥੇ ਥੋੜਾ ਤਾਂ ਆ ਜਾ। ਔਰ ਇਹ ਤੈਨੂੰ ਤਾਂ ਖੁਦ ਨਹੀਂ ਆ ਸਕਦਾ, ਇਸ ਲਈ ਪ੍ਰਮਾਤਮਾ ਦੇ ਗੜੀ ਤੈਨੂੰ ਅਰਦਾਸ ਕਰਨੀ ਪਵੇਗੀ। ਉਹਨੂੰ ਕਹੇ ਕਿ ਮੇਰੇ ਪਿਤਾ ਮੇਰੀ ਮਦਦ ਕੀਤੀ ਜਾਵੇ, ਮੈਂ ਇਹ ਚੀਜ਼ ਤੋਂ ਉੱਪਰ ਹੋਣਾ ਚਾਹੁੰਦਾ, ਤੇ ਬਸ ਤੇਰੇ ਬੋਲਣ ਦੀ ਦੇਰ ਹੈ, ਹੋਰ ਕੀ, ਬਾਕੀ ਤੇ ਕੰਮ ਹੋਇਆ ਹੀ ਪਿਆ। ਉਹ ਤਾਂ ਅਗਲਾ ਡਿੱਕਣ ਦਿਆ ਬਾਕੀ ਕਦੋਂ ਕੋਈ ਅਰਦਾਸ ਕਰੇ। ਇਹਦੇ ਮੁੱਢ ਤੋਂ ਇੱਕ ਨਿਯਮ ਹੈਗਾ ਸਾਧ ਸੰਗਤ ਜੀ, ਆਪ ਜੀ ਨੂੰ ਮੈਂ ਕਹਿਣਾ ਚਾਹੁੰਦਾ, ਅਜੇ ਤੱਕ ਕੋਈ ਬੰਦਾ ਇਸ ਧਰਤੀ ਤੇ ਬੰਦਾ ਏਦਾਂ ਹੀ ਧੱਕੇ ਖਾ ਕੇ ਮਰ ਜਾਂਦਾ ਹੈ, ਕਿਸੇ ਬੰਦੇ ਨੇ ਅਰਦਾਸ ਕਰਨੀ ਨਹੀਂ ਹੁੰਦੀ। ਪਾਰ ਬ੍ਰਹਮ ਦੇ ਕਰੀ ਅਰਦਾਸ ਕਰਦਾ ਹੀ ਕੋਈ ਨਹੀਂ। ਬਿਲਕੁਲ, ਪਹਿਲੀ ਗੱਲ ਤੇ ਜਾਂਦਾ ਹੀ ਕੋਈ ਨਹੀਂ। ਅਰਦਾਸ ਕਰਨੀ ਤੇ ਬੜੀ ਦੂਰ ਦੀ ਗੱਲ ਹੈ, ਅਰਦਾਸ ਕਰਦੀ ਤੇ ਬਹੁਤ ਵੱਡੀ ਗੱਲ। ਪਰ ਜਦੋਂ ਕਿਸੇ ਅਰਦਾਸ ਕਰਤੀ ਉਹਦਾ ਕੰਮ ਹੋ ਗਿਆ, ਫਿਰ ਬਾਕੀ ਬ੍ਰਹਮ ਦੀ ਡਿਊਟੀ ਹੈ। ਪਾਰ ਬ੍ਰਹਮ ਨੇ ਆਪੇ ਨੇ ਤੁਹਾਡਾ ਜੀਵਨ ਚੁੱਕ ਦੇਣਾ। ਪਰ ਕੋਈ ਕਰਮਾਂ ਵਾਲਾ ਹੈਗਾ ਇਹ ਬੰਦਾ ਇੰਨੀ ਅਰਦਾਸ ਕਰਦਾ ਕਿ ਮੇਰੇ ਪਿਤਾ ਮੈਂ ਤੇਰੇ ਚਰਨਾਂ ਚ ਆਉਣਾ। ਭੋਗ ਬੜੇ ਸਵਾਦ ਨੇ ਇੱਥੇ, ਵਿਕਾਰਾਂ ਦੇ ਭੋਗ। ਉਹ ਫਿਰ ਬੰਦਾ ਸੋਚਦਾ ਕਿ ਜੇ ਮੈਂ ਇਹਨਾਂ ਨੂੰ ਛੱਡੂੰਗਾ ਤੇ ਜੀਵਨ ਚ ਰਸ ਹੀ ਰਹਿ ਜਾਏਗਾ। ਉਹ ਜਦੋਂ ਤੂੰ ਛੱਡੇਗਾ ਉਸ ਤੋਂ ਬਾਅਦ ਹੀ ਤੇਰਾ ਜੀਵਨ ਪੈਦਾ ਹੋਣਾ ਹੈ, ਉਸ ਤੋਂ ਬਾਅਦ ਹੀ ਤੈਨੂੰ ਜੀਵਨ ਮਿਲਣਾ ਹੈ। ਉਹ ਜਿਹੜੇ ਤੂੰ ਆ ਗੰਦ ਮੰਦ ਖਾਂਦਾ ਫਿਰਦਾ, ਇਹ ਬਹੁਤ ਘਟੀਆ ਜੀਵਨ ਹੈ। ਜਿਹੜਾ ਪ੍ਰਮਾਤਮਾ ਦੇ ਵਿੱਚ ਆਪਾਂ ਲੀਨ ਹੋਣਾ ਹੈ, ਬੜਾ ਉੱਚਾ ਜੀਵਨ ਹੈ, ਤੇ ਉਹਦੇ ਬਾਰੇ ਬਿਆਨ ਨਹੀਂ ਕਰ ਸਕਦੇ, ਉਹਨੂੰ ਅਨੁਭਵ ਕਰ ਸਕਦੇ। ਹਾਂਜੀ ਨਿਜੋ ਸਾਹਿਬ। ਹਾਂ, ਗੁਰ ਕੇ ਬਾਣ। ਅੱਛਾ, ਅੱਗੇ ਜਿਹੜੇ ਰਹਿ ਗਏ, ਗੁਰਮਤਿ ਮਨੁਆ ਅਸਥਿਰ ਰਾਖੋ, ਇਨ ਬਿਦ ਅੰਮ੍ਰਿਤ ਪਿਓਈਏ। ਕਹਿੰਦੇ ਗੁਰੂ ਦੀ ਮੱਤ ਲੈ ਕੇ, ਬ੍ਰਹਮ ਗਿਆਨ ਲੈ ਕੇ ਮਨ ਨੂੰ ਖੜਾ ਕਰਨਾ ਹੈ। ਆਹ ਭਗਤੀ ਹੈਗੀ ਭਾਈ। ਗੁਰਮਤਿ ਮਨੁਆ ਅਸਥਿਰ ਰਾਖੋ, ਭਗਤੀ ਹੈ ਹੀ। ਕਹਿੰਦੇ ਚੁੱਪ ਹੋ ਜਾ, ਬਸ ਚੁੱਪ ਹੋਣਾ ਹੀ ਭਗਤੀ ਹੈ। ਤੇਰੇ ਅੰਦਰ ਜਿਹੜਾ ਚੱਲ ਰਿਹਾ ਨਾ, ਜਿਹੜੇ ਵਿਚਾਰ ਹੈਗੇ, ਇਹਨਾਂ ਨੂੰ ਸ਼ਾਂਤ ਕਰ ਦੇ ਬਸ, ਤਾਂ ਅੰਮ੍ਰਿਤ ਆਟੋਮੈਟਿਕਲੀ ਅੰਮ੍ਰਿਤ ਆ ਜਾਣਾ। ਇਹ ਵਿਚਾਰ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ, ਇਹੀ ਪੱਥਰ ਹੈਗੇ ਆ, ਇਹੀ ਵਜਰ ਹੈਗੇ, ਵਜਰ ਕਪਾਟ, ਇਹੀ ਵਜਰ ਕਲ ਹੈਗੀ ਆ। ਇਹਨੂੰ ਛੇਦਣਾ ਆ ਆਪਾਂ ਨੇ। ਅੱਗੇ ਕਹਿੰਦੇ ਆ, ਗੁਰ ਕੇ ਬਾਣ ਹੈ ਵਜਰ ਕਲ ਛੇਦੀ। ਆਹ ਗੁਰੂ ਹੁਣ ਬਾਣ ਦੇ ਰਿਹਾ ਆਪਾਂ ਨੂੰ, ਤੀਰ ਦੇ ਰਿਹਾ ਹੈ ਭਾਈ। ਮਨ ਨੂੰ ਜਿਹੜਾ ਹੈਗਾ ਖੜਾ ਕਰ, ਆਪਣੇ ਵਿਚਾਰ ਬੰਦ ਕਰ। ਆਹ ਬਾਣ ਆ। ਬਾਣ ਕਹਿੰਦੇ ਤੀਰ। ਗੁਰ ਕੇ ਬਾਣ ਵਜਰ ਕਲ ਛੇਦੀ। ਇਹ ਵਜਰ ਕਲ ਆ ਭਾਈ, ਬਹੁਤ ਹੀ ਜ਼ਿਆਦਾ ਮਜ਼ਬੂਤ ਕਲਾ ਮਾਲਕ ਨੇ ਐਸੀ ਬਣਾ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿਚਾਲੇ ਜਿਹੜਾ ਅੰਮ੍ਰਿਤ ਰੱਖਿਆ ਹੋਇਆ, ਵਿਚਾਲੇ ਰਸਤਾ ਹੈਗਾ। ਇਹਨੂੰ ਬਿਨਣਾ ਪੈਣਾ ਹੈ। ਇਹਨੂੰ ਜਿਹੜਾ ਹੈਗਾ ਇਹਨੂੰ ਭੇਦ ਕੇ ਅੰਦਰ ਜਾ ਸਕਦੇ। ਗੁਰ ਕੇ ਬਾਣ ਵਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ। ਲਓ, ਇਸੇ ਵੇਲੇ ਕਹਿੰਦੇ ਆ
प्रकाश हो जाएगा और सब तो ऊंची अवस्था आ जाएगी तेरे अंदर, आत्म प्रकाश हो जाएगा तेरे अंदर। शक्त अंधेर जेवड़ी भ्रम चूका, ਕਹਿੰਦੇ ਸ਼ਕਤੀ ਜਿਹੜੀ ਮਾਇਆ ਨੇ ਸ਼ਕਤੀ ਦਾ ਹਨੇਰਾ ਪਾਇਆ ਸੀ, ਮਾਇਆ ਦਾ ਹਨੇਰਾ ਪਾਇਆ ਸੀਗਾ, ਉਹ ਹਨੇਰਾ ਜਿਹੜਾ ਪਾਸੇ ਹੋ ਗਿਆ। ਜੇਵੜੀ ਜਿਹੜੀ ਹੈਗੀ ਉਹਨੂੰ ਰੱਸੀ ਸੀਗੀ, ਉਹਨੂੰ ਸਮਝਿਆ ਸੀ ਸੱਪ ਹੈਗਾ। ਇਹ ਜੇਵੜੀ ਐਸੀ ਗਲ 'ਚ ਪਈ ਹੋਈ ਸੀ ਮਾਇਆ ਦੀ, ਭਰਮ ਦੀ, ਧੋਖੇ ਦੀ, ਕਹਿੰਦੇ ਉਹ ਚੁੱਕ ਗਿਆ। ਨਿਸ਼ਚਲ ਸ਼ਿਵ ਕਰ ਬਾਸਾ, ਮਨ ਨਿਸ਼ਚਲ ਹੋ ਗਿਆ ਔਰ ਆਤਮਾ ਦੇ ਘਰ ਦੇ ਵਿੱਚ ਵਾਸਾ ਹੋ ਗਿਆ, ਸੁਰਤ ਜਾ ਕੇ ਆਤਮਾ ਦੇ ਵਿੱਚ ਲੀਨ ਹੋ ਗਈ। ਐਸਾ ਦੇਖੋ ਕਿੰਨਾ ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸ਼ਕਤ ਅੰਧੇਰ ਜੇਵੜੀ ਭ੍ਰਮ ਚੂਕਾ, ਨਿਸ਼ਚਲ ਸ਼ਿਵ ਕਰ ਬਾਸਾ। ਹਾਂਜੀ ਵੀਰ ਜੀ। ਫਿਰ ਠੀਕ ਹੈ ਜੀ। ਹੁਣ ਕਹਿੰਦੇ ਆ ਕਿ ਬਸ ਤੁਸੀਂ ਸੰਗਤ ਕੀਤੀ ਆ ਤੇ ਮਨੂਆ ਜਿਹੜਾ ਉਹ ਸਥਿਰ ਹੋ ਗਿਆ। ਹਾਂ, ਜਿਹੜਾ ਭਟਕਿਆ ਫਿਰਦਾ ਸੀ ਤੇ ਉਹ ਕਹਿੰਦੇ ਕਿ ਉਹ ਮਸਲਾ ਹੱਲ ਹੋ ਗਿਆ। ਬਸ ਅਗਲੇ ਬੰਨੇ ਕਹਿੰਦੇ ਫਿਰ ਉਹ ਸਥਿਰ ਹੋਇਆ ਤੇ ਫਿਰ ਕੀ ਹੋਇਆ, ਕਹਿੰਦੇ ਅੰਮ੍ਰਿਤ ਪੀਣਾ ਸ਼ੁਰੂ ਕਰਤਾ। ਇਹ ਥੋੜੀ ਗੱਪਾਂ ਮਾਰੀਆਂ ਨੇ ਕਿੱਥੇ ਪਰਮਾਤਮਾ ਪਿੱਛੇ ਗਏ ਕੰਮ ਲੋਕ ਤੇ ਗਾਹ ਲੋਕ ਸੱਚ ਲੋਕ ਤੇ ਬੈਠਾ ਹੈ, ਉੱਥੇ ਜਾ ਕੇ ਤੁਸੀਂ ਮਿਲਣਾ। ਉਹ ਕਹਿੰਦੇ ਵਿਚਾਰ ਬੰਦ ਕਰ ਲੈ ਤੇ ਪਰਮਾਤਮਾ ਤੇ ਤਾਂ ਦੂਰ ਥੋੜੀ ਹੈਗਾ ਵਾ, ਉਸੇ ਵਕਤ ਹੀ ਅੰਮ੍ਰਿਤ ਧਾਰਾ ਤੇਰੇ ਅੰਦਰ ਵੜ ਜਾਣੀ ਆ। ਬਿਲਕੁਲ। ਹਾਂ, ਇਹ ਗੱਪਾਂ ਮਾਰੀ ਜਾਂਦੇ ਲੋਕੀ, ਪਤਾ ਨੀ ਕਿੱਥੋਂ ਕਹਾਣੀਆਂ ਕੱਢੀ ਜਾਂਦੇ ਆ। ਉਹ ਤੇ ਸਾਰੇ ਨੀਮ ਹਕੀਮ ਤੇ ਖਤਰੇ ਜਾਣ। ਅੰਨੇ ਨੂੰ ਠੇਲੀ ਜਾ ਰਿਹਾ ਔਰ ਇੱਕ ਅੰਨਾ ਪਤਾ ਨੀ ਕਿੰਨੇ ਅੰਨਿਆਂ ਨੂੰ ਹੋਰ ਕਿਤੇ ਲਈ ਫਿਰਦਾ। ਜਿੱਥੇ ਕਿਤੇ ਬਾਣੀ ਪੜਿਆ ਕਰੋ, ਗਿਆਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆ, ਬ੍ਰਹਮ ਗਿਆਨੀ ਨੇ ਉੱਥੇ ਬੈਠੇ, ਉਹ ਤੁਹਾਡੇ ਜੀਵਨ 'ਚ ਉਚਾਈ ਲਿਆਉਣਾ ਚਾਹੁੰਦੇ ਨੇ। ਉਹ ਗੱਪਾਂ ਵਹਿਮਾਂ ਭਰਮਾਂ ਤੋਂ ਤੁਹਾਨੂੰ ਮੁਕਤ ਕਰਨਾ ਚਾਹੁੰਦੇ। ਹਾਂਜੀ ਨਹੀਂ ਜਰਾ ਗੁਰ ਕੇ ਬਾਣ ਬਜਰ ਕਲ ਛੇਦੀ, ਗੁਰੂ ਦੇ ਬਾਣ ਦੇ ਨਾਲ ਆਹ ਬਾਣ ਦਿੱਤਾ ਹੈ ਗੁਰੂ ਨੇ ਭਾਈ, ਧਿਆਨ ਸਿਮਰਨ ਵਾਲਾ ਬਾਣ ਦਿੱਤਾ ਹੈ। ਔਰ ਇਹ ਜਿਹੜਾ ਹੈਗਾ ਇਹ ਧਨੁੱਖ ਹੈ ਨੀਗਾ, ਬਗੈਰ ਧਨੁੱਖ ਦਾ ਹੀ ਬਾਣ ਹੈਗਾ ਭਾਈ। ਤੀਰ ਚੱਲਦਾ ਹੈ ਇਹਦੇ ਵਿੱਚੋਂ, ਐਸਾ ਤੀਰ ਚੱਲਦਾ ਹੈ ਇਹ ਕਾਮ ਕ੍ਰੋਧ ਲੋਭ ਅਹੰਕਾਰ ਦੀ ਜਿਹੜੀ ਬਜਰ ਕਲ ਆ ਇਹ ਛੇਦੀ ਜਾਂਦੀ ਹੈ। ਗੁਰ ਕੇ ਬਾਣ ਬਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ, ਸਭ ਤੋਂ ਉੱਚੀ ਅਵਸਥਾ ਜਿਹੜੇ ਆਤਮ ਪ੍ਰਕਾਸ਼ ਹੋ ਗਿਆ, ਅਗਿਆਨਤਾ ਦਾ ਹਨੇਰਾ ਖਤਮ ਹੋ ਗਿਆ। ਸ਼ਕਤ ਅੰਧੇਰ, ਸ਼ਕਤੀ ਦਾ ਜਿਹੜਾ ਮਾਇਆ ਦਾ ਹਨੇਰਾ ਪਾਇਆ ਹੋਇਆ ਸੀ, ਮਾਇਆ ਨੇ ਸਵਾਦਾਂ ਦਾ ਰਸਾਂ ਕਸਾਂ ਦਾ, ਜੇਵੜੀ ਭ੍ਰਮ ਚੂਕਾ, ਜਿਹੜੀ ਜਿਹੜੇ ਕਹਿੰਦੇ ਆ ਜਿਹੜੀ ਗਲ 'ਚ ਫਾਹੀ ਪਾਈ ਸੀ, ਇਹ ਰੱਸੀ ਜਿਹੜੀ ਇਹਨੂੰ ਜਿਹੜਾ ਸਮਝਿਆ ਹੋਇਆ ਸੀ ਸੱਪ ਹੈਗਾ ਭਾਈ, ਇਹ ਭਰਮ ਧੋਖਾ ਦੂਰ ਹੋ ਗਿਆ। ਨਿਸ਼ਚਲ ਸ਼ਿਵ ਘਰੇ ਵਾਸਾ, ਸ਼ਿਵ ਜਿਹੜਾ ਪਰਮਾਤਮਾ ਤੇ ਉਹਦੇ ਘਰ ਦੇ ਵਿੱਚ ਵਾਸਾ ਹੋ ਗਿਆ। ਇਹ ਮਾਇਆ ਪ੍ਰਕਿਰਤੀ ਜਿਹੜੀ ਹੈਗੀ ਪਾਸੇ ਹੋ ਗਈ, ਸ਼ਕਤੀ ਦਾ ਹਨੇਰਾ ਦੂਰ ਹੋ ਗਿਆ। ਹਾਂਜੀ ਵੀਰ ਜੀ। ਹਾਂਜੀ ਬਿਲਕੁਲ ਠੀਕ ਹੈ ਜੀ। ਇੱਥੇ ਕਹਿੰਦੇ ਆ ਕਿ ਗੁਰਮੁਖਾਂ ਦੀ ਸੰਗਤ ਕੀਤੀ ਤੇ ਫਿਰ ਕੀ ਹੋਇਆ ਕਿ ਜੀਵਨ ਦੇ ਵਿੱਚ ਪ੍ਰਕਾਸ਼ ਹੋ ਗਿਆ। ਅਗਿਆਨ ਦੇ ਜਿਹੜੇ ਦਰਵਾਜ਼ੇ ਸੀ ਸਾਰੇ ਖੁੱਲ ਗਏ। ਕੱਲ ਵੀ ਕਿਹਾ ਸੀ ਨਾ ਕਿ ਗਿਆਨ ਦੀ ਹਨੇਰੀ ਆ ਗਈ, ਏਦਾਂ ਦੀ ਹਨੇਰੀ ਆਈ। ਉਹ ਇੱਥੇ ਵੀ ਕਹਿੰਦੇ ਨੇ ਭਰਮ ਭਰਮਾਓ ਗਏ। ਬਿਲਕੁਲ। ਭਰਮ ਦਾ ਮਤਲਬ ਕੀ ਹੈ? ਇਹੋ ਹੀ ਐਨੇ ਪਿੱਤਰ ਪੂਜਾ ਕਰਨੀ, ਆਲੇ ਪਖੰਡ ਕਰਨੇ, ਇਹਨਾਂ ਤੋਂ ਮੁਕਤ ਹੋ ਜਾਂਦਾ ਹੈ ਬੰਦਾ। ਇਹ ਫਿਰ ਗੁਰੂ ਨਾਨਕ ਪਾਤਸ਼ਾਹ ਵਾਂਗੂ ਥਿਊਰੀ ਆ ਜਾਂਦੀ ਹੈ। ਉਹ ਫਿਰ ਜਨੇਊ ਨਹੀਂ ਪਾਉਂਦੇ, ਉਹ ਵਹਿਮਾਂ ਭਰਮਾਂ ਚੋਂ ਮੁਕਤ ਬੈਠੇ ਨੇ। ਉਹ ਕਹਿੰਦੇ ਕਿ ਤੂੰ ਅੱਜ ਦਾ ਧਾਗਾ ਪਾਈ ਫਿਰਦਾ ਵਾ, ਜੀਵਨ ਤੇ ਤੇਰਾ ਕੋਈ ਅੰਦਰੋਂ ਉੱਚਾ ਕੋਈ ਨਾ, ਇਸ ਕੀ ਧਾਗਾ ਪਾਉਣ ਦੇ ਨਾਲ ਕੀ ਹੋਵੇਗਾ? ਇਹ ਤੇ ਮੇਰੇ ਸਰੀਰ ਨਾਲ ਹੀ ਸੜ ਜਾਣਾ ਤੇ ਮੇਰੇ ਨਾਲ ਦਾ ਮੈਂ ਚਾਹੁੰਦਾ ਕਿ ਧਾਗਾ ਏਦਾਂ ਦਾ ਮੇਰੇ ਪਾ ਕਿ ਮੇਰੀ ਅੰਦਰ ਜਾਵੇ ਕਿ ਕੱਲ ਨੂੰ ਧਰਮਰਾਜ ਦੇ ਸਾਹਮਣੇ ਜੇ ਮੈਂ ਪੇਸ਼ ਵੀ ਹੋਵਾਂ ਤੇ ਮੇਰੇ ਨਾਲ ਕੋਈ ਚੰਗੀਆਂ ਚੀਜ਼ਾਂ ਵੀ ਹੋਣ। ਇਹ ਧਾਗਾ ਤੇ ਇੱਥੇ ਸੜ ਜਾਣਾ ਤੇਰਾ। ਉਹ ਹਿਸਾਬ ਸਾਡਾ ਵਾ। ਕਹਿੰਦੇ ਕਿ ਜਦੋਂ ਤੇਰੇ ਅੰਦਰ ਪ੍ਰਕਾਸ਼ ਹੋਇਆ ਗਿਆਨ ਦਾ, ਬੰਦਗੀ ਕਰਨ ਨਾਲ, ਭਗਤੀ ਨਾਲ ਗਿਆਨ ਪੈਦਾ ਹੋਇਆ ਤੇ ਭਰਮਾਂ ਦਾ ਸਾਰਾ ਜਿਹੜਾ ਤੇਰਾ ਭਰਮ ਆ, ਮਾਇਆ ਹੈ, ਉਹ ਸਾਰਾ ਜਿਹੜਾ ਪੜਦਾ ਤੇ ਤੋਂ ਦੂਰ ਹੋ ਜਾਏਗਾ ਤੇ ਫਿਰ ਤੇਰਾ ਵਾਸਾ ਕਿੱਥੇ ਹੋ ਜਾਏਗਾ? ਸ਼ਿਵ ਦੇ ਘਰ, ਪਰਮਾਤਮਾ ਦੇ ਘਰ ਤੇਰਾ ਸਾਰਾ ਪ੍ਰਵੇਸ਼ ਹੋ ਜਾਏ। ਬੰਧਨ ਨਹੀਂ ਨਾ ਹੈਗਾ ਨਿਜਰ ਸਾਹਿਬ। ਬਿਲकुल। जो बंधन गया था, जब हम होते तब तुम नहीं, जब तुम होते तब हम नहीं। तो मैं ही नहीं हैगा, हंकार कोई नहीं, उत्थे काम नहीं हैगा, क्रोध नहीं हैगा, लोभ नहीं हैगा, मोह नहीं हैगा, राग नहीं हैगा, द्वेष नहीं हैगा, तो चित्त ब्रह्म ही है। बिल्कुल। फिर मैं तो है ही नहीं, फिर बूंद थोड़ी हैगी, बूंद ते सागर च गई, फिर सागर होगी। अंजन दसा तिन बिन बाणे तनुख चढ़ाई है, ਇਹ ਜਗ ਵੇਦਿਆ ਭਾਈ। ਦੇਖ ਲਓ ਜਿਹੜੇ ਅਭਿਆਸੀ ਹੈਗੇ ਜਿਨ੍ਹਾਂ ਨੇ ਅਵਸਥਾ ਪਾ ਲਈ ਆ, ਕਹਿੰਦੇ ਉਹਨਾਂ ਨੇ ਬਗੈਰ ਤੀਰ ਕਮਾਨ ਦੇ ਹੀ ਜਿਹੜਾ ਹੈਗਾ ਤਨੁਖ ਚੜਾਇਆ ਭਾਈ, ਬਗੈਰ ਤੀਰ ਕਮਾਨ ਦਾ ਤਨੁਖ ਚੜਾਇਆ, ਬਗੈਰ ਬਾਣ ਤੇ ਬਗੈਰ ਤਨੁਖ ਦੇ। ਕਹਿੰਦੇ ਕੀ ਕੀਤਾ? ਇਹ ਜਗ ਵੇਦਿਆ ਭਾਈ, ਇਹ ਜਗ ਵੇਦ ਦਿੱਤਾ। ਜਗ ਵੇਦਣਾ ਕੀ ਆ? ਮਨ ਜੀਤੇ ਜਗ ਜੀਤ।
ਇਸ ਤਰ੍ਹਾਂ ਜਿਹੜਾ ਜੋ ਮਾਲਕ ਨੇ ਖੇਡ ਪਾਈ ਸੀ, ਚੋਗਾ ਪਾਇਆ ਸੀ, ਸਵਾਦ ਪਾਏ ਸੀਗੇ, ਉਹਨਾਂ ਨੂੰ ਜਿੱਤ ਲਿਆ। ਤਿੰਨ ਬਿਨ ਬਾਣੇ ਧਨੁਖ ਚੜਾਈਏ, ਇਹ ਜਗ ਬੇਦਿਆ ਭਾਈ, ਦੈ ਦਿਸ ਬੂਢੀ ਪਵਨ ਚੁਲਾਵੇ, ਡੋਰ ਰਹੀ ਲਿਵਲਾਈ। ਕਹਿੰਦੇ ਹੁਣ ਉਹ ਹੈ ਮਾਇਆ ਦੇ ਵਿੱਚ ਹੀ ਆ, ਕਾਲਕ ਦੇ ਵਿੱਚ ਹੀ ਹੈਗੇ ਆ, ਅੰਜਨ ਦੇ ਵਿੱਚ ਹੀ ਹੈਗੇ ਆ। ਦਸਾਂ ਦਿਸ਼ਾਵਾਂ ਦਾ ਵਿੱਚੋਂ ਜਿਹੜਾ ਹੈਗਾ ਕੋਈ ਕਾਮ ਦੀ ਹਨੇਰੀ, ਕੋਈ ਕ੍ਰੋਧ ਦੀ, ਕੋਈ ਲੋਭ ਦੀ, ਕੋਈ ਜਿਹੜੀ ਹੈਗੀ ਮੋਹ ਦੀ, ਸਾਰੀਆਂ ਹਨੇਰੀਆਂ ਚੱਲ ਰਹੀਆਂ, ਹਵਾ ਚੱਲ ਰਹੀ ਹੈ ਸਾਰੀ। ਪਰ ਉਹਨਾਂ ਦੀ ਗੁੱਡੀ ਜਿਹੜੀ ਹੈਗੀ ਨਾ, ਉਹਨਾਂ ਦੀ ਬੂਢੀ ਕਹਿੰਦੇ ਆ, ਉਹਨਾਂ ਦੀ ਜਿਹੜੀ ਹੈਗੀ ਆ ਪਤੰਗ ਕਹਿੰਦੇ, ਉਹਦੇ ਨਾਲ ਉਹਨਾਂ ਦੀ ਸੁਰਤ ਜਿਹੜੀ ਹੈ ਲਿਵ ਲੱਗੀ ਹੋਈ ਹੈ ਪਰਮਾਤਮਾ ਦੇ ਨਾਲ। ਮਜਾ ਲਿਆ ਉਹਨਾਂ ਦੀ ਪਤੰਗ ਕਿਤੇ ਹਵਾ ਦੇ ਝੋਕੇ ਦੇ ਨਾਲ ਕਿਤੇ ਇੱਧਰ ਉੱਧਰ ਹੋ ਜਾਏ। ਕਹਿੰਦੇ ਡੋਰ ਰਹੀ ਲਿਵ ਲਾਈ, ਉਹਨਾਂ ਦੀ ਡੋਰ ਲਿਵ ਲੱਗੀ ਹੋਈ ਹੈ। ਇਸ ਕਰਕੇ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਹੱਲੇ ਇਹ ਪਵਨ ਜਿਹੜੀ ਹੈ ਨਹੀਂ ਉਹਨਾਂ ਨੂੰ ਰੁਕਾਵਟ ਪਾ ਸਕਦੀ। ਹੁਣ ਹਾਂਜੀ ਵਿੱਚ ਬਿਲਕੁਲ ਠੀਕ ਹੈ ਜੀ। ਜਦੋਂ ਤੁਹਾਡੀ ਸੁਰਤੀ ਆਤਮ ਤੱਤ 'ਚ ਲੀਨ ਹੋ ਗਈ ਫਿਰ ਬੜਾ ਔਖਾ ਹੈ ਤੁਹਾਨੂੰ ਸਪੋਰਟ ਪਾਉਣਾ, ਬਹੁਤ ਔਖਾ। ਇਸ ਸੰਸਾਰ ਦੇ ਵਿੱਚ ਕੋਈ ਹਲਚਲ ਪੈਦਾ ਹੋ ਜਾਏ, ਕੋਈ ਕਿੱਡਾ ਮਰਜੀ ਤੂਫਾਨ ਆ ਜਾਏ, ਬਹੁਤ ਔਖਾ ਹੈ ਤੁਹਾਡੀ ਸੁਰਤੀ ਨੂੰ ਬਾਹਰ ਕੱਢਣਾ। ਆਤਮਾ 'ਚ ਸੁਰਤੀ ਨਹੀਂ ਨਾ ਬਾਹਰ ਆ ਸਕਦੀ। ਨਿੱਜ ਘਰ ਦੇ ਵਿੱਚ ਵਾਸਾ ਹੋ ਗਿਆ ਉਹਦਾ, ਛੱਡਦਾ ਨਹੀਂ ਹੈ ਬ੍ਰਹਮ। ਫਿਰ ਬ੍ਰਹਮ ਤੁਹਾਨੂੰ ਇੰਨਾ ਖਿੱਚ ਲੈਂਦਾ, ਤੁਹਾਡੇ ਤੇ ਕਬਜ਼ਾ ਕਰ ਲੈਂਦਾ ਉਹ ਮੁੜ ਕੇ। ਫਿਰ ਉਹ ਸੰਸਾਰ ਇਹ ਮਾਇਆ ਮੋਇਆ ਜਿਹੜਾ ਦੂਜਾ ਭਾਵ ਹੈਗਾ ਉਹਦਾ ਕੋਈ ਪ੍ਰਭਾਵ ਨਹੀਂ ਰਹੇਗਾ, ਲਿਵ ਲੱਗ ਜਾਣੀ ਆ। ਲਿਵ ਦਾ ਮਤਲਬ ਕਿ ਇਹ ਨਹੀਂ ਕਿ 2 ਘੰਟੇ ਹੁਣ ਇੱਥੇ ਰੱਬ ਰੱਬ ਕੀਤਾ ਤੇ ਮੁੜ ਕੇ ਸਾਰਾ ਦਿਨ ਠੱਗੀਆਂ ਮਾਰਦੇ ਰਹੇ। ਲਿਵ ਲੱਗ ਕੀ ਆ? ਪਰਮਾਤਮਾ ਨਾਲ ਗੱਲਬਾਤ ਹੋਊਗੀ, ਤੁਹਾਡਾ ਬਹਿਣਾ ਖਲੋਣਾ, ਚੱਲਣਾ, ਖਾਣਾ ਖਾਣਾ, ਪਾਣੀ ਪੀਣਾ, ਤੁਹਾਡਾ ਬੋਲਣਾ, ਤੁਹਾਡਾ ਸੌਣਾ, ਤੁਹਾਡਾ ਜਾਗਣਾ, ਤੁਹਾਡਾ ਚੱਲਣਾ, ਤੁਹਾਡਾ ਦੌੜਨਾ, ਸਭ ਪਰਮਾਤਮਾ ਦੀ ਹੁਕਮ ਉਹਦੀ ਰਜਾ ਚ ਹੋਏ। ਲਿਵ ਲੱਗ ਗਈ ਹੈ। ਇਹ ਨਹੀਂ ਕੋਈ ਕੁਛ ਕਰਨਾ ਹੈ, ਬਾਈ ਪ੍ਰੋਡਕਟ ਆਟੋਮੈਟਿਕਲੀ ਹੋਵੇ। ਹਾਂਜੀ ਨਹੀਂ ਦੱਸੋ। ਉਨ ਮਨ ਮਨੁਆ ਸੁਨ ਸਮਾਨਾ। ਲਓ ਉਨ ਮਨ ਤੋਂ ਵੀ ਅੱਗੇ ਹੋ ਗਿਆ ਭਾਈ। ਮਨ ਜਿਹੜਾ ਹੈਗਾ, ਜਿਹੜਾ ਕਾਰਨਸ਼ੀਲ ਆ, ਹੋ ਗਿਆ ਖਤਮ। ਉਨ ਮਨ ਮਨੁਆ ਸੁਨ ਸਮਾਨਾ। ਸੁਨ ਦੇ ਵਿੱਚ ਸੁਰ 'ਚ ਜਾ ਕੇ ਲੀਨ ਹੋ ਗਈ ਮਨ ਦੇ ਵਿੱਚੋਂ ਦੀ ਆ, ਮਨ ਨੂੰ ਨਸ਼ਟ ਕਰਕੇ। ਉਨ ਮਨ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਦੁਬਦਾ ਜਿਹੜੀ ਭੈੜੀ ਮਤ ਸੀਗੀ ਨਾ ਜਿਹੜੀ ਦੁਬਦਾ ਸੀ, ਜਿਹੜੀ ਡੁਐਲਿਟੀ ਸੀਗੀ, ਜਿਹੜੀ ਮਾਇਆ ਸੀਗੀ, ਜੋ ਇਹ ਪਦਾਰਥ ਜੋ ਚੋਗਾ ਪਾਇਆ ਸੀ 5 ਤੱਤਾਂ ਦਾ, ਤੇ ਦੁਰਮਤ ਜਿਹੜੀ ਭੈੜੀ ਮਤ ਉਹਦੇ ਨਾਲ ਚਿੰਬੜੀ ਹੋਈ ਸੀ ਵਾਰ-ਵਾਰ, ਕਹਿੰਦੇ ਉਹ ਭੱਜ ਗਈ ਭਾਈ। ਉਨ ਮਨੇ ਮਨੁਆ ਸੁਨ ਸਮਾਨਾ, ਦੁਬਦਾ ਦੁਰਮਤ ਭਾਗੀ। ਕਹੋ ਕਬੀਰ ਅਨੁਭਵ ਇੱਕ ਦੇਖਿਆ, ਰਾਮ ਨਾਮੇ ਲਿਵ ਲਾਗੀ। ਕਹਿੰਦੇ ਇੱਕ ਪ੍ਰੈਕਟੀਕਲ ਹੋ ਗਿਆ ਭਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਅੰਦਰ ਜਿਹੜਾ ਹੈਗਾ ਪ੍ਰਕਾਸ਼ ਆ ਗਿਆ, ਆਤਮ ਪ੍ਰਕਾਸ਼ ਹੋ ਗਿਆ। ਆ ਅਨੁਭਵ ਦੇਖ ਲਿਆ ਭਾਈ, ਔਰ ਲਿਵ ਲੱਗ ਗਈ ਰਾਮ ਦੇ ਨਾਮ ਦੇ ਦੁਆਰਾ ਉਸ ਮਾਲਕ ਪਰਮਾਤਮਾ ਦੇ ਵਿੱਚ। ਹਾਂਜੀ ਵੀ ਉਹ ਕਹਿੰਦੇ ਉਨਮਨੀ ਉਨਮਨ। ਹੁਣ ਉਹ ਇੱਕ ਅਵਸਥਾ ਹੈ ਜਿਹਦੇ ਵਿੱਚ ਹੁਣ ਤਰੰਗ ਹੀ ਨਹੀਂ ਪੈਦਾ ਹੁੰਦੀ ਦੁਰਮਤ ਦੀ। ਬਸ ਜਿਹੜੀਆਂ ਪਹਿਲਾਂ ਤੁਹਾਨੂੰ ਗੱਲਾਂ ਦੁਨੀਆ ਭਰ ਦੀਆਂ ਗੱਲਾਂ ਦੱਸੀਆਂ, ਉਹ ਕਹਿੰਦੇ ਏਦਾਂ ਦਾ ਕੁਝ ਪੈਦਾ ਹੀ ਨਹੀਂ ਹੁੰਦਾ। ਮਨ ਹੀ ਸ਼ਾਂਤ ਹੋ ਗਿਆ, ਅਨਮਣੀ ਅਵਸਥਾ ਹੋ ਗਈ ਹੈ। ਤੇ ਦੁਰਮਤ ਜਿਹੜੀ ਮੇਰੀ ਭੱਜ ਗਈ ਆ, ਜਿਹੜੀ ਮੈਨੂੰ ਸ਼ਾਹੀ ਬਣਾਈ ਫਿਰਦੀ ਸੀ, ਜਿਹੜੀ ਕਹਿੰਦੀ ਆ ਵੀ ਚੁੱਕ ਲਾ, ਆ ਵੀ ਚੁੱਕ ਲਾ, ਇਹਨੂੰ ਘਰੋਂ ਕੱਢ ਦੇ, ਇਹਨੂੰ ਰੱਖ ਲਾ, ਉਹ ਜਿਹੜਾ ਉਲਟਾ ਪੁਲਟਾ ਮੈਨੂੰ ਜਿਹੜਾ ਮਾਰਗ ਦਿਖਾਉਂਦੀ ਸੀ, ਉਹ ਕਹਿੰਦੇ ਭਾਗੀ ਆ, ਭੱਜ ਗਈ। ਦੁਬਦਾ ਵੀ ਭੱਜ ਗਈ। ਦੁਬਦਾ ਜਿਹੜੀ ਸੀਗੀ, ਮੈਨੂੰ ਆਹ ਫਲਾਨਾ ਟਿਮਕਾ ਜਿਹੜਾ ਪਦਾਰਥ ਆਕਾਰ ਜਿਹੜੇ ਹੈਗੇ ਦੂਸਰੇ ਨਜ਼ਰ ਆਉਂਦੇ ਸੀ ਪਰਮਾਤਮਾ ਤੋਂ, ਬ੍ਰਹਮ ਤੋਂ ਇਲਾਵਾ, ਕਹਿੰਦੇ ਮੈਂ ਉਹ ਵੀ ਮੇਰੀ ਜਿਹੜੀ ਦੁਬਦਾ ਵੀ ਦੂਰ ਹੋ ਗਈ। ਕਹਿੰਦੇ ਮੈਨੂੰ ਤਾਂ ਇੱਕੋ ਹੀ ਨਜ਼ਰ ਆਉਂਦਾ ਹਰੇਕ ਦੇ ਵਿੱਚ। ਹੁਣ ਉਹੀ ਭਾਈ ਕਨ੍ਹਈਆ ਜੀ ਵਾਂਗੂ ਕਹਿੰਦੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਕੌਣ ਅੱਗੇ ਆ, ਉਹ ਉਹਨਾਂ ਨੂੰ ਹਰ ਇੱਕ ਇਨਸਾਨ ਪਰਮਾਤਮਾ ਦੇ ਰੂਪ ਹੀ ਨਜ਼ਰ ਆ ਰਿਹਾ ਹੈ। ਹਾਂ, ਲੋੜਵੰਦਾਂ ਦੀ ਮਦਦ ਕਰਨੀ, ਆਪਣਾ ਜੀਵਨ ਸਹੀ ਤਰ੍ਹਾਂ ਬਤੀਤ ਕਰਨਾ। ਹੁਣ ਅੱਗੇ ਕਹਿੰਦੇ ਕਹੋ ਕਬੀਰ ਅਨੁਭਵ ਇੱਕ ਦੇਖਿਆ, ਅਨੁਭਵ ਹੋ ਗਿਆ, ਹੁਣ ਪ੍ਰੈਕਟੀਕਲ ਹੋਇਆ ਭਾਈ। ਦੇਖ ਲਓ, ਇੱਕ ਮਾਲਕ ਪਰਮਾਤਮਾ ਦੇਖ ਗਿਆ, ਉਹਦੇ ਨਾਲ ਹੀ ਲਿਵ ਲੱਗ ਗਈ ਹੈ। ਰਾਮ ਦੇ ਨਾਮ ਦੇ ਦੁਆਰਾ ਮਾਲਕ ਦੇ ਨਾਲ ਲਿਵ ਲੱਗ ਗਈ ਹੈ। ਬਸ ਤੁਹਾਡਾ ਜੀਵਨ ਜਿਹੜਾ ਵਾ ਬਸ ਉੱਚਾ ਹੋਣਾ। ਇਹ ਥੋੜੀ ਹੋ ਕੇ ਇੱਥੇ ਭਗਤੀ ਚ ਲਾ ਕੇ ਅੱਧਾ ਘੰਟਾ ਤੇ ਮੁੜ ਕੇ ਘਰਦਿਆਂ ਨੂੰ ਕਿਲੋ ਗਾਲਾਂ ਕੱਢੀ ਜਾਓ। ਬਿਲਕੁਲ ਠੀਕ ਹੈ ਮੈਨੇਜਰ ਸਾਹਿਬ, ਇਹਦਾ ਮਤਲਬ ਇਹ ਹੈ ਕਿ ਲਿਵ ਲੱਗੀ ਹੈ ਤੁਹਾਡੀ ਨਾਮ ਦੇ ਨਾਲ, ਤੇ ਉਹਦਾ ਪ੍ਰਣਾਮ ਜਿਹੜਾ ਹੈ ਰਿਜ਼ਲਟ ਤੁਹਾਡੇ ਜੀਵਨ ਚ ਆਉਣਾ ਚਾਹੀਦਾ। ਕਹਿੰਦੇ ਰਾਮ ਰਾਮ ਕਰਦਾ ਸਭ ਜਗ ਫਿਰੇ, ਤੇ ਰਾਮ ਨਾ ਪਾਇਆ ਜਾਏ। ਉਹ ਤੇ ਬੜੀਆਂ ਬਾਣੀ ਚ ਕਹਿੰਦੀ ਗੱਲੀਆਂ ਸੀ ਚੰਗੀਆਂ, ਆਚਾਰੀ ਬੁਰੀਆਂ। ਪਰਮਾਤਮਾ ਗੱਲਾਂ ਦੇ ਨਾਲ ਨਹੀਂ ਜੋ ਰੀਝਦਾ। ਪਰਮਾਤਮਾ
ਚਾਹੁੰਦਾ ਹੈ ਜੋ ਤੇਰੇ ਅੰਦਰ ਹੈਗਾ ਤੂੰ ਉਹੀ ਬਣ, ਤੂੰ ਪਖੰਡ ਨਾ ਕਰ ਦੇ। ਉਹ ਕਹਿੰਦਾ ਕਿਹਨੂੰ ਬੇਵਕੂਫ ਬਣਾਉਣੀ, ਲੋਕਾਂ ਨੂੰ ਬਣਾ ਸਕਦਾ। ਇੱਥੇ ਲੰਗਰ ਲਾ ਕੇ ਇੱਥੇ ਗੁੰਬਕ ਚੜਾ ਦੇਗਾ, ਇੱਥੇ ਲੰਗਰ ਵਾਲਾ ਬਣਾ ਦੇਗਾ, ਪਰ ਤੂੰ ਮੈਨੂੰ ਸੋਚਦਾ ਹੈ ਕਿ ਮੈਂ ਇਹ ਤੇਰੀਆਂ ਇਹਨਾਂ ਹਰਕਤਾਂ ਦੇ ਨਾਲ ਚੀਜ਼ਾਂ ਖੁਸ਼ ਹੋ ਜਾਏਗਾ। ਨਹੀਂ ਹੋਊਗਾ ਮੈਂ ਤੇ ਉਦੋਂ ਹੀ ਖੁਸ਼ ਹੋਵੇਂਗਾ ਜਦੋਂ ਤੂੰ ਆਪਣਾ ਕਿਰਦਾਰ ਚੰਗੀ ਤਰ੍ਹਾਂ ਨਿਭਾ। ਤੇਰਾ ਕਰੈਕਟਰ ਹੈ ਨਾ, ਤੇਰੇ ਜਿਹੜੇ ਰੋਲਸ ਨੇ ਉਹਨੂੰ ਪਲੇ ਕਰ। ਕਿਸੇ ਮਾਂ ਦਾ, ਪਿਓ ਦਾ, ਭੈਣ ਦਾ, ਭਰਾ ਦਾ, ਦੋਸਤ ਦਾ ਉਹ ਫਰਜ਼ ਤੈਨੂੰ ਨਿਭਾਉਣੇ ਪੈਣੇ ਆ ਨਿਜਰ ਸਾਹਿਬ। ਉਹ ਤਾਂ ਗੱਲ ਨਹੀਂ ਬਣੇਗੀ, ਉਹ ਤਾਂ ਮਨ ਕਿੱਥੋਂ ਮੰਨੂਗਾ ਤੁਹਾਡਾ? ਬਿਲਕੁਲ ਮਨ ਨਹੀਂ ਸੁਣਦਾ। ਹਾਂ ਕਹਿੰਦੇ ਫਿਰ ਕਹਿੰਦੇ ਰਾਮ ਨਾਮ ਲਿਵ ਲਾਗੀ। ਫਿਰ ਇਹ ਅਨੁਭਵ ਇੱਕ ਦੇਖਿਆ, ਏਦਾਂ ਦਾ ਅਨੁਭਵ ਆ ਜਦੋਂ ਵੀ ਸੁੱਟੀ ਤੁਹਾਡੀ ਆਤਮਾ ਤੱਤ ਚ ਗਈ ਤੇ ਫਿਰ ਪ੍ਰਮਾਤਮਾ ਦਾ ਏਡਾ ਭੂਤ ਤੁਹਾਡੇ ਦਿਮਾਗ ਤੇ ਚੜ ਜਾਣਾ। ਫਿਰ ਤੁਹਾਨੂੰ ਸੰਸਾਰ ਚ ਪ੍ਰਮਾਤਮਾ ਹੀ ਨਜ਼ਰ ਆਵੇਗਾ, ਕੋਈ ਬੁਰਾਈ ਨਜ਼ਰ ਨਹੀਂ ਆਵੇਗੀ ਨਜ਼ਰ ਤੋਂ। ਅੱਜ ਦੀ ਵਿਚਾਰੇ ਤੇ ਸਮਾਪਤ ਕਰੀਏ। ਬਹੁਤ ਵਧੀਆ ਜੀ ਗੁਰਕੀ ਸਾਹਿਬ, ਅੱਜ ਤੱਕ ਕਮਾਲ ਹੋ ਗਈ। ਹਾਂ ਦੇਖੋ ਸਾਧ ਸੰਗਤ ਜੀ, ਕੁਝ ਵੀ ਔਖਾ ਕੰਮ ਨਹੀਂ ਆ। ਬੁੱਲਿਆ ਰੱਬ ਦਾ ਕੀ ਪਾਉਣਾ, ਇੱਧਰੋਂ ਪੁੱਟਣਾ ਤੇ ਇੱਧਰੋਂ ਲਾਉਣਾ, ਕਰਨਾ ਕੁਛ ਵੀ ਨਹੀਂ। ਤੁਸੀਂ ਇੱਕ ਘੰਟਾ ਡੇਢ ਘੰਟਾ ਬਹਿਣਾ ਉਹਦੇ ਚਰਨਾਂ ਚ ਟੀਕਾ ਕਰਕੇ, ਬਾਕੀ ਉਹ ਜਾਣੇ ਤੇ ਉਹਦਾ ਕੰਮ ਜਾਣੇ। ਥੋੜਾ ਬਹੁਤਾ ਜਿੱਥੇ ਲੋੜ ਹੈਗੀ ਤੁਹਾਨੂੰ ਅਸੀਂ ਦੱਸੀ ਜਾਂਦੇ ਆ, ਜਿੰਨਾ ਕੁ ਸਾਨੂੰ ਪਤਾ। ਬਾਕੀ ਆਪੇ ਹੀ ਉਹ ਇਹ ਵਹਿਮਾਂ ਚ ਨਹੀਂ ਪੈਣਾ। ਜ਼ਿਆਦਾ ਭਗਤੀ ਭੁਗਤੀ ਨਾਲ ਵੀ ਕੁਛ ਨਹੀਂ ਜਾਂਦਾ। ਤੁਸੀਂ ਥੋੜੇ ਜਿਹੇ ਆਪਣੇ ਐਕਸ਼ਨ ਸਹੀ ਕਰੋ ਥੋੜੇ ਬਹੁਤ। ਅਜੇ ਵੀ ਕੋਈ ਇਹ ਸਮਾਂ ਗਿਆ ਥੋੜੀ ਆ। ਆਪਣੇ ਫਰਜ਼ ਨਿਭਾਓ, ਆਪਣੀ ਡਿਊਟੀ ਤੇ ਨਾ ਭੱਜੋ। ਮੈਂ ਤੇ ਇਹ ਕਹਿੰਦਾ ਜਿੱਥੇ ਭੱਜੇ ਜੇ ਨਾ ਉੱਥੇ ਗੜਬੜ ਹੋ ਜਾਣੀ, ਉਹ ਫਿਰ ਮੁਸ਼ਕਿਲ ਹੋ ਜਾਣੀ ਆ। ਫਿਰ ਇੱਕ ਸਮਾਂ ਆਉਣਾ ਤੁਸੀਂ ਇੰਨੀਆਂ ਡਿਊਟੀਆਂ ਤੋਂ ਭੱਜੀ ਜਾਣਾ, ਫਿਰ ਪੈਂਡਿੰਗ ਹੋਈ ਜਾਣਾ ਸਾਰਾ ਕੰਮ। ਤੇ ਤੁਹਾਨੂੰ ਪਤਾ ਪ੍ਰਕਿਰਤੀ ਬੜੀ ਖਤਰਨਾਕ, ਜਿਹੜਾ ਕੰਮ ਤੁਸੀਂ ਛੱਡਿਆ ਉੱਥੇ ਫਿਰ ਤੁਹਾਨੂੰ ਸੁੱਟਣਾ ਅਗਲੀ। ਉਹ ਚੈਪਟਰ ਜਦ ਤੱਕ ਕਲੋਜ਼ ਨਹੀਂ ਨਾ ਹੋਇਆ, ਦੇਖੋ ਇੱਕ ਚੀਜ਼ ਨੂੰ ਆਪਾਂ ਜਾਤੀ ਜਿੱਥੇ ਜਾਣੀ ਉੱਥੇ ਰੱਖਣੀ ਪੈਣੀ ਆ। ਤੁਸੀਂ ਕਿਤੇ ਇੱਥੇ ਸੁੱਟ ਦਿੰਦੇ ਜੇ, ਕਿਤੇ ਉੱਥੇ ਸੁੱਟ ਦਿੰਦੇ ਜੇ। ਉਹ ਬਾਰ ਕੁਦਰਤ ਕਹਿੰਦੀ ਆ ਜਿਹੜੀ ਤੇਰੀ ਡਿਊਟੀ ਆ, ਤੇਰਾ ਇਮਤਿਹਾਨ ਹੀ ਤੇ ਤੇਰਾ ਜੀਵਨ ਹੀ ਤੇ ਇਮਤਿਹਾਨ ਹੈ। ਕੋਈ ਭਗਤੀ ਥੋੜੀ ਪ੍ਰਮਾਤਮਾ ਤੁਹਾਡੀ ਚਾਹੁੰਦਾ ਹੈ ਨਿਜਰ ਸਾਹਿਬ। ਬਿਲਕੁਲ। ਪਰ ਲੋਕਾਂ ਨੇ ਬਣਾਇਆ ਵਾ ਕਿ ਸ਼ਾਇਦ ਅੱਧਾ ਘੰਟਾ ਰੱਬ ਦਾ ਵੈਗਰੂ ਵੈਗਰੂ ਕਹਿ ਕੇ ਤੇ ਮੁੜ ਕੇ ਸਾਰਾ ਦਿਨ ਠੱਗੀ ਮਾਰੀ ਜੋ। ਨਹੀਂ, ਏਦਾਂ ਨਹੀਂ ਹੈ। ਕੁਦਰਤ ਕਹਿੰਦੀ ਹੈ ਕਿ ਪਹਿਲਾਂ ਤੂੰ ਧਰਮ ਦਾ ਪੱਕਾ ਬਣ। ਭਗਤੀ ਕਰ ਲਾਂਗੇ, ਕੋਈ ਗੱਲ ਨਹੀਂ, ਭਗਤੀ ਵੀ ਹੋ ਜਾਊਗੀ। ਪਰ ਜੇ ਧਰਮ ਚ ਨਹੀਂ ਪੱਕੇ ਹੋ ਰਹੇ, ਆਪਾਂ ਕਮਜ਼ੋਰ ਹਾਂ, ਆਪਾਂ ਵੀਕ ਹਾਂ। ਮੈਨੂੰ ਪਤਾ ਆਪਾਂ ਕਮਜ਼ੋਰ ਹਾਂ ਕਿ ਬਹੁਤ ਜਨਮ ਹੋ ਗਏ, ਕਾਫੀ ਲੰਮੇ ਸਮੇਂ ਤੋਂ ਬਿਤ ਤੁਰੇ। ਫਿਰ ਇੱਕ ਤਰੀਕਾ, ਫਿਰ ਬੰਦਗੀ ਕਰੋ ਪ੍ਰਮਾਤਮਾ ਦੀ। ਉਹਨੂੰ ਕਹੋ ਕਿ ਮੇਰੇ ਪਿਤਾ, ਮੇਰੇ ਵਾਸ ਦੀ ਗੱਲ ਨਹੀਂ, ਇਹ ਕੰਮ ਕਾਫੀ ਔਖਾ ਹੈ ਤੇ ਮੇਰੀ ਮਦਦ, ਕਿਉਂਕਿ ਮੈਂ ਕੋਸ਼ਿਸ਼ ਕਰ ਰਿਹਾ ਹਾਂ। ਔਗਣਾ ਤੋਂ ਮੇਰਾ ਜਿਹੜਾ ਹੱਥ ਹੈ ਨਾ ਪਿੱਛੇ ਨਹੀਂ ਹੋ ਰਿਹਾ। ਪਾਣੀ ਚ ਕਿਹਾ ਵੀ ਆ ਜਾਨਤ ਵੀ ਔਗਣ ਕਰੇ। ਪਤਾ ਹੈ ਮਾੜੀ ਚੀਜ਼ ਫਿਰ ਚੁੱਕ ਲਿਆਉਂਦਾ ਮਨ ਏਦਾਂ ਕਰਨਾ। ਇਸ ਕਰਕੇ ਕਹਿੰਦੇ ਕਿ ਪ੍ਰਮਾਤਮਾ ਦੇ ਚਰਨਾਂ ਚ ਹੱਥ ਲਾਓ ਔਰ ਉਹਨੂੰ ਕਹੋ ਕਿ ਮੇਰ ਕਰ। ਥੋੜਾ ਬਹੁਤਾ ਤੁਸੀਂ ਵੀ ਥੋੜੀ ਹੈਲਪ ਕਰੋ ਤੇ ਮੈਂ ਵੀ ਕੁਝ, ਤੇ ਫਿਰ ਆਪਾਂ ਕੰਮ ਹੋ ਜਾਏ। ਅੱਜ ਦੀ ਵਿਚਾਰੇ ਤੇ ਸਮਾਪਤ ਕਰੀਏ ਨਿਜਰ। ਹਾਂਜੀ ਬਿਲਕੁਲ, ਬਹੁਤ ਬਾਬਾ ਜੀ ਇੱਕ ਗੱਲ ਪੁੱਛਣੀ ਸੀ। ਹਾਂਜੀ। ਅੱਛਾ, ਮੈਂ ਉਹ ਕਹਿਣਾ ਤਾਂ ਮਤਲਬ ਜਿੱਦਾਂ ਹੈ ਨਾ ਬੰਦੇ ਦੇ ਲਾਈਫ ਦੇ ਵਿੱਚ ਇੱਕ ਜਗ੍ਹਾ ਦਾ ਆਉਣਾ ਨਾ, ਮਤਲਬ ਜਿੱਦਾਂ ਕਹਿੰਦੇ ਬੰਦਾ ਟੋਟਲੀ ਇਮੋਸ਼ਨਲ ਹੋ ਜਾਂਦਾ। ਮਤਲਬ ਨਾ ਕੋਈ ਉਹਨੂੰ ਮਤਲਬ ਖੁਸ਼ੀ ਦੇ ਅਹਿਸਾਸ ਹੁੰਦਾ, ਨਾ ਕੋਈ ਗਮੀ ਦਾ ਅਹਿਸਾਸ ਹੁੰਦਾ, ਨਾ ਮਤਲਬ ਕੋਈ ਐਕਸਾਈਟਮੈਂਟ ਹੁੰਦੀ, ਨਾ ਕੁਛ। ਉਹ ਮਤਲਬ ਕੀ ਚੀਜ਼ ਹੈ, ਮਤਲਬ ਉੱਦਾਂ ਦੇ ਸਟੇਜ ਨੂੰ ਕੀ ਕਰਾਂਗੇ ਆਪਾਂ? ਨਹੀਂ, ਬੰਦਾ ਇਮੋਸ਼ਨਲ ਥੋੜੀ ਹੁੰਦਾ। ਜੇ ਤੁਸੀਂ ਸਹਿਜ ਅਵਸਥਾ ਚ ਆ ਗਏ ਨਾ ਤੇ ਤੁਹਾਨੂੰ ਜੀਵਨ ਦਾ ਪਤਾ ਲੱਗ ਜਾਣਾ। ਖੁਸ਼ੀ ਕਮੀ ਤੇ ਰਹਿਣੀ ਹੈ। ਇਹ ਤੇ ਪ੍ਰਕਿਰਤੀ ਦਾ ਨਿਯਮ ਹੈ। ਉਹ ਹੀ ਇੱਕ ਅਲੱਗ ਚੀਜ਼ ਹੈ, ਪਰ ਤੁਹਾਡੇ ਅੰਤਰਾਕਰਨ ਚ ਤਰੰਗ ਨਹੀਂ ਪੈਦਾ ਹੋਣੀ। ਜਿੱਦਾਂ ਦੁੱਖ ਆ ਗਿਆ ਤੇ ਬੋੜੀ ਆ ਗਿਆ ਤੇ ਥੋੜਾ ਜਿਹਾ ਦੁੱਖ ਆ ਗਿਆ ਜੀਵਨ ਚ, ਬੰਦਾ ਉਹਦੀਆਂ ਅੱਖਾਂ ਹੀ 7ਵੇਂ ਅਸਮਾਨ ਤੇ ਲੱਗ ਜਾਂਦੀਆਂ। ਉਹ ਬੰਦੇ ਨੂੰ ਬੰਦਾ ਨਹੀਂ ਸਮਝਦਾ। ਉਹ ਸਹਿਜ ਅਵਸਥਾ ਦਾ ਮਤਲਬ ਹੈ ਕਿ ਤੁਸੀਂ ਰਹਿਣਾ ਸੰਸਾਰ ਚ ਹੀ ਹੋ, ਪਰ ਇਹ ਜਿਹੜਾ ਮਾਇਆ ਦਾ ਭਰਮ ਹੈ ਇਹ ਖਤਮ ਹੋਣਾ। ਭਰਮ ਦਾ ਮਤਲਬ ਤੇ ਇਹੋ ਹੀ ਹੈ ਕਿ ਜਿੱਦਾਂ ਆਮ ਸਧਾਰਨ ਬੰਦਾ ਵੇਖ ਲਓ ਕੀ ਕਰਦਾ ਫਿਰਦਾ। ਤੁਹਾਡੇ ਹੁਣ ਰਾਜਾ ਜਨਕ ਨੇ ਇਹ ਥੋੜੀ ਕੋਈ ਰਾਜੇ ਜਨਕ ਜੇ ਬ੍ਰਹਮ ਗਿਆਨੀ ਬਣ ਕੇ ਉਹਨੇ ਰਾਜ ਭਾਗ ਛੱਡਤਾ। ਇਹ ਆਪਣਾ ਜੀਵਨ ਉਸੇ ਤਰ੍ਹਾਂ ਹੀ, ਜਿਹੜਾ ਆਪਣਾ ਫਿਲਮ ਓਦਾਂ ਹੀ ਚੱਲਣੀ ਹੈ। ਫਿਲਮ ਨਹੀਂ ਆਪਾਂ ਬਦਲਣੀ, ਕੇਵਲ ਸਾਡਾ ਅੰਤਰਾਕਰਨ ਜਿਹੜੀ ਮਨ ਦੀ ਸਥਿਤੀ ਹੈ ਉਹ ਆ। ਉਹ ਵਿਚਾਰ ਖਤਮ ਹੋ ਗਏ ਤੇ ਤੁਹਾਨੂੰ ਕੁਛ ਕਹਿਣ ਦੀ ਲੋੜ ਨਹੀਂ, ਤੁਹਾਨੂੰ ਖੁਦ ਹੀ ਪਤਾ ਲੱਗ ਜੂ ਕਿ ਤੁਹਾਡਾ ਜੀਵਨ ਕਿੱਥੇ ਜਾ।
ਠੀਕ ਹੈ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ ਸਾਧ ਸੰਗਤ ਜੀ। ਹਾਂਜੀ ਵੀਰ ਜੀ।